ਵਾਹਿਗੁਰੂ ਸਾਹਿਬ ਜੀ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸਨਾਨ, ਸੁਣਿਆ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਸਮਾਂ ਬਖਸ਼ਿਆ। ਗੁਰੂ ਨਾਨਕ ਦੇ ਘਰ ਦੀ ਬਾਣੀ ਦਾ ਇੱਕ ਵੀ ਹਰੂਫ ਨੇਤਰਾਂ ਦੇ ਨਾਲ ਦੇਖਣਾ ਤੇ ਕੰਨਾਂ ਦੇ ਨਾਲ ਸ਼ਰਵਣ ਕਰਨਾ, ਇਹ ਬਹੁਤ ਵੱਡੀ ਤਪੱਸਿਆ ਮੰਗਦਾ ਹੈ। ਇਹ ਕੋਈ ਛੋਟੀ ਗੱਲ ਨਹੀਂ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਤੇ ਇਹਦੀ ਸਮਝ ਉਸ ਵੇਲੇ ਲੱਗਦੀ ਹੈ ਜਿਸ ਵੇਲੇ ਸਾਡੀ ਸੁਰਤ ਇਸ ਸਰੀਰ ਤੋਂ ਉੱਪਰ ਹੋ ਜਾਂਦੀ ਹੈ। ਕੱਲ ਸਤਿਗੁਰਾਂ ਦੀ ਮਿਹਰ ਦੇ ਨਾਲ ਅਸਾਂ ਸਾਰਿਆਂ ਨੇ ਵਿਚਾਰਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਇਲਾਹੀ ਦਰਗਾਹੀ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਸ਼ਰਵਣ ਕੀਤਾ ਉਹਨਾਂ ਉੱਤੇ ਬਖਸ਼ਿਸ਼ਾਂ ਕੀ ਕੀ ਹੋਈਆਂ। ਦਾਸ ਫਿਰ ਤੋਂ ਬੇਨਤੀ ਕਰੇ, ਕੱਲ ਅਸਾਂ ਨੇ 9 ਪੌੜੀਆਂ ਤੱਕ ਗੁਰੂ ਦੀ ਬਾਣੀ ਨੂੰ ਸ਼ਰਵਣ ਕੀਤਾ ਸੀ, ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ। ਹੁਣੇ ਅਸਾਂ ਨੇ ਸ਼ਰਵਣ ਕੀਤਾ, ਸੁਣਿਆ ਸਤ ਸੰਤੋਖ ਗਿਆਨ। ਇਸ ਅਲਫਾਜ਼ ਨੂੰ ਅਸੀਂ ਸੁਣੀਐ ਨਹੀਂ ਕਹਿਣਾ, ਸੁਣਿਆ। ਤੇ ਜੇ ਪ੍ਰੈਕਟਿਸ ਕਰਨੀ ਹੈ ਫਿਰ ਕਹਾਂਗੇ ਸੁਣੇ ਐ, ਸੁਣੇ ਐ। ਤੇ ਜਦੋਂ ਇਕੱਠਾ ਪੜਾਂਗੇ ਸੁਣਿਆ, ਫਿਰ ਸੱਤ ਦੇ ਅੱਗੇ ਵਿਸ਼ਰਾਮ, ਪਹਿਲਾਂ ਸੁਣਿਆ ਦੇ ਅੱਗੇ ਵਿਸ਼ਰਾਮ, ਫਿਰ ਸੱਤ ਦੇ ਅੱਗੇ ਵਿਸ਼ਰਾਮ, ਫਿਰ ਸੰਤੋਖ ਦੇ ਅੱਗੇ ਵਿਸ਼ਰਾਮ। ਜੇਕਰ ਡੀਪਲੀ ਬਾਤ ਕਰੀਏ ਤੇ ਜੇ ਸੰਪਰਦਾਈ ਢੰਗ ਨਾਲ ਚੱਲੀਏ ਤੇ ਫਿਰ ਸੁਣਿਆ ਸਤ ਸੰਤੋਖ ਗਿਆਨ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸਭ ਤੋਂ ਔਖਾ ਸੁਣਨਾ ਹੈ। ਸੁਣਨਾ ਕੀ ਹੁੰਦਾ ਹੈ? ਜਿਹਦੇ ਪ੍ਰਤੀ ਸਾਡਾ ਇੰਟਰਸਟ ਹੋਵੇ, ਜਿਹਦੇ ਪ੍ਰਤੀ ਸਾਡੇ ਅੰਦਰ ਭਾਵਨਾ ਹੋਵੇ, ਜਿਹਦੇ ਪ੍ਰਤੀ ਸਾਡੀ ਖਿੱਚ ਹੋਵੇ, ਉਸੇ ਨੂੰ ਅਸੀਂ ਸੁਣਦੇ ਹਾਂ, ਦੂਜੇ ਨੂੰ ਨਹੀਂ ਸੁਣਦੇ। ਕੁਦਰਤੀ ਬਾਤ। ਤੇ ਜਿਸ ਵੇਲੇ ਸਾਡੇ ਅੰਦਰ ਗੁਰੂ ਕੀ ਬਾਣੀ ਦੇ ਪ੍ਰਤੀ, ਗੁਰੂ ਦੇ ਸ਼ਬਦ ਦੇ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ, ਤੇ ਉਸ ਵੇਲੇ ਜੇ ਕਿਤੇ ਕੋਈ ਸੁਣ ਲਵੇ ਤੇ ਉਹ ਇੱਕ ਵਾਰ ਸੁਣਿਆ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਸੁਣਨਾ ਹੁੰਦਾ ਹੈ ਕੰਨਾਂ ਦੇ ਨਾਲ, ਮਹਾਰਾਜ ਜੀ ਕਹਿੰਦੇ ਨਹੀਂ, ਸੁਣਨਾ ਹੁੰਦਾ ਧਿਆਨ ਦੇ ਨਾਲ। ਜਿਸ ਤਰ੍ਹਾਂ ਸਾਡੇ ਕੰਨ 2 ਨੇ, ਅਸੀਂ 2 ਸੈੱਲ ਫੋਨ ਆਪਣੇ ਕੰਨਾਂ ਨੂੰ ਲਾ ਕੇ ਅਸੀਂ 2 ਪਰਸਨ ਨਾਲ ਇੱਕੋ ਸਮੇਂ ਗੱਲ ਨਹੀਂ ਕਰ ਸਕਦੇ। ਤੇ ਕੋਈ ਕਹਿ ਦੇਵੇ ਕਿ ਕੰਨ ਤੁਹਾਡੇ 2 ਨੇ ਤੇ ਤੁਸੀਂ ਕਿਉਂ ਨਹੀਂ ਗੱਲ ਕਰ ਸਕਦੇ, ਤੇ ਫਿਰ ਕਹਿਣਾ ਪੈਂਦਾ ਕੰਨ ਭਾਵੇਂ 2 ਪਰ ਧਿਆਨ ਇੱਕ ਆ। ਤੇ ਸੁਣਨਾ ਕਿੰਨੇ ਆ? ਕੰਨਾਂ ਨੇ? ਨਹੀਂ, ਧਿਆਨ ਨੇ। ਹੁਣ ਅਸੀਂ ਕਹੀਏ ਕਿ ਸਾਡੀਆਂ ਅੱਖਾਂ 2 ਨੇ, ਇੱਕ ਅੱਖ ਖੱਬੇ ਪਾਸੇ ਦੇਖੇ, ਇੱਕ ਅੱਖ ਸੱਜੇ ਪਾਸੇ ਦੇਖੇ, ਤੇ ਕਹਿਣ ਲੱਗੇ ਨਹੀਂ, ਅੱਖਾਂ ਭਾਵੇਂ 2 ਨੇ ਪਰ ਧਿਆਨ ਇੱਕ ਆ। ਇਸੇ ਤਰ੍ਹਾਂ ਅਸੀਂ ਇੰਜ ਨਹੀਂ ਸੋਚ ਸਕਦੇ ਕਿ ਇੱਕ ਲੱਤ ਇੱਕ ਪਾਸੇ ਚੱਲੇ, ਦੂਸਰੀ ਲੱਤ ਦੂਸਰੇ ਪਾਸੇ ਚੱਲੇ। ਨਹੀਂ, ਲੱਤਾਂ ਭਾਵੇਂ 2 ਨੇ ਪਰ ਕਹਿੰਦੇ ਨੇ ਜੋ ਧਿਆਨ ਹੈ, ਜੋ ਸ਼ਕਤੀ ਹੈ, ਜੋ ਐਨਰਜੀ ਹੈ, ਉਹ ਇੱਕ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ, ਹੇ ਪ੍ਰਭੂ ਹੁਣ ਮੈਨੂੰ ਸੁਣਨ ਦਾ ਚਾਉ ਪੈਦਾ ਹੋਇਆ ਤੇ ਹੁਣ ਮੇਰੇ ਤੇ ਕਿਰਪਾ ਕਰ ਦਾਤਿਆ, ਮੇਰੇ ਤੇ ਬਖਸ਼ਿਸ਼ ਕਰ। ਮੇਰੀ ਇੱਕ ਅਰਦਾਸ ਹੈ। ਕੀ ਅਰਦਾਸ? ਸੂਹੀ ਮਹੱਲਾ 5ਵਾਂ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕੋਟ ਕਰਨ ਮੈਨੂੰ ਇੱਕ ਹੁਣ ਕੰਨ ਦੇ ਨਾਲ ਸੰਤੋਖ ਨਹੀਂ, ਸਬਰ ਨਹੀਂ, ਮੇਰੀ ਤ੍ਰਿਪਤੀ ਨਹੀਂ ਹੁੰਦੀ।
ਮੈਨੂੰ ਕਿੰਨੇ ਕੰਨ ਚਾਹੀਦੇ ਨੇ? ਕਰੋੜਾਂ ਕੰਨ। ਕੋਟ ਕਰਨ, ਤੇ ਜੋ ਕੋਟ ਸ਼ਬਦ ਹੈ ਇਹ ਹੈ ਬਹੁ ਗਿਣਤੀ। ਇਹਦਾ ਅਰਥ ਹੈ 99 ਕਰੋੜ, 99 ਲੱਖ, 99,999। ਇੰਨੇ ਤਾਂ ਸਾਡੇ ਸਰੀਰ ਦੇ ਰੋਮ ਵੀ ਹੈ ਨਹੀਂ। ਸਾਡੇ ਸਰੀਰ ਉੱਤੇ ਜਿਹੜੇ ਰੋਮ ਨੇ ਅੰਦਰ ਤੇ ਬਾਹਰ, ਉਹ ਨੇ 3.5 ਕਰੋੜ। ਪਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਕੋਟ ਕਰਨ, ਮੈਨੂੰ ਕਰੋੜਾਂ ਕੰਨ ਦੇ। ਤੇ ਜੇ ਕਹਿ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਵਾਕਈ ਉਹ ਪਰਮੇਸ਼ਵਰ ਸਾਨੂੰ ਦੇ ਸਕਦਾ। ਗੁਰਬਾਣੀ ਦੇ ਵਿੱਚ ਇੱਕ ਅੱਖਰ ਵੀ ਕੋਈ ਖਿਆਲੀ ਪਲਾਓ ਜਾਂ ਫਿਰ ਕੋਈ ਐਗਜ਼ਾਮਪਲ, ਜਾਂ ਫਿਰ ਅਸੀਂ ਇਹ ਕਹੀਏ ਕਿ ਜਿਵੇਂ ਕਾਵ ਰਚਨਾ ਹੁੰਦੀ ਆ ਉਸ ਤਰ੍ਹਾਂ ਅਸੀਂ ਸੋਚੀਏ, ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ। ਇੱਕ ਇੱਕ ਹਰੂਫ ਸੱਚ ਆ, ਦਰਗਾਹ ਤੋਂ ਆਇਆ ਹੈ, ਸੱਚਖੰਡ ਤੋਂ ਆਇਆ, ਧੁਰੋਂ ਆਇਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕੋਟ ਕਰਨ, ਮੈਨੂੰ ਕਰੋੜਾਂ ਕੰਨ ਦੇ। ਕੋਟ ਕਰਨ ਦੀਜਹਿ ਪ੍ਰਭ ਪ੍ਰੀਤਮ, ਹੇ ਮੇਰੇ ਪ੍ਰੀਤਮ ਜੀ, ਹੇ ਪ੍ਰਭੂ ਜੀ, ਮੈਨੂੰ ਕਰੋੜਾਂ ਕੰਨ ਦੇ। ਤੇ ਉਹਨਾਂ ਕੰਨਾਂ ਦੇ ਨਾਲ ਸੁਣਨਾ ਕੀ ਆ? ਗਾਣੇ ਸੁਣਨੇ ਆ, ਲੱਚਰ ਗੀਤ ਸੁਣਨੇ ਆ, ਕਿ ਨਿੰਦਿਆ ਚੁਗਲੀ ਸੁਣਨੀ ਆ? ਇਹਨਾਂ ਕੰਨਾਂ ਦੇ ਨਾਲ ਕੋਈ ਬਿਜ਼ਨਸ ਦੀਆਂ ਬਾਤਾਂ ਸੁਣਨੀਆਂ? ਕਹਿੰਦੇ ਨਹੀਂ। ਹੁਣ ਮੇਰੇ ਕੰਨ ਬਾਹਰ ਮੁਖੀ ਨਹੀਂ ਖੁੱਲ੍ਹਦੇ। ਆਪ ਸਭ ਸੰਗਤਾਂ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਭਿੱਜ ਕੇ ਮਹਾਰਾਜ ਜੀ ਦੀ ਬੰਦਗੀ ਵਿੱਚ ਜੁੜਦੇ ਹੋ। ਇੱਕ ਕੰਨ ਖੋਲ੍ਹਦੇ ਨੇ ਬਾਹਰ ਵਾਲੇ ਪਾਸੇ, ਇੱਕ ਕੰਨ ਖੋਲ੍ਹਦੇ ਨੇ ਅੰਦਰ ਵਾਲੇ ਪਾਸੇ। ਜਦੋਂ ਅਸੀਂ ਵਾਸ਼ਨਾਗ੍ਰਸਤ ਹੁੰਦੇ ਹਾਂ, ਸਾਡੇ ਕੰਨ ਬਾਹਰ ਵਾਲੇ ਪਾਸੇ ਖੁੱਲ੍ਹਦੇ ਨੇ, ਤੇ ਜਿਸ ਵੇਲੇ ਗੁਰੂ ਦੀ ਬਖਸ਼ਿਸ਼ ਵਰਤਦੀ ਹੈ ਫਿਰ ਕੰਨ ਅੰਤਰਮੁਖੀ ਹੋ ਜਾਂਦੇ ਨੇ। ਫਿਰ ਜੋ ਬਾਹਰ ਦੀਆਂ ਫਾਲਤੂ ਦੀਆਂ ਬਾਤਾਂ ਨੇ ਸਾਡੇ ਕੰਨਾਂ ਵਿੱਚ ਪੈਂਦੀਆਂ ਨੇ, ਸਿਰਫ ਬੁੱਧੀ ਤੱਕ ਜਾਂਦੀਆਂ ਨੇ, ਸਾਡੇ ਮਨ ਦਾ ਹਿੱਸਾ ਨਹੀਂ ਬਣਦੀਆਂ। ਉਹ ਫਿਲਟਰ ਹੋ ਕੇ ਪਿੱਛੇ ਰਹਿ ਜਾਂਦੀਆਂ ਨੇ। ਕਹਿਣ ਦਾ ਅਰਥ ਉਹਦਾ ਅਸਰ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ, ਸਿਰਫ ਗੁਰੂ ਦੇ ਸ਼ਬਦ ਦਾ ਅਸਰ ਹੁੰਦਾ ਹੈ। ਦਾਸ ਬਹੁਤਾ ਵਿਸਥਾਰ ਵਿੱਚ ਨਾ ਜਾਵੇ, ਕਿਉਂਕਿ ਇੱਕ ਇੱਕ ਪੰਕਤੀ ਕਈ ਸਾਲਾਂ ਦੇ ਗਿਆਨ ਨੂੰ ਆਪਣੇ ਅੰਦਰ ਸਮੇਟ ਕੇ ਬੈਠੀ। ਕਈ ਸਾਲ ਤੱਕ, 100 ਸਾਲ ਤੱਕ ਇੱਕ ਪੰਕਤੀ ਦੀ ਵਿਆਖਿਆ ਗੁਰੂ ਦੀ ਬਖਸ਼ਿਸ਼ ਨਾਲ ਹੋ ਸਕਦੀ, ਇੱਕ ਇੱਕ ਪੰਕਤੀ ਦੀ। ਮਹਾਰਾਜ ਬਖਸ਼ਿਸ਼ ਕਰਦੇ ਨੇ, ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਹੈ ਅਬਿਨਾਸੀ ਰਾਮ। ਇਹ ਦਾਤਾ ਜੀ, ਮੈਂ ਤੇਰੇ ਗੁਣ ਸੁਣਨੇ ਨੇ। ਇਹ ਸੰਸਾਰ ਦੀਆਂ ਗੱਲਾਂ ਤੇ ਬਹੁਤ ਸੁਣ ਲਈਆਂ, ਅਜੇ ਤੱਕ ਤੇ ਅੰਦਰ ਤ੍ਰਿਪਤੀ ਨਹੀਂ ਹੋਈ। ਤ੍ਰਿਪਤੀ ਹੋਣੀ ਆ ਸਿਰਫ ਪਰਮੇਸ਼ਵਰ ਦੇ ਨਾਮ ਨਾਲ। ਤੇ ਇਕਾਗਰਤਾ ਜਿੰਨੀ ਛੇਤੀ ਗੁਰੂ ਦੇ ਸ਼ਬਦ ਦੇ ਵਿੱਚੋਂ ਪ੍ਰਗਟ ਹੁੰਦੀ ਹੈ, ਇੰਨੀ ਛੇਤੀ ਕਿਸੇ ਵੀ ਚੀਜ਼ ਵਿੱਚੋਂ ਪ੍ਰਗਟ ਨਹੀਂ ਹੋ ਸਕਦੀ। ਸਵਾਲ ਹੀ ਨਹੀਂ ਪੈਦਾ ਹੁੰਦਾ। ਆਪ ਜੀ ਗੁਰਮੰਤਰ ਸਿਰਫ ਹਫਤਾ ਕਰੋ, ਹਫਤਾ ਗੁਰਮੰਤਰ ਕਰੋ, ਗੁਰੂ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਤੇ ਆਪ ਜੀ ਦੇਖੋਗੇ ਕਿ ਇਕਾਗਰਤਾ ਇਤਨੀ ਜਲਦੀ ਵੱਧ ਗਈ। ਇਹ ਕਿਵੇਂ ਹੋ ਗਿਆ? ਡਿਪਰੈਸ਼ਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਡਿਪਰੈਸ਼ਨ ਕਿਵੇਂ ਹੋ ਜਾਏਗਾ? ਬਿਮਾਰੀਆਂ ਆ ਹੀ ਨਹੀਂ ਸਕਦੀਆਂ ਨੇੜੇ। ਮਹਾਰਾਜ ਜੀ ਕਹਿੰਦੇ ਨੇ, ਤੈਨੂੰ ਸੁਣਨਾ ਨਹੀਂ ਆਉਂਦਾ। ਜੇ ਸੁਣਨਾ ਆਉਂਦਾ ਹੁੰਦਾ ਤੇ ਫਿਰ ਪਤਾ ਕੀ ਹੋਣਾ ਸੀ? ਸੁਣਿਆ ਸਤ ਸੰਤੋਖ ਗਿਆਨ। ਜਿਸ ਵੇਲੇ ਤੂੰ ਪਰਮੇਸ਼ਵਰ ਦੇ ਨਾਮ ਦੇ ਵਿੱਚ ਕਿਤੇ ਜੁੜ ਜਾਵੇਂ, ਕਿਤੇ ਸੁਣ ਲਵੇਂ, ਤੇ ਫਿਰ ਤੇਰੇ ਅੰਦਰ ਪਰਮੇਸ਼ਵਰ ਨੇ ਦਾਨੀ ਬਿਰਤੀ ਪੈਦਾ ਕਰ ਦੇਣੀ ਸੀ। ਭਾਵੇਂ ਤੇਰੇ ਹੱਥ ਵਿੱਚ ਪੈਸਾ ਨਹੀਂ, ਭਾਵੇਂ ਤੇਰੇ ਹੱਥ ਵਿੱਚ ਕੁਝ ਵੀ ਨਹੀਂ, ਪਰ ਤੇਰੇ ਅੰਦਰ ਭਾਵਨਾ ਤੇ ਹੋਏਗੀ ਨਾ। ਕਿਹੜੀ ਭਾਵਨਾ? ਤੇਰੇ ਭਾਣੇ ਸਰਬੱਤ ਦਾ ਭਲਾ। ਸੁਣਿਆ ਸਤ ਸੰਤੋਖ ਗਿਆਨ। ਸਿਰਫ ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਹੀ, ਗੁਰੂ ਦੀ ਬਾਣੀ ਸੁਣਨ ਦੇ ਨਾਲ ਹੀ, ਵਾਹਿਗੁਰੂ ਗੁਰਮੰਤਰ ਜਪਣ ਤੇ ਸੁਣਨ ਦੇ ਨਾਲ ਹੀ ਤੇਰੇ ਅੰਦਰ ਦਾਨੀ ਬਿਰਤੀ ਪੈਦਾ ਹੋ ਜਾਏਗੀ। ਤੇਰਾ ਸੁਭਾਅ ਪਲਟ ਜਾਏਗਾ, ਤੇਰੇ ਅੰਦਰ ਸੰਤੋਖ ਦਾ ਮਹਾਂਪ੍ਰਕਾਸ਼ ਪ੍ਰਗਟ ਹੋਏਗਾ, ਤੇ ਫਿਰ ਕਹਿੰਦੇ ਨੇ ਗਿਆਨ ਪ੍ਰਗਟ ਹੋਏਗਾ। ਗੁਰਬਾਣੀ ਵਿੱਚ ਜਿੱਥੇ ਵੀ ਗਿਆਨ ਸ਼ਬਦ ਆਉਂਦਾ ਹੈ, ਪ੍ਰਕਰਨ ਦੇ ਅਨੁਸਾਰ ਜਦੋਂ ਵੀ ਬਾਤ ਆਵੇ, ਗੁਰੂ ਦੇ ਸ਼ਬਦ ਵਿੱਚੋਂ ਗਿਆਨ ਪ੍ਰਗਟ ਹੋਇਆ, ਸਤ ਸੰਗਤ ਵਿੱਚੋਂ ਗਿਆਨ ਪ੍ਰਗਟ ਹੋਇਆ, ਗੁਰੂ ਦੀ ਅਸੀਸ ਨਾਲ ਗਿਆਨ ਪ੍ਰਗਟ ਹੋਇਆ, ਉਹ ਸਿਰਫ ਬ੍ਰਹਮ ਗਿਆਨ ਹੈ। ਇਹ ਸੰਸਾਰ ਦਾ ਗਿਆਨ ਨਹੀਂ ਹੈ। ਸੰਸਾਰ ਦਾ ਗਿਆਨ ਤਾਂ ਅਸੀਂ ਸਾਰੇ ਬੜੇ ਲਈ ਬੈਠੇ ਹਾਂ। ਸਾਡੇ ਕੋਲ ਕੋਈ ਪ੍ਰਾਪਤੀ ਹੋਈ? ਕੋਈ ਪ੍ਰਾਪਤੀ ਨਹੀਂ। ਮਹਾਰਾਜ ਜੀ ਕਹਿੰਦੇ ਨੇ ਅੰਦਰੋਂ ਹੀ ਪ੍ਰਗਟ ਹੋਏਗਾ, ਕਿਉਂਕਿ ਅੰਦਰ ਸਭ ਕੁਝ ਪਿਆ ਹੋਇਆ ਹੈ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸੁਣਿਆ 68 ਕਾ ਇਸਨਾਨ,
ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਤੂੰ ਪਰਮੇਸ਼ਵਰ ਦਾ ਨਾਮ ਜਿਸ ਵੇਲੇ ਅੰਦਰੋਂ ਸੁਣਿਆ, ਫਿਰ ਅੱਗੇ ਅਲਫਾਜ਼ ਹੈ 860, 860 ਭਾਵ ਕਿ 68, ਤੇ ਇਹਦਾ ਜੋ ਉਚਾਰਨ ਹੈ ਠੱਠਾ ਪ੍ਰੋਮੀਨੈਂਟ ਹੋਣਾ ਚਾਹੀਦਾ। ਜੋ ਠੱਠਾ ਹੈ ਇਸ ਨੂੰ ਕਲੀਅਰਲੀ ਅਸੀਂ ਬੋਲੀਏ ਤੇ ਫੇਰ ਹੀ ਜਾ ਕੇ ਸ਼ਬਦ ਕਲੀਅਰ ਹੋਏਗਾ। ਅਸੀਂ ਜੇ ਇਹ ਕਹਾਂਗੇ ਸੁਣਿਆ 68 ਕਾ ਇਸਨਾਨ, ਇਹ ਕਲੀਅਰ ਨਹੀਂ ਹੋਇਆ। ਇਹਦਾ ਅਰਥ ਹੈ 68, ਅਸੀਂ ਪੜਾਂਗੇ ਸੁਣਿਆ 860, 860। ਜਦੋਂ ਪ੍ਰੈਕਟਿਸ ਕਰਨੀ ਉਦੋਂ ਆਪਾਂ ਕਹਿ ਸਕਦੇ ਹਾਂ ਸੁਣਿਆ 860। ਐੜੇ ਉੱਤੇ ਵੀ ਅਧਕ ਪਏਗਾ, ਸੱਸੇ ਉੱਤੇ ਵੀ ਅਧਕ ਪਏਗਾ। 8 ਵੱਖਰਾ ਕਰ ਦਿਓ, 60 ਵੱਖਰਾ ਕਰ ਦਿਓ। ਪਰ ਜਦੋਂ ਆਪਾਂ ਪੜ੍ਹਨਾ ਆ ਫਿਰ ਇਹਨਾਂ ਦੋਵਾਂ ਨੂੰ, ਦੋਵੇਂ ਹਰੂਫਾਂ ਨੂੰ ਅਸੀਂ ਇੱਕ ਕਰ ਦੇਣਾ। ਸੁਣਿਆ 860 ਕਾ ਇਸਨਾਨ। ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਤੇ ਅਸੀਂ ਕਹਾਂਗੇ ਗੁਰਮਤਿ ਵਿੱਚ ਤੇ ਕਈ ਥਾਂ ਦੇ ਉੱਤੇ ਤੀਰਥਾਂ ਨੂੰ ਭੰਨਿਆ ਗਿਆ ਹੈ, ਤੀਰਥਾਂ ਦਾ ਖੰਡਨ ਕੀਤਾ ਗਿਆ ਹੈ, ਪਰ ਇਸ ਸ਼ਬਦ ਵੱਲ ਧਿਆਨ ਨਾਲ ਦੇਖਾਂਗੇ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਲੋਕ ਮੰਨਦੇ ਨੇ ਕਿ ਜੋ 68 ਤੀਰਥਾਂ ਦਾ ਇਸ਼ਨਾਨ ਹੈ ਕੋਈ ਕਰ ਲਵੇ ਉਹਦੇ ਪਾਪ ਖਤਮ ਹੋ ਜਾਂਦੇ ਨੇ। ਇਸ਼ਾਰਾ ਇਹ ਹੈ ਕਿ ਤੇਰੇ ਪਾਪ ਖਤਮ ਹੋ ਜਾਣਗੇ। 68 ਤੀਰਥਾਂ ਦਾ ਇਸ਼ਨਾਨ ਦਾ ਫਲ ਤੈਨੂੰ ਘਰੇ ਮਿਲੇਗਾ ਜਿਸ ਵੇਲੇ ਤੂੰ ਇੱਕ ਵਾਰ ਗੁਰੂ ਦੇ ਸ਼ਬਦ ਨੂੰ ਅੰਦਰੋਂ ਸੁਣ ਲਿਆ। ਬਾਹਰੋਂ ਸੁਣ ਕੇ ਅੰਦਰ ਇਕਾਗਰਤਾ ਬਣ ਗਈ ਉਦੋਂ। ਤੇ ਅੰਮ੍ਰਿਤਮਈ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੈ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਮਹਾਪੁਰਸ਼ ਵੱਡੇ ਨੇ ਕਿ ਜਾਂ ਫਿਰ ਤੀਰਥ ਵੱਡੇ ਨੇ? ਤੀਰਥਾਂ ਨੇ ਮਹਾਪੁਰਸ਼ਾਂ ਨੂੰ ਜਨਮ ਨਹੀਂ ਦਿੱਤਾ, ਮਹਾਪੁਰਸ਼ਾਂ ਨੇ ਤੀਰਥਾਂ ਨੂੰ ਜਨਮ ਦਿੱਤਾ। ਤੇ ਕਬੀਰ ਸਾਹਿਬ ਕਹਿ ਰਹੇ ਨੇ ਕਿ ਜਿੰਨੇ ਵੀ 68 ਤੀਰਥ ਨੇ ਉਹਨਾਂ ਨੂੰ ਪੈਦਾ ਕਰਨ ਵਾਲੇ ਦੇਵੀ ਦੇਵਤੇ ਮਹਾਪੁਰਸ਼ ਹੀ ਹੋਏ ਨੇ। ਇਸ ਕਰਕੇ ਜੇ ਤੁਰਦਾ ਫਿਰਦਾ ਕੋਈ ਤੀਰਥ ਦੇਖਣਾ ਤੇ ਉਹ ਮਹਾਪੁਰਸ਼ ਹੁੰਦੇ ਨੇ। ਇੱਥੋਂ ਤੱਕ ਲਿਖਿਆ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਵਿੱਚ ਕਿ ਜਿਸ ਵੇਲੇ ਤੂੰ ਕਿਸੇ ਮਹਾਪੁਰਸ਼ ਨੂੰ ਦੇਖੇ ਜਿੱਥੇ ਉਹ ਬਹਿ ਜਾਣ ਉੱਥੇ ਹੀ ਤੀਰਥ ਇਸ਼ਨਾਨ ਵਾਲੀ ਖੇਡ ਵਰਤ ਜਾਂਦੀ ਹੈ। ਜੇਕਰ ਮਹਾਪੁਰਸ਼ ਟਿਕ ਜਾਣ ਤਾਂ ਵੀ ਖੇਡ ਵਰਤ ਗਈ, ਜੇ ਮਹਾਪੁਰਸ਼ ਕੁਝ ਕੁ ਪਲ ਵਾਸਤੇ ਟਿਕੇ ਤਾਂ ਵੀ ਖੇਡ ਵਰਤ ਗਈ। ਉਹ ਆਪਣੀ ਸ਼ਕਤੀ ਨੂੰ ਉਸ ਥਾਂ ਦੇ ਵਿੱਚ ਜਜ਼ਬ ਕਰ ਦਿੰਦੇ ਨੇ। ਤੇ ਜਿਸ ਵੇਲੇ ਕੋਈ ਮਹਾਪੁਰਸ਼ ਸਰੀਰ ਨੂੰ ਤਿਆਗ ਦੇਵੇ ਤੇ ਉਹਦੇ ਸਰੀਰ ਦੇ ਤਿਆਗਣ ਤੋਂ ਬਾਅਦ ਵੀ ਉੱਥੇ ਸ਼ਕਤੀ ਉਵੇਂ ਵਰਤਦੀ ਹੈ। ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਅਸੀਂ ਸਥਾਨ ਦੇਖਦੇ ਹਾਂ ਨਾ ਜੀ, ਸ਼ਹੀਦਗੰਜ, ਬਾਬਾ ਦੀਪ ਸਿੰਘ ਦਾ ਇਸ਼ਨਾਨ ਸ਼ਹੀਦਾਂ, ਤੇ ਉੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ। ਤੇ ਵੇਖੋ ਤੇ ਸ਼ਕਤੀ ਉਸੇ ਤਰ੍ਹਾਂ ਹੀ ਵਰਤਦੀ ਹੈ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਸ ਕਰਕੇ ਮਹਾਪੁਰਸ਼ ਵੱਡੇ ਨੇ ਜਿਨ੍ਹਾਂ ਕਰਕੇ 68 ਤੀਰਥਾਂ ਦਾ ਜਨਮ ਹੋਇਆ, ਨਾ ਕਿ ਤੀਰਥ ਵੱਡੇ ਨੇ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਇਸ਼ਨਾਨ ਅੰਦਰੋਂ ਹੀ ਹੋਏਗਾ। ਤੇ ਉਹ ਜੋ ਇਸ਼ਨਾਨ ਹੁੰਦਾ ਹੈ ਉਹ ਬੜਾ ਨੂਰਾਨੀ, ਰੂਹਾਨੀ ਤੇ ਇਲਾਹੀ ਹੁੰਦਾ ਹੈ। ਉਹਦੀ ਵਿਆਖਿਆ ਨਹੀਂ ਹੋ ਸਕਦੀ। ਤੇ ਜੇਕਰ ਬੋਲਿਆ ਜਾਵੇ ਤੇ ਇੰਜ ਲੱਗਦਾ ਹੈ ਕਿ ਝੂਠ ਜਿਹਾ ਬੋਲਿਆ ਗਿਆ। ਉਹ ਸਹੀ ਢੰਗ ਦੇ ਨਾਲ ਐਗਜ਼ਾਮਪਲ ਸੈੱਟ ਨਹੀਂ ਹੋਈ, ਸਹੀ ਢੰਗ ਦੇ ਨਾਲ ਐਕਸਪਲੇਨੇਸ਼ਨ ਨਹੀਂ ਹੋਈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਤੂੰ ਬਸ ਧਿਆਨ ਨਾਲ ਸ਼ਰਵਣ ਕਰ ਗੁਰੂ ਦੇ ਸ਼ਬਦ ਨੂੰ, ਅੰਦਰ ਤੇਰੇ ਮੈਲ ਉਤਰੇਗੀ ਹੀ ਉਤਰੇਗੀ। ਜਿਸ ਤਰ੍ਹਾਂ ਅਸੀਂ ਸੌਖੇ ਢੰਗ ਨਾਲ ਸਮਝ ਲਈਏ, 3 ਤਰ੍ਹਾਂ ਦੇ ਐਨਸਥੀਸੀਆ ਹੁੰਦੇ ਨੇ। ਐਨਸਥੀਸੀਆ ਮਤਲਬ ਸੁੰਨ ਕਰਨ ਵਾਲੇ ਇੰਜੈਕਸ਼ਨ। ਇੱਕ ਹੁੰਦਾ ਲੋਕਲ, ਜਦੋਂ ਸਾਡੇ ਦੰਦ ਦਾ ਕੋਈ ਵਰਕ ਹੋਵੇ ਨਾ, ਦਾੜ ਕੱਢਣੀ ਆ ਤੇ ਇੰਜੈਕਸ਼ਨ ਲਾਇਆ ਜਾਂਦਾ, ਉਹਨੂੰ ਕਹਿੰਦੇ ਨੇ ਲੋਕਲ, ਲੋਕਲ ਐਨਸਥੀਸੀਆ। ਫਿਰ ਦੂਸਰਾ ਹੁੰਦਾ ਆ ਜਨਰਲ, ਜਨਰਲ ਐਸਥੀਸੀਆ। ਫਿਰ ਤੀਸਰਾ ਹੁੰਦਾ ਆ ਸਪਾਈਨਲ ਐਨਸਥੀਸੀਆ, ਰੀੜ੍ਹ ਦੀ ਹੱਡੀ 'ਚ ਲੱਗਦਾ, ਜਿਹੜੇ ਜਿਸ ਵੇਲੇ ਸਿਜ਼ੇਰੀਅਨ ਕਰਨਾ ਹੋਵੇ ਕਿਸੇ ਬੱਚੀ ਦਾ, ਤੇ ਜਿਹੜਾ ਉਹ ਹਾਈ ਲੈਵਲ ਦਾ ਐਨਸਥੀਸੀਆ ਆ। ਇਸੇ ਤਰ੍ਹਾਂ ਹੀ ਜੇਕਰ ਦੰਦਾਂ ਦੇ ਵਿੱਚ ਇੰਜੈਕਸ਼ਨ ਲੱਗਾ, ਉਹਦਾ ਅਸਰ ਥੋੜ੍ਹੇ ਸਮੇਂ ਲਈ ਹੁੰਦਾ ਹੈ। ਉਸ ਤੋਂ ਵੱਧ ਹੁੰਦਾ ਵਾ ਜਨਰਲ ਦਾ, ਤੇ ਸਭ ਤੋਂ ਵੱਧ ਹੁੰਦਾ ਆ ਸਪਾਈਨਲ ਦਾ। ਸਪਾਈਨਲ ਕੋਡ ਦੇ ਵਿੱਚ ਜਿਸ ਵੇਲੇ
ਐਨਸਥੀਸੀਆ, ਉਹ ਇੰਜੈਕਟ ਕਰਦੇ ਆ। ਤੇ ਭਾਵੇਂ ਸਾਡੀ ਸੁਰਤ ਅਜੇ 100% ਇਕਾਗਰ ਨਹੀਂ ਹੋਈ, ਜੇ ਥੋੜ੍ਹੀ ਜਿਹੀ ਵੀ ਹੋਈ ਆ, ਜੇ ਇੰਜੈਕਸ਼ਨ ਸੁੰਨ ਕਰ ਸਕਦਾ ਹੈ ਲੋਕਲ, ਤੇ ਫਿਰ ਦਾੜ ਕੱਢੀ ਜਾ ਸਕਦੀ ਆ। ਇਹ ਤਾਂ ਰੱਬੀ ਬਾਣੀ, ਦਰਗਾਹ ਹੀ ਬਾਣੀ ਆ। ਤੇ ਕੋਈ ਵਾਹਿਗੁਰੂ ਕਵੇ ਤੇ ਅੰਦਰ ਮੈਲ ਨਾ ਧੁੱਪੇ, ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਸਾਡੇ ਗੁਰੂ ਨੇ ਹੁਕਮ ਕੀਤਾ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਤਾਂ ਨਿਰੰਕਾਰ ਹੈ। ਤੁਸੀਂ ਸੁਣ ਲਿਆ, ਅੰਦਰੋਂ ਬਖਸ਼ਿਸ਼ ਵਰਤਣੀ ਸ਼ੁਰੂ ਹੋ ਜਾਣੀ ਹੈ। ਤੇ ਜਿਹੜਾ 100% ਇਕਾਗਰਤਾ ਦੀ ਗੱਲ ਕਰੀਏ, ਉਹ ਤਾਂ ਫਿਰ ਖੇਡ ਹੋਰ ਬਣ ਜਾਂਦੀ ਹੈ ਨਾ। ਤੇ ਜੇ ਅਸੀਂ ਕਹੀਏ ਸਿੱਧਾ 100% ਹੀ ਮਿਲੇ, ਨਹੀਂ। ਭਾਵੇਂ ਲੱਖਾਂ ਮੀਲ ਦੀ ਸ਼ੁਰੂਆਤ ਕਰਨੀ ਹੋਵੇ, ਪਹਿਲੇ ਕਦਮ ਤੋਂ ਹੀ ਹੁੰਦੀ ਆ, ਪਹਿਲੇ ਕਦਮ ਤੋਂ ਹੀ। ਤੇ ਉਹ ਜੋ ਲੱਖਾਂ ਮੀਲ ਸਰ ਹੋ ਜਾਂਦੇ ਨੇ, ਉਹ ਵੀ ਪਹਿਲਾ ਕਦਮ ਹੀ ਹੁੰਦਾ। ਅਸੀਂ ਇੱਕ ਸਟੈਪ ਪੁੱਟਦੇ ਹਾਂ ਤੇ ਅਗਲਾ ਸਟੈਪ ਨੂੰ ਅਸੀਂ ਅਗਲਾ ਸਟੈਪ ਕਹਿੰਦੇ ਹਾਂ, ਪਰ ਗੁਰਮਤ ਕਹਿੰਦੀ ਨਹੀਂ, ਉਹ ਪਹਿਲਾ ਸਟੈਪ ਹੀ ਆ। ਤੇਰੇ ਕੋਲ ਸਟੈਪ ਪਹਿਲਾ ਹੀ ਆ, ਤੇਰੇ ਕੋਲ ਸਵਾਸ ਇੱਕ ਹੀ ਆ। ਗੁਰਬਾਣੀ 'ਚ ਕਿਤੇ ਤੁਸੀਂ ਇਹ ਨਹੀਂ ਦੇਖੋਗੇ ਕਿ 24,000 ਮਹਾਰਾਜ ਜੀ ਨੇ ਕਿਹਾ ਕਿ ਤੈਨੂੰ 24,000 ਸਵਾਸ ਦਿੱਤੇ, ਜਾਂ ਫਿਰ ਤੈਨੂੰ 20 ਟ੍ਰਿਲੀਅਨ ਸਵਾਸ ਦਿੱਤੇ, ਜਾਂ ਫਿਰ ਤੈਨੂੰ ਇਹ ਦਿੱਤਾ। ਮਹਾਰਾਜ ਕਹਿੰਦੇ ਨੇ ਇੱਕ ਹੀ ਸਵਾਸ ਆ। ਜੇ ਤੇਰੇ ਕੋਲ ਸਵਾਸ ਇੱਕ ਹੈ, ਕਦਮ ਵੀ ਇੱਕ ਹੀ ਆ। ਮਹਾਰਾਜ ਜੀ ਬਚਨ ਕਰਦੇ ਨੇ, ਜਿਸ ਵੇਲੇ ਤੂੰ ਸੁਣ ਲਿਆ ਪਰਮੇਸ਼ਵਰ ਦਾ ਨਾਮ, ਤੇ ਫਿਰ 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲ ਜਾਏਗਾ। ਭਾਵ ਕਿ ਤੇਰੇ ਅੰਦਰ ਜਿੰਨੀ ਵੀ ਮੈਲ ਆ, ਸਾਰੀ ਦੀ ਸਾਰੀ ਖਤਮ ਹੋ ਜਾਏਗੀ। ਸੁਣਿਆ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਬੰਦੇ ਬਹੁਤ ਜ਼ਿਆਦਾ ਪੜ੍ਹ ਜਾਂਦੇ ਨੇ, PhD ਕਰ ਜਾਂਦੇ ਨੇ, ਤੇ ਉਹਨਾਂ ਨੂੰ ਸੰਸਾਰ ਵਿੱਚ ਮਾਣ ਮਿਲਦਾ ਹੈ, ਜਿਹੜੇ ਬੜੇ ਸਿਆਣੇ ਹੁੰਦੇ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਬੰਦਾ ਸਾਰੇ ਸੰਸਾਰ ਦੀ ਪੜ੍ਹਾਈ ਕਰ ਲਵੇ ਤੇ ਜਿੰਨਾ ਮਾਣ ਉਹਨੂੰ ਸਾਰੀ ਸ੍ਰਿਸ਼ਟੀ ਵਿੱਚ ਮਿਲਦਾ ਆ, ਮਹਾਰਾਜ ਜੀ ਕਹਿੰਦੇ ਨੇ ਤੈਨੂੰ ਪੜ੍ਹਨ ਦੀ ਲੋੜ ਨਹੀਂ, ਤੂੰ ਆਪਣੇ ਹਿਰਦੇ ਨੂੰ ਪੜ੍ਹ, ਤੂੰ ਆਪਣੇ ਮਨ ਨੂੰ ਪੜ੍ਹ। ਗੁਰੂ ਤੈਨੂੰ ਦੱਸੇਗਾ ਕਿ ਤੂੰ ਆਪਣੇ ਹਿਰਦੇ ਨੂੰ ਕਿਵੇਂ ਪੜ੍ਹਨਾ, ਮਨ ਨੂੰ ਕਿਵੇਂ ਪੜ੍ਹਨਾ। ਤੇ ਫਿਰ ਬਾਅਦ ਵਿੱਚ ਜਦੋਂ ਤੂੰ ਗੁਰੂ ਦੇ ਸ਼ਬਦ ਨੂੰ ਸੁਣ ਲਿਆ, ਤੈਨੂੰ ਓਨਾ ਹੀ ਸਤਿਕਾਰ ਮਿਲੇਗਾ, ਓਨੀ ਹੀ ਰਿਸਪੈਕਟ ਮਿਲੇਗੀ, ਉਸ ਤੋਂ ਵੱਧ ਕੇ ਮਿਲੇਗੀ ਜਿੰਨੀ ਇੱਕ ਪੜ੍ਹੇ ਲਿਖੇ ਬੰਦੇ ਨੂੰ ਮਿਲਦੀ ਹੈ, ਜਿਹਨੇ ਸਾਰੀ ਸੰਸਾਰ ਦੀਆਂ ਪੜ੍ਹਾਈਆਂ ਕਰ ਲਈਆਂ। ਅਜੇ ਤੱਕ ਕੋਈ ਐਸਾ ਹੋਇਆ ਨਹੀਂ ਕਿ ਜਿਹੜਾ ਕਹੇ ਕਿ ਮੈਂ ਵਕੀਲ ਦੀ ਪੜ੍ਹਾਈ ਵੀ, ਮੈਂ ਲਾਇਰ ਦੀ ਪੜ੍ਹਾਈ ਵੀ ਕਰ ਲਈ ਆ, ਮੈਂ ਡਾਕਟਰੀ ਦੀ ਪੜ੍ਹਾਈ ਵੀ ਕਰ ਲਈ ਆ, ਮੈਂ ਇਹਦੀ ਪੜ੍ਹਾਈ ਵੀ ਕਰ ਲਈ, ਉਹਦੀ ਪੜ੍ਹਾਈ ਵੀ ਕਰ। ਅਜੇ ਤੱਕ ਕੋਈ ਐਸਾ ਬੰਦਾ ਹੋਇਆ ਨਹੀਂ। ਪਰ ਮਹਾਰਾਜ ਜੀ ਕਹਿੰਦੇ ਨੇ, ਜੇ ਕੋਈ ਕਰ ਲਵੇ ਤੇ ਲੋਕੀ ਕਿੰਨੀ ਰਿਸਪੈਕਟ ਦਿੰਦੇ ਆ, ਕਿੰਨਾ ਸਤਿਕਾਰ ਦਿੰਦੇ ਆ ਕਿ ਇਹ ਬੰਦਾ ਬਹੁਤ ਸਿਆਣਾ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਭਾਈ ਤੈਨੂੰ ਇਹ ਰਿਸਪੈਕਟ ਐਵੇਂ ਹੀ ਮਿਲ ਜਾਏਗੀ, ਬਸ ਤੂੰ ਇੱਕ ਵਾਰ ਪਰਮੇਸ਼ਵਰ ਦੇ ਨਾਮ ਨੂੰ ਅੰਦਰੋਂ ਸ਼ਰਵਣ ਕਰ। ਸੁਣਿਆ ਲਾਗੈ ਸਹਿਜ ਧਿਆਨ। ਮਹਾਰਾਜ ਜੀ ਕਹਿੰਦੇ ਨੇ, ਐਵੇਂ ਭੰਬਲ ਭੂਸਿਆਂ ਵਿੱਚ ਨਾ ਫਸਿਆ ਫਿਰੀ, ਧਿਆਨ ਆਪਣੀਆਂ ਅੱਖਾਂ ਦੇ ਵਿੱਚ ਟਿਕਾਓ। ਤਰ੍ਹਾਂ ਤਰ੍ਹਾਂ ਦੇ ਧਿਆਨ ਕਰਨ ਵਾਸਤੇ ਵਿਧੀਆਂ ਅਖਤਿਆਰ ਕੀਤੀਆਂ ਗਈਆਂ। ਜੋਗੀ ਕਹਿੰਦੇ ਨੇ ਕਿ ਦੀਵਾ ਜਗਾਓ, ਉਹਦੀ ਜੋ ਲਾਟ ਹੁੰਦੀ ਆ, ਦੀਵੇ ਦੇ ਵਿੱਚੋਂ ਜੋ ਅਗਨੀ ਪ੍ਰਗਟ ਹੁੰਦੀ ਆ, ਉਹਦੀ ਲਾਟ ਦੇ ਸਿਰੇ ਤੇ ਧਿਆਨ ਟਿਕਾਓ। ਨਾਥ ਕਹਿੰਦੇ ਨੇ, ਜੋ ਲਾਟ ਹੈ ਉਹਦੇ ਵਿੱਚ ਇੱਕ ਕਾਲਾ ਜਿਹਾ ਪੁਆਇੰਟ ਹੁੰਦਾ ਆ, ਉਹਦੇ ਵਿੱਚ ਧਿਆਨ ਟਿਕਾਓ। ਕੋਈ ਕਹਿੰਦਾ ਆ ਕਿ ਆਪਣੇ ਨੱਕ ਦੀ ਕਰੂੰਬਲੀ ਤੇ ਧਿਆਨ ਟਿਕਾਓ, ਕੋਈ ਕਹਿੰਦਾ ਆ ਕਿ ਆਪਣੇ ਸਵਾਸਾਂ ਤੇ ਧਿਆਨ ਟਿਕਾਓ। ਤਕਰੀਬਨ 177 ਵਿਧੀਆਂ ਨੇ ਧਿਆਨ ਟਿਕਾਉਣ ਦੀਆਂ। ਵੱਖ-ਵੱਖ ਬੰਦਿਆਂ ਨੇ ਆਪਣੇ ਆਪਣੇ ਹਿਸਾਬ ਨਾਲ ਸਾਰੇ ਸੰਸਾਰ ਵਿੱਚ ਰੱਖਿਆ। ਮਹਾਰਾਜ ਜੀ ਕਹਿੰਦੇ ਨੇ, ਕਿਹੜੇ ਕਿਹੜੇ ਪਾਸੇ ਹੋਵੇਗਾ, ਕਿੱਥੇ ਨੱਕ ਦੀਆਂ ਕਰੂੰਬਲੀਆਂ ਨੂੰ ਦੇਖਦਾ ਫਿਰੇਗਾ, ਕਿੱਥੇ ਤੂੰ ਦੀਵੇ ਜਗਾਉਂਦਾ ਫਿਰੇਗਾ। ਛੱਡ, ਤੂੰ ਬਸ ਗੁਰੂ ਕੇ ਸ਼ਬਦ ਦੇ ਵਿੱਚ ਧਿਆਨ ਜੋੜ, ਇਹ ਸੁਤੇ ਸਿੱਧ ਵਰਤ ਜਾਏਗਾ। ਇਹ ਗੱਲ ਮੰਨਣਯੋਗ ਹੈ ਕਿ ਇਹ ਕੰਮ ਹੋ ਸਕਦਾ ਸੀ ਕਿ ਨਹੀਂ ਹੋ ਸਕਦਾ ਸੀ, ਪਰ ਗੁਰੂ ਨੇ ਕਹਿ ਦਿੱਤਾ। ਇਹਦਾ ਅਰਥ ਇਹ ਹੈ ਕਿ ਗੁਰੂ ਨੇ ਸਾਡੇ ਅੰਦਰ ਸ਼ਕਤੀ ਵਰਤਾ ਦਿੱਤੀ, ਅਸੀਂ ਸੁਣਨਾ ਹੀ ਹੈ। ਸੁਣਿਆ ਤੇ ਖੇਡ ਵਰਤ ਜਾਣੀ। ਜੇ ਗੁਰੂ ਨਾ ਕਹਿੰਦਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾ ਕਹਿੰਦੇ, ਫਿਰ ਅਸੀਂ ਯਕੀਨ ਨਹੀਂ ਸੀ ਕਰ ਸਕਦੇ। ਫਿਰ ਅਸੀਂ ਕਹਿਣਾ ਸੀ 177 ਵਿਧੀਆਂ ਠੀਕ ਆ, ਚੱਕੋ ਦੀਵੇ, ਲਾਓ ਅੱਗ, ਕਰੂੰਬਲੀਆਂ ਵੇਖਦੇ ਫਿਰੋ, ਲਾਟ ਦੀਆਂ ਕਰੂੰਬਲੀਆਂ, ਉਹਦੇ ਵਿੱਚ ਕਾਲਾ ਪੁਆਇੰਟ ਵੇਖਦੇ ਫਿਰੋ। ਕਹਿੰਦੇ ਨੇ, ਜਦ ਤੇਰੇ ਗੁਰੂ ਨੇ ਕਹਿ ਦਿੱਤਾ ਤੇ ਗੁਰੂ ਦੇ ਹੁਕਮ ਦੇ ਅੱਗੇ ਸਾਰੀ ਸ੍ਰਿਸ਼ਟੀ ਦਾ ਖਾਤਮਾ ਆ,
ਗੁਰੂ ਦੇ ਹੁਕਮ ਦੇ ਅੱਗੇ ਤੇਰਾ ਜੀਵਨ ਹੈ ਹੀ ਕੋਈ ਨਹੀਂ, ਤੇਰਾ ਖਿਆਲ ਹੈ ਹੀ ਕੋਈ ਨਹੀਂ। ਗੁਰੂ ਤੱਕ ਹੀ ਤੇਰਾ ਜੀਵਨ ਆ, ਗੁਰੂ ਹੀ ਤੇਰੀ ਮੰਜ਼ਿਲ ਆ। ਮਹਾਰਾਜ ਜੀ ਕਹਿੰਦੇ ਨੇ ਤੇਰਾ ਜੋ ਧਿਆਨ ਹੈ ਸਹਿਜ ਅਵਸਥਾ ਵਿੱਚ ਟਿਕ ਜਾਏਗਾ। ਕਿਉਂ? ਕਿਉਂਕਿ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਕਈਆਂ ਦਾ ਧਿਆਨ ਕਥਾ ਸੁਣ ਸੁਣ ਕੇ ਇਤਨਾ ਕੋਈ ਇਕਾਗਰ ਹੋ ਜਾਂਦਾ ਹੈ ਕਿ ਅੰਦਰ ਖੇਡ ਵਰਤ ਜਾਂਦੀ। ਕਈਆਂ ਦਾ ਕੀਰਤਨ ਸੁਣ ਸੁਣ ਕੇ ਖੇਡ ਵਰਤ ਜਾਂਦੀ। ਕਈਆਂ ਦਾ ਵਾਹਿਗੁਰੂ ਵਾਹਿਗੁਰੂ ਕਰਕੇ ਖੇਡ ਵਰਤ ਜਾਂਦੀ। ਇਹ ਗੁਰੂ ਦੀ ਬਖਸ਼ਿਸ਼ ਆ। ਗੁਰੂ ਨੇ ਕਿਹੜੇ ਵੇਲੇ ਕਿਸ ਢੰਗ ਨਾਲ ਵਰਤਾਉਣੀ ਆ ਇਹ ਗੁਰੂ ਮਹਾਰਾਜ ਜੀ ਜਾਣਦੇ ਨੇ। ਪਰ ਗੁਰੂ ਦੇ ਨਾਲ ਜੁੜੀ ਹੋਈ ਕੋਈ ਵੀ ਐਕਟੀਵਿਟੀ ਜਿਸ ਵੇਲੇ ਅਸੀਂ ਕਰਦੇ ਹਾਂ ਉਹ ਖੇਡ ਵਰਤਦੀ ਹੀ ਵਰਤਦੀ ਆ। ਭਰੋਸਾ ਇੰਨਾ ਹੋਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਨੇ ਸਾਰੀ ਖੇਡ ਧਿਆਨ ਦੀ ਆ। ਜਿਸ ਤਰ੍ਹਾਂ ਕਾਰ ਚੱਲ ਰਹੀ ਆ, ਅੱਖਾਂ ਸਾਡੀਆਂ ਦੇਖ ਰਹੀਆਂ, ਧਿਆਨ ਕਿਤੇ ਹੋਰ ਚਲਾ ਗਿਆ, ਐਕਸੀਡੈਂਟ ਹੋ ਗਿਆ। ਕਈ ਵਾਰੀ ਇੰਝ ਹੁੰਦਾ ਹੈ ਨਾ, ਮੇਰੇ ਨਾਲ ਤੇ ਹੁੰਦਾ ਹੈ ਵੀ ਕਾਰ ਅਸੀਂ ਜਾ ਰਹੇ ਹਾਂ, ਘਰ ਕਿੱਥੇ ਰਹਿ ਗਿਆ? ਉਹ ਘਰ ਦੇ ਪਿੱਛੇ ਰਹਿ ਗਿਆ। ਅੱਖਾਂ ਦੇਖ ਰਹੀਆਂ ਸੀ ਪਰ ਧਿਆਨ ਕਿਤੇ ਹੋਰ ਸੀ। ਇਹਦਾ ਮਤਲਬ ਅੱਖਾਂ ਨਹੀਂ ਦੇਖਦੀਆਂ, ਦੇਖਦਾ ਧਿਆਨ। ਜਿਵੇਂ ਸਾਹਮਣੇ ਬੰਦਾ ਖੜਾ ਹੋਵੇ ਤੇ ਸਾਡਾ ਧਿਆਨ ਕਿਤੇ ਹੋਰ ਗਿਆ ਹੁੰਦਾ ਹੈ ਤੇ ਬੰਦਾ ਆ ਗਿਆ ਤੇ ਉਹ ਫਿਰ ਬੰਦਾ ਕਹਿੰਦਾ ਕਿ ਤੂੰ ਮੈਨੂੰ ਬੁਲਾਇਆ ਹੀ ਨਹੀਂ। ਅਸੀਂ ਕਹੀਦਾ ਉਹ ਮੇਰਾ ਧਿਆਨ ਹੀ ਨਹੀਂ ਸੀ, ਤੁਹਾਨੂੰ ਦੇਖਿਆ ਹੀ ਨਹੀਂ, ਅੱਖਾਂ ਤੇ ਮੇਰੇ ਵੱਲ ਹੀ ਸੀ। ਕਹਿੰਦੇ ਅੱਖਾਂ ਥੋੜ੍ਹਾ ਦੇਖਦੀਆਂ, ਦੇਖਦਾ ਤੇ ਧਿਆਨ ਹੈ ਨਾ। ਹੁਣ ਕੋਈ ਬੰਦਾ ਮਰ ਗਿਆ ਤੇ ਅਸੀਂ ਕਹੀਏ ਬਾਪੂ ਵੇਖ ਸਾਡੇ ਵੱਲ, ਉਹ ਬਾਪੂ ਵੇਖਦਾ, ਬਾਪੂ ਵੇਖਦਾ, ਬਾਪੂ ਤੇ ਚਲਾ ਗਿਆ, ਆਤਮਾ ਤੇ ਚਲੀ ਗਈ। ਹੁਣ ਅੱਖਾਂ ਹੀ ਰਹਿ ਗਈਆਂ ਤੇ ਅੱਖਾਂ ਜਿੱਥੋਂ ਆਈਆਂ ਉੱਥੇ ਹੀ ਨਾਸ਼ ਹੋ ਜਾਣੀਆਂ। ਕਿੱਥੋਂ ਆਈਆਂ? ਅੱਗ ਵਿੱਚੋਂ। ਤੇ ਅੱਗ ਨੇ ਇਹਨਾਂ ਨੂੰ ਸਾੜ ਕੇ ਸਵਾਹ ਕਰ ਦੇਣਾ। ਜਿਹੜੀ ਵਸਤੂ ਜਿੱਥੋਂ ਪੈਦਾ ਹੋਈ ਉਹਨੇ ਉੱਥੇ ਹੀ ਪਹੁੰਚ ਜਾਣਾ। ਕਹਿਣ ਦਾ ਅਰਥ ਇਹ ਹੈ ਸਾਰੀ ਖੇਡ ਧਿਆਨ ਦੀ ਆ। ਇਹ ਗੁਰਮਤਿ ਦਾ ਮਾਰਗ ਧਿਆਨ ਦਾ ਮਾਰਗ ਆ। ਤੁਸੀਂ ਜੋ ਵੀ ਕਰਮ ਕਰਦੇ ਹੋ ਖਿਆਲ ਗੁਰੂ ਦੇ ਸ਼ਬਦ ਵਿੱਚ ਰੱਖੋ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਰੋਮ ਰੋਮ ਆਪਣਾ ਸਵਰੂਪ ਬਣਾ ਲੈਂਦੇ ਨੇ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਨਾਨਕ, ਇੱਥੇ ਰੁਕਣਾ ਹੈ ਥੋੜਾ ਜਿਹਾ। ਭਗਤਾ ਸਦਾ ਵਿਗਾਸ, ਇੱਥੇ ਸਦਾ ਦਾ ਅਰਥ ਪਤਾ ਕੀ ਹੈ ਜੀ? ਜਿਉਂਦੇ ਵੀ ਤੇ ਮਰਨ ਤੋਂ ਬਾਅਦ ਵੀ। ਸਦਾ ਵਿਗਾਸ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸ ਗਿਆ ਉਹਨਾਂ ਦੇ ਅੰਦਰ ਹਮੇਸ਼ਾ ਹੀ ਖੇੜਾ ਬਣਿਆ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, ਬਸ ਗੁਰੂ ਦੇ ਸ਼ਬਦ ਨੂੰ ਸੁਣਦਿਆਂ ਸਾਰ, ਅਕਾਲ ਪੁਰਖ ਦੀ ਸਿਫਤ ਸਲਾਹ ਸੁਣਦਿਆਂ ਸਾਰ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ। ਤੇ ਜੇ ਗੁਰੂ ਮਹਾਰਾਜ ਜੀ ਕਹਿ ਰਹੇ ਨੇ ਨਾ ਤੇ ਡੈਫੀਨੇਟਲੀ ਹੁੰਦਾ ਹੈ। ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਜੀ ਇੰਨੇ ਪਾਠ ਕੀਤੇ ਤੇ ਅਜੇ ਤੱਕ ਤੇ ਗੱਲ ਬਣੀ ਨਹੀਂ। ਗੁਰੂ ਦੇ ਸ਼ਬਦ ਵਿੱਚ ਕੋਈ ਕਮੀ ਨਹੀਂ, ਕਮੀ ਸਾਡੀ ਸ਼ਰਧਾ ਭਾਵਨਾ ਵਿੱਚ ਹੁੰਦੀ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਸੁਣਿਆ ਸਰਾ ਗੁਣਾ ਕੇ ਗਾਹ। ਮਹਾਰਾਜ ਜੀ ਕਿਰਪਾ ਕਰਦੇ ਨੇ। ਜੇ ਕਿਤੇ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣ ਲਵੇ, ਸਿਫਤ ਸਲਾਹ ਸੁਣ ਲਵੇ, ਉਹ ਬੰਦਾ ਜਿਹੜਾ ਨੋਰਮਲ ਪਰਸਨ ਆ ਉਹ ਖਾਸ ਬਣ ਜਾਂਦਾ ਆ, ਵਿਸ਼ੇਸ਼ ਬਣ ਜਾਂਦਾ। ਤੇ ਜਿੰਨੇ ਪਰਮੇਸ਼ਵਰ ਦੇ ਵਿੱਚ ਗੁਣ ਨੇ ਉਹ ਸਾਰੇ ਗੁਣ ਉਹਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਸੁਣਿਆ ਸੇਖ ਪੀਰ ਪਾਤਸ਼ਾਹ। ਇੱਥੇ ਵੀ ਵਿਸ਼ਰਾਮ ਤਿੰਨ ਨੇ। ਸੁਣਿਆ ਸੇਖ ਪੀਰ ਪਾਤਸ਼ਾਹ। ਵੇਖੋ ਪੈਰ 'ਚ ਬਿੰਦੀ ਨਹੀਂ ਹੈ, ਇਹਨੂੰ ਪਾਤਸ਼ਾਹ ਨਹੀਂ ਕਹਿਣਾ। ਜੇ ਬਿੰਦੀ ਹੁੰਦੀ ਤੇ ਫਿਰ ਤਾਂ ਆਪਾਂ ਪਾਤਸ਼ਾਹ ਦੀ ਥਾਂ ਤੇ ਪਾਤਸ਼ਾਹ ਕਹਿ ਸਕਦੇ। ਤੇ ਸੇਖ, ਇਹ ਜੋ ਅਲਫਾਜ਼ ਹੈ ਇਹ ਅਲਫਾਜ਼ ਹੈ ਅਰਬੀ ਦਾ। ਇਹਦਾ ਅਰਥ ਹੁੰਦਾ ਹੈ ਸ਼੍ਰੋਮਣੀ, ਇਹਦਾ ਅਰਥ ਹੁੰਦਾ ਹੈ ਮੁਖੀ, ਇਹਦਾ ਅਰਥ ਹੁੰਦਾ ਹੈ ਸਭ ਤੋਂ ਵੱਡਾ। ਤੂੰ ਪਰਮੇਸ਼ਵਰ ਦਾ ਨਾਮ ਸੁਣ, ਤੂੰ ਸੇਖ ਬਣ ਜਾਵੇਂਗਾ, ਮੁਖੀ ਬਣ ਜਾਏਗਾ। ਪੀਰ, ਦੂਸਰਿਆਂ ਦੀ ਪੀੜ ਹਰਨ ਵਾਲਾ ਬਣ ਜਾਏਗਾ। ਪਾਤਸ਼ਾਹ, ਤੂੰ ਇੱਕ ਐਸੀ ਪਾਤਸ਼ਾਹੀ, ਐਸੀ ਪਦਵੀ ਹਾਸਲ ਕਰੇਗਾ ਜਿਹੜੀ ਕਦੀ ਵੀ ਨਾਸ਼ ਨਹੀਂ ਹੁੰਦੀ। ਸੁਣਿਆ ਅੰਧੇ ਪਾਵਹਿ ਰਾਹੁ। ਤੂੰ ਪਰਮੇਸ਼ਵਰ ਦਾ ਨਾਮ ਸੁਣ, ਤੂੰ ਖੁਦ ਅੰਨਾ ਆ ਤੇ ਜੇ ਕਿਤੇ ਤੂੰ ਪਰਮੇਸ਼ਵਰ ਦਾ ਨਾਮ ਸੁਣਿਆ ਤੇ ਤੇਰੇ ਕੋਲ ਨੇਤਰ ਆ ਜਾਣਗੇ, ਤੂੰ ਦੂਸਰਿਆਂ ਨੂੰ ਵੀ ਨੇਤਰ ਬਖਸ਼ ਸਕਦਾ ਹੈ। ਇੱਥੇ ਅੰਧੇ ਦਾ ਅਰਥ ਪਤਾ ਕੀ ਹੈ ਜੀ? ਇੱਥੇ ਅੰਧੇ ਦਾ ਅਰਥ ਇਹ ਨਹੀਂ ਕਿ ਜਿਹੜੇ ਬੰਦਿਆਂ ਕੋਲ ਅੱਖਾਂ ਨਹੀਂ ਹਨ। ਇਹਦਾ ਅਰਥ ਜਿਹਨੂੰ ਰੱਬ ਨਹੀਂ ਦਿਸਦਾ ਉਹ ਅੰਨਾ ਹੀ ਆ। ਜਿਸ ਪਰਸਨ ਨੂੰ ਰੱਬ ਨਹੀਂ ਦਿਸਦਾ
ਉਹ ਕੌਣ ਹੈ? ਉਹ ਅੰਨਾ ਹੈ। ਹੁਣ ਸਾਨੂੰ ਕੋਈ ਅੰਨਾ ਕਹੇ, ਅਸੀਂ ਤੜਫ ਉੱਠਦੇ ਹਾਂ ਵੀ ਸਾਨੂੰ ਅੰਨਾ ਕਿਵੇਂ ਕਹਿ ਤਾ। ਤੇ ਜਦੋਂ ਮਹਾਰਾਜ ਜੀ ਕਹਿੰਦੇ ਨੇ ਅਸੀਂ ਤੜਫਦੇ ਨਹੀਂ। ਪਤਾ ਕਿਉਂ? ਕਿਉਂਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਮਹਾਰਾਜ ਕਹੀ ਕੀ ਜਾਂਦੇ ਆ। ਸਾਨੂੰ ਤਾਂ ਪਤਾ ਹੀ ਨਹੀਂ ਨਾ। ਜਦੋਂ ਗੱਲ ਹੁੰਦੀ ਹੈ ਨਾ, ਸੁਣਿਆ ਅੰਧੇ ਪਾਵ ਹੈ ਰਾਹੋ, ਤੇ ਗੁਰਪ੍ਰੀਤ ਸਿੰਘ ਦੇ ਸਰੀਰ ਨੇ ਤਾਂ ਕਹਿ ਹੀ ਦੇਣਾ। ਦੇਖੋ ਜੀ, ਪਰਮੇਸ਼ਵਰ ਅੰਨਿਆਂ ਨੂੰ ਰਾਹੇ ਪਾਉਂਦਾ। ਅੰਨੇ ਕੌਣ? ਦੂਜੇ। ਆਪਾਂ ਤੇ ਚੰਗੇ ਭਲੇ ਆ। ਆਪਣੇ ਆਪ ਨੂੰ ਬੰਦਾ ਸਿਕਿਉਰ ਕਰਦਾ, ਆਪਣੇ ਆਪ ਨੂੰ ਬੰਦਾ ਸੇਫ ਕਰਕੇ ਰੱਖਦਾ ਹੈ। ਅੱਛਾ, ਪਰ ਉਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਅੱਛਾ, ਗੁਆਂਢੀ ਤਰ੍ਹਾਂ ਚੜ੍ਹਾਈ ਕਰ ਗਿਆ। ਹਾਂ, ਉਹਨੇ ਤਾਂ ਕਰਨੀ ਸੀ ਚੜ੍ਹਾਈ, ਆਪਾਂ ਥੋੜ੍ਹਾ ਚੜ੍ਹਾਈ ਕਰਨੀ ਆ। ਮੌਤ ਤੇ ਬਣੀ ਦੂਜਿਆਂ ਵਾਸਤੇ, ਆਪਣੇ ਵਾਸਤੇ ਥੋੜ੍ਹਾ ਬਣੀ ਆ। ਅੱਛਾ, ਭਗਤੀ ਕਰਨੀ ਆ, ਉਹ ਫਿਰ ਦੂਜੇ ਕਰ ਲੈਣ ਨਾ, ਫਿਰ ਆਪਣੇ ਵਾਸਤੇ ਥੋੜ੍ਹਾ ਬਣੀ ਆ। ਬੰਦਾ ਹਰ ਚੀਜ਼ ਦੂਜੇ ਦੇ ਬਾਬਤ ਕਰਦਾ ਆ। ਤੇ ਜਦੋਂ ਬੈਨੀਫਿਟ ਦੀ ਗੱਲ ਆਵੇ ਵੀ ਸਾਨੂੰ ਬੈਨੀਫਿਟ ਚਾਹੀਦਾ ਹੈ, ਸਾਨੂੰ ਇਹ ਚਾਹੀਦਾ, ਸਾਨੂੰ ਲਾਹਾ, ਉਦੋਂ ਬੰਦਾ ਆਪਣੀ ਗੱਲ ਕਰਦਾ। ਉਦੋਂ ਫਿਰ ਕਹਿੰਦਾ ਕਿ ਪਰਮਾਤਮਾ ਨੂੰ ਥੋੜ੍ਹਾ ਬਹੁਤਾ ਸਾਡੇ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਬੜੇ ਦੁੱਖ ਦੇਖ ਲਏ, ਹੁਣ ਸੁੱਖ ਹੀ ਦਿਖਾ ਦੇ। ਤੇ ਅਜੇ ਬੰਦੇ ਨੂੰ ਸੁੱਖ ਦਾ ਪਤਾ ਹੀ ਨਹੀਂ ਆ ਵੀ ਸੁੱਖ ਹੁੰਦਾ ਕੀ ਆ। ਐਕਚੁਅਲ ਵਿੱਚ ਬੰਦਾ ਵਿਚਾਰਾ ਐਸਾ ਆ, ਇੱਕ ਡਿਸਆਰਡਰ ਹੁੰਦਾ ਆ। ਤੁਸੀਂ ਸਾਰੇ ਪਤਵੰਤੇ ਸੱਜਣ ਬੈਠੇ ਜੇ, ਉਹਨੂੰ ਕਹਿੰਦੇ ਨੇ ਅਟੈਂਸ਼ਨ ਸੀਕਿੰਗ ਬਿਹੇਵੀਅਰ। ਅਟੈਂਸ਼ਨ ਸੀਕਿੰਗ ਬਿਹੇਵੀਅਰ ਇਹ ਬੱਚਿਆਂ ਦੇ ਵਿੱਚ ਹੁੰਦਾ। ਤੇ ਤਕਰੀਬਨ ਜਦੋਂ ਇਹ ਵੱਡੇ ਕਰਦੇ ਨੇ ਤੇ ਉਹਨੂੰ ਕਹਿੰਦੇ ਨੇ ਡਿਸਆਰਡਰ ਆ, ਬਿਮਾਰੀ ਆ, ਇਹ ਬੰਦਾ ਮੈਂਟਲੀ ਅਪਸੈਟ ਆ। ਤੁਸੀਂ ਜੇ ਕਿਤੇ ਨਾ ਕਿਸੇ ਸਾਈਕੈਟਰਿਸਟ ਨੂੰ ਜਾ ਕੇ ਮਿਲੋ ਤੇ ਉਹਨੂੰ ਪੁੱਛੋ ਨਾ ਵੀ ਇਹ ਜਿਹੜਾ ਬੰਦਾ ਮੈਂਟਲੀ ਡਿਸਟਰਬ ਹੁੰਦਾ ਆ, ਜਿਹਨੂੰ ਤੁਸੀਂ ਪਾਗਲਾਂ ਦੀ ਸ਼੍ਰੇਣੀ 'ਚ ਗਿਣਦੇ ਹੋ, ਉਹਨਾਂ ਦੇ ਡਿਸਆਰਡਰ ਦੱਸੋ। ਤੇ ਸਾਡੇ ਸਾਰੇ ਜਿਹੜੇ ਉੱਥੇ ਡਿਸਆਰਡਰ ਹੋਣਗੇ ਉਹ ਸਾਡੇ ਅੰਦਰ ਸਾਨੂੰ ਮਿਲਣਗੇ। ਅਟੈਂਸ਼ਨ ਸੀਕਿੰਗ ਬਿਹੇਵੀਅਰ, ਇਹਦਾ ਅਰਥ ਇਹ ਆ ਕਿ ਕੋਈ ਐਸਾ ਕਰਮ ਕਰਨਾ ਜਿਹਦੇ ਨਾਲ ਸਾਰੇ ਸਾਡੇ ਵੱਲ ਵੇਖਣ। ਬੱਚਾ ਕੀ ਕਰਦਾ? ਸਿਰ ਮਾਰਦਾ ਕੰਧ 'ਚ, ਪੀੜ ਵੀ ਹੁੰਦੀ ਬੱਚੇ ਨੂੰ। ਤੇ ਜਦੋਂ ਅਸੀਂ ਉਹਦੇ ਵੱਲ ਦੇਖਦੇ ਹਾਂ ਤੇ ਬੱਚਾ ਫਿਰ ਖੁਸ਼ ਹੁੰਦਾ ਵੀ ਸਾਰਿਆਂ ਨੇ ਅਟੈਂਸ਼ਨ ਮੇਰੇ ਵੱਲ ਦਿੱਤੀ। ਤੇ ਤਕਰੀਬਨ ਸਾਡੀ ਸਾਰੀ ਜ਼ਿੰਦਗੀ ਐਸੀ ਹੋਈ ਆ। ਕੱਪੜੇ ਚੰਗੇ ਪਾਉਣੇ ਆ, ਕਿਉਂ? ਸਾਰੇ ਸਾਡੇ ਵੱਲ ਦੇਖਣ। ਹਾਂਜੀ, ਸੱਚ ਇਹੀ ਆ। ਨਹੀਂ ਤੇ ਆਨੰਦ ਕਾਰਜ ਦੇ ਉੱਤੇ ਬੰਦਾ ਚੰਗੇ ਸੂਟ ਕਿਉਂ ਪਾ ਕੇ ਜਾਂਦਾ, ਸਾਫ ਸੁਥਰੇ, ਜੋ ਅਸੀਂ ਘਰ ਦੇ ਵਿੱਚ ਰੁਲੇ ਰਹਿੰਦੇ ਆ। ਜਿਵੇਂ ਅਸੀਂ ਘਰ ਦੇ ਵਿੱਚ ਨੋਰਮਲ ਰਹਿੰਦੇ ਹਾਂ, ਅਸੀਂ ਕਿਸੇ ਦੀ ਮੈਰਿਜ 'ਤੇ ਕਿਉਂ ਨਹੀਂ ਰਹਿੰਦੇ? ਅਟੈਂਸ਼ਨ ਸੀਕਿੰਗ ਬਿਹੇਵੀਅਰ। ਅਸੀਂ ਕਾਰ ਨੂੰ ਧੋਂਦੇ ਕਿਉਂ ਆ? ਕੋਈ ਵੇਖੋ, ਕੋਈ ਕਹੂਗਾ ਵੀ ਲੈ ਇਹਨੂੰ ਤੇ ਅਕਲ ਹੀ ਨਹੀਂ ਹੈਗੀ, ਇਹ ਬੰਦਾ ਕਿਹੋ ਜਿਹਾ। ਅਟੈਂਸ਼ਨ ਸੀਕਿੰਗ ਬਿਹੇਵੀਅਰ। ਤਕਰੀਬਨ ਸਾਡੀ ਸਾਰੀ ਜ਼ਿੰਦਗੀ ਇਸੇ ਹੀ ਡਿਸਆਰਡਰ ਦੇ ਵਿੱਚ ਬਤੀਤ ਹੁੰਦੀ ਹੈ। ਆਪ ਅਸੀਂ ਭਾਵੇਂ ਟੁੱਟੇ ਕੱਪ 'ਚ ਚਾਹ ਪੀ ਲਈਏ, ਤੇ ਜਦੋਂ ਕੋਈ ਆਉਂਦਾ ਆ ਤੇ ਆਖਿਆ ਜਾਂਦਾ ਕਿ ਉਹ ਕੱਪ ਕੱਢੋ ਜਿਹੜਾ ਕਦੀ ਯੂਜ਼ ਹੀ ਨਹੀਂ ਕੀਤਾ। ਆਪ ਅਸੀਂ ਸੁੱਕੀ ਚਾਹ ਪੀ ਲੈਂਦੇ ਹਾਂ ਤੇ ਦੂਜਿਆਂ ਵਾਸਤੇ ਲਿਆਓ ਸਮੋਸੇ, ਲਿਆਓ ਪਨੀਰ ਦੇ ਪਕੌੜੇ, ਲਿਆਓ ਆਹ ਵਾਲੀਆਂ ਚੀਜ਼ਾਂ। ਕਿਉਂ? ਅਗਲੇ ਨੇ ਕਹਿਣਾ ਲੈ ਸੇਵਾ ਹੀ ਨਹੀਂ ਕੀਤੀ। ਮਤਲਬ ਅਸੀਂ ਉਹੋ ਜਿਹੇ ਨਹੀਂ ਆ, ਪਰ ਅਸੀਂ ਡੁਪਲੀਕੇਸੀ ਜੀ ਅਸੀਂ ਅਖਤਿਆਰ ਕਰਦੇ ਹਾਂ ਵੀ ਦੂਜਾ ਸਾਨੂੰ ਚੰਗਾ ਕਹੇ। ਤੇ ਅਜੇ ਤੱਕ ਸੰਸਾਰ 'ਚ ਕਦੀ ਕੋਈ ਐਸਾ ਪੈਦਾ ਨਹੀਂ ਹੋਇਆ ਜਿਹਨੂੰ ਸੰਸਾਰ ਨੇ ਚੰਗਾ ਕਿਹਾ ਹੋਵੇ। ਇੱਥੋਂ ਤੱਕ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਚੰਗਾ ਨਹੀਂ ਕਿਹਾ। ਕੋਈ ਆਖੇ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਭੂਤਨਾ ਕਹੀ ਜਾਂਦਾ, ਕੋਈ ਬੇਤਾਲਾ ਕਹੀ ਜਾਂਦਾ ਕਿ ਇਹਦੀ ਜ਼ਿੰਦਗੀ ਕਿਸੇ ਸੁਰਤਾਲ 'ਚ ਹੀ ਨਹੀਂ ਹੈਗੀ, ਬੜੀ ਬੇਤਾਲੀ। ਤੇ ਕੋਈ ਕਹਿੰਦਾ ਜਿਵੇਂ ਆਮ ਆਦਮੀ ਉਸੇ ਤਰ੍ਹਾਂ ਹੀ ਆ। ਕੋਈ ਕਹਿੰਦਾ ਇਹ ਤਾਂ ਬਹੁਤਾ ਹੀ ਵਿਚਾਰਾ ਜਿਹਾ, ਬਹੁਤਾ ਲਾਚਾਰ ਜਿਹਾ ਆ। ਕਹਿਣ ਦਾ ਅਰਥ ਇਹ ਹੈ ਕਿ ਤੁਸੀਂ ਸੰਸਾਰ ਨੂੰ ਖੁਸ਼ ਕਰਨ ਦੀ ਗੱਲ ਛੱਡੋ, ਤੁਸੀਂ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦੇ। ਤੇ ਜੇ ਗੁਰੂ ਨੂੰ ਖੁਸ਼ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਨੇ ਮਨ ਜੀਤਾ ਜਗ ਜੀਤ। ਫਿਰ ਤੈਨੂੰ ਪਤਾ ਲੱਗੇਗਾ ਤੂੰ ਤੇ ਜੱਗ ਜਿੱਤ ਲਿਆ। ਤੇ ਮਨ ਜਿੱਤਿਆ ਜਾਣਾ ਜਿਸ ਵੇਲੇ ਗੁਰੂ ਖੁਸ਼ ਹੋ ਗਿਆ। ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਆਪਾਂ ਫਿਰ ਵਿਸਥਾਰ 'ਚ ਚਲੇ ਜਾਂਦੇ ਹਾਂ। ਮਹਾਰਾਜ ਜੀ ਵਿਸਥਾਰ 'ਚ ਭੇਜ ਦਿੰਦੇ ਆ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਪਏ ਆ। ਕਿਤੇ ਤੂੰ ਅੰਨਾ ਤਾਂ ਨਹੀਂ ਵੇਖੀ? ਹਾਂ, ਮਾੜਾ ਜਿਹਾ ਦਿਸਦਾ ਤੈਨੂੰ ਰੱਬ, ਦਿਸਦਾ ਤੈਨੂੰ ਗੁਰੂ,
ਦਿਸਦਾ ਤੈਨੂੰ ਪ੍ਰਕਾਸ਼? ਅੱਖਾਂ ਬੰਦ ਕਰੀ ਮਾੜੀਆਂ ਜੀਆਂ। ਜੇ ਨਹੀਂ ਨਾ ਦਿਸਦਾ ਤੈਨੂੰ ਅੰਦਰੋਂ ਪ੍ਰਕਾਸ਼, ਤੂੰ ਅੰਨਾ ਆ ਸੱਜਣਾ, ਤੂੰ ਅੰਨਾ ਆ। ਕਹੋ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਤੇ ਗੁਰੂ ਕਿਵੇਂ ਮਿਲਦਾ ਹੈ ਜੀ? ਗੁਰੂ ਉਦੋਂ ਮਿਲਦਾ ਹੈ ਜਿਸ ਵੇਲੇ ਗੁਰੂ ਦਾ ਸ਼ਬਦ ਸਾਡੀ ਸਰੋਤ ਵਿੱਚ ਪ੍ਰਪੱਕ ਹੋ ਜੇ, ਗੁਰਮੰਤਰ ਪ੍ਰਪੱਕ ਹੋ ਜੇ, ਸ਼੍ਰੀ ਜਪਜੀ ਸਾਹਿਬ ਪ੍ਰਪੱਕ ਹੋ ਜਾਏ। ਮਹਾਰਾਜ ਜੀ ਕਹਿੰਦੇ ਨੇ ਅੰਧੇ ਇਹ ਨਾ ਆਖੀਆਂ, ਜਿਨ ਮੁਖ ਲੋਏ ਨ ਨਾਹੇ, ਅੰਧੇ ਸਈ ਨਾਨਕਾ ਖਸਮੋ ਕੁੱਥ ਹੋ ਜਾਏ। ਇਸ ਕਰਕੇ ਅਸੀਂ ਕੌਣ ਆ ਜੀ? ਅਸੀਂ ਅੰਨੇ ਆ। ਤੇ ਗੁਰੂ ਕੋਲ ਕੀ ਕਰਨ ਆਉਣਾ ਹੈ? ਇਹੀ ਕਿ ਸੱਚੇ ਪਾਤਸ਼ਾਹ ਅੰਨੇ ਆ ਜੀ, ਦਾਤਿਆ ਸਾਨੂੰ ਨੇਤਰ ਬਖਸ਼ ਦੇ। ਅਸੀਂ ਮੰਗਦੇ ਹਾਂ ਦਰਸ਼ਨ। ਜੇ ਨੇਤਰ ਹੀ ਨਹੀਂ ਹੈਗੇ, ਦਰਸ਼ਨ ਕਿੱਥੋਂ ਕਰੋਗੇ? ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪੀਰੀ। ਮਹਾਰਾਜ ਜੀ ਸਾਨੂੰ ਅੱਖਾਂ ਦੇ ਦਿਓ। ਸਾਡਾ ਤਾਂ ਖਿਆਲ ਹੀ ਨਹੀਂ ਹੈਗਾ। ਪਹਿਲੇ ਨੰਬਰ ਤੇ ਸਾਡਾ ਇਹ ਖਿਆਲ ਨਹੀਂ ਕਿ ਰੱਬ ਦੇ ਦਰਸ਼ਨ ਕਰਨੇ ਆ। ਦੂਸਰਾ, ਸਾਡਾ ਖਿਆਲ ਹੀ ਨਹੀਂ ਹੈ ਕਿ ਅਸੀਂ ਗੁਰੂ ਮਹਾਰਾਜ ਜੀ ਦਾ ਪਰਮ ਪ੍ਰਕਾਸ਼ ਸਵਰੂਪ ਦੇਖਣਾ ਆ, ਵਿਰਾਟ ਸਵਰੂਪ ਦੇਖਣਾ। ਸਾਡੇ ਅੰਦਰ ਖਿਆਲ ਹੀ ਨਹੀਂ ਹੈ ਕਿ ਅਸੀਂ ਦਰਸ਼ਨ ਵੀ ਕਰਨੇ ਆ। ਖਿਆਲ ਹੀ ਨਹੀਂ ਹੈ ਕਿ ਅੱਖਾਂ ਵੀ ਚਾਹੀਦੀਆਂ। ਖਿਆਲ ਹੀ ਨਹੀਂ ਹੈ ਕਿ ਅਸੀਂ ਹਨੇਰੇ 'ਚ ਬੈਠੇ ਹੋਏ ਆ। ਮਹਾਰਾਜ ਜੀ ਕਹਿੰਦੇ ਨੇ ਤੂੰ ਹਨੇਰੇ 'ਚ ਘੁੱਪ ਹਨੇਰੇ 'ਚ ਬੈਠਾ ਆ। ਤੇ ਜਿੰਨਾ ਚਿਰ ਇਹੀ ਨਹੀਂ ਪਤਾ ਕਿ ਬਿਮਾਰੀ ਹੈ, ਬੰਦਾ ਇਲਾਜ ਕਿਵੇਂ ਕਰੂ? ਹਾਂਜੀ, ਇਲਾਜ ਕਿਵੇਂ ਕਰੂ? ਸਭ ਤੋਂ ਪਹਿਲਾਂ ਆਪਣੀ ਬਿਮਾਰੀ ਦਾ ਪਤਾ ਲੱਗਦਾ ਹੈ ਕਿ ਮੈਂ ਤੇ ਬਿਮਾਰ ਹਾਂ। ਤੇ ਡਾਕਟਰ ਅੱਗੇ ਜਾ ਕੇ ਉਹ ਸਾਨੂੰ ਜ਼ਖਮ ਦਿਖਾਉਣਾ ਪੈਂਦਾ। ਆਹ ਦੇਖਿਓ ਮਾੜਾ ਜਿਹਾ, ਮੇਰੇ ਆ ਫੱਟ ਵੱਜ ਗਿਆ ਸੀ, ਠੀਕ ਕਰ ਦਿਓ। ਫੇਰ ਹੀ ਡਾਕਟਰ ਆਪਰੇਟ ਕਰੇਗਾ ਨਾ, ਫੇਰ ਹੀ ਜਾ ਕੇ ਟ੍ਰੀਟਮੈਂਟ ਕਰੇਗਾ। ਅਸੀਂ ਮੰਨੀ ਬੈਠੇ ਹਾਂ ਕਿ ਅਸੀਂ ਠੀਕ ਹਾਂ। ਅਸੀਂ ਤਾਂ ਕੋਈ ਮਾੜਾ ਕੰਮ ਕੀਤਾ ਨਹੀਂ। ਜੇ ਨਾ ਕੀਤਾ ਹੁੰਦਾ ਬ੍ਰਹਮ ਗਿਆਨੀ ਨਾ ਹੁੰਦੇ। ਤੇਰਾ ਗਿਆਨ ਦੱਸਦਾ ਆ ਤੂੰ ਬਹੁਤ ਮਾੜੇ ਕਰਮ ਕੀਤੇ ਆ। ਐਵੇਂ ਭਰਮ ਭੁਲੇਖੇ 'ਚ ਪਿਆ ਆ ਕਿ ਮੈਂ ਤੇ ਨਿਤਨੇਮ ਵੀ ਕਰ ਲੈਂਦਾ ਆ, ਮੈਂ ਤੇ ਵਾਹਿਗੁਰੂ ਵਾਹਿਗੁਰੂ ਵੀ ਕਰ ਲੈਂਦਾ ਆ, ਮੈਂ ਤੇ ਦਾਨ ਪੁੰਨ ਵੀ ਕਰ ਲੈਂਦਾ ਆ, ਮੈਂ ਚੰਗਾ ਆ, ਮੈਂ ਮੀਟ ਸ਼ਰਾਬ ਵੀ ਨਹੀਂ ਖਾਂਦਾ ਪੀਂਦਾ, ਮੈਂ ਕਿਸੇ ਨੂੰ ਗਾਲਾਂ ਵੀ ਨਹੀਂ ਕੱਢਦਾ। ਬਹੁਤ ਅੱਛੀ ਬਾਤ ਆ, ਗੰਦ ਮੰਦ ਨਹੀਂ ਖਾਣਾ ਚਾਹੀਦਾ, ਨਹੀਂ ਕਿਸੇ ਦੇ ਪ੍ਰਤੀ ਮਾੜਾ ਬੋਲਣਾ ਚਾਹੀਦਾ। ਪਰ ਜੇ ਬ੍ਰਹਮ ਗਿਆਨ ਨਹੀਂ ਹੋਇਆ, ਤੂੰ ਆਪਣੇ ਆਪ ਨੂੰ ਸਰਟੀਫਿਕੇਟ ਨਹੀਂ ਦੇ ਸਕਦਾ, ਲਾਇਸੈਂਸ ਨਹੀਂ ਦੇ ਸਕਦਾ ਕਿ ਮੈਂ ਚੰਗਾ ਆ। ਗੁਰੂ ਕਹਿੰਦਾ ਹੈ ਚੰਗਾ ਉਹ ਜਿਹੜਾ ਚੰਗੇ 'ਚ ਲੀਨ ਹੋ ਗਿਆ, ਪਰਮੇਸ਼ਵਰ ਵਿੱਚ ਲੀਨ ਹੋ ਗਿਆ। ਪਰ ਅਸੀਂ ਬਹੁਤ ਸਿਆਣੇ ਆ। ਅਸੀਂ ਆਪ ਹੀ ਜੱਜ ਆ, ਆਪ ਹੀ ਅਸੀਂ ਵਕੀਲ ਆ, ਅਸੀਂ ਆਪ ਹੀ ਮੁਜਰਮ ਆ, ਅਸੀਂ ਆਪ ਹੀ ਸਾਰਾ ਕੁਛ ਆ। ਜੇ ਕੋਈ ਬੰਦਾ ਦੂਜਾ ਮਾੜਾ ਕੰਮ ਕਰੇ, ਅਸੀਂ ਕਹਿੰਦੇ ਆ ਮਾਰੋ ਮੇਰੇ ਵੱਲੋਂ ਵੀ ਇੱਕ ਚਪੇੜ। ਜਿਹਨੇ ਕਦੀ ਮੱਛਰ ਨਹੀਂ ਮਾਰਿਆ ਹੁੰਦਾ, ਉਹ ਵੀ ਜਿਹੜਾ ਛੋਟਾ ਮੋਟਾ ਚੋਰ ਉਹਦੇ ਚਪੇੜ ਕੱਢ ਮਾਰਦਾ। ਇੱਥੇ ਇੱਕ ਢੱਕਣ ਚੁੱਕਿਆ ਸੀ ਕਿਸੇ ਨੇ ਗਟਰ ਦਾ, ਉਹ ਵਿਚਾਰਾ ਕਾਬੂ ਆ ਗਿਆ। ਜਿਹੜਾ ਆਇਆ ਕਹਿਣ ਲੱਗੇ ਕੀ ਹੋਇਆ? ਕਹਿੰਦੇ ਚੋਰ ਫੜਿਆ। ਕਹਿੰਦੇ ਉੱਧਰ ਹੋਵੋ, 2 ਚਪੇੜਾਂ ਮਾਰੀਆਂ। ਤੇ ਘਰ ਵਾਲੀ ਕਹਿਣ ਲੱਗੀ ਤੁਸੀਂ ਤੇ ਕਦੀ ਮੱਛਰ ਨਹੀਂ ਮਾਰਿਆ ਤੇ 2 ਚਪੇੜਾਂ ਕੱਢ ਮਾਰੀਆਂ ਜੀ ਗਰੀਬ ਬੰਦੇ ਨੂੰ। ਕਹਿੰਦਾ ਆ ਗਿਆ ਗੁੱਸਾ, ਚੋਰ ਸੀ ਮਾਰਨਾ ਹੀ ਸੀ। ਦਾਸ ਨੇ ਵੇਖਿਆ ਜਿਹੜਾ ਆਇਆ ਇੰਨਾ ਕੁੱਟਿਆ, ਇੰਨਾ ਕੁੱਟਿਆ। ਉਹ ਬਾਅਦ ਚੋਂ ਚੋਰ ਵਿਚਾਰਾ ਬੰਨ ਕੇ ਤੇ ਜਦੋਂ ਉਹਨੂੰ ਮਾਰਨ ਹੀ ਲੱਗੇ ਤੇ ਫਿਰ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਤੁਸੀਂ ਮੈਨੂੰ ਇਹ ਦੱਸ ਦਿਓ ਤੁਹਾਡੇ 'ਚ ਬ੍ਰਹਮ ਗਿਆਨੀ ਕੌਣ ਆ? ਕਹਿੰਦੇ ਵੀ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਹੁੰਦੇ ਆ ਤੇ ਕਿਰਪਾ ਹੁੰਦੀ ਹੈ। ਫਿਰ ਦਾਸ ਨੇ ਬੇਨਤੀ ਕੀਤੀ ਇਹ ਵਿਚਾਰਾ ਛੋਟਾ ਮੋਟਾ ਚੋਰ ਹੈ, ਅਸੀਂ ਪਤਾ ਨਹੀਂ ਕਿੰਨੇ ਵੱਡੇ ਚੋਰ ਆ। ਇੰਝ ਨਾ ਹੋਵੇ ਰੱਬ ਦੇ ਘਰ 'ਚ ਤੁਹਾਨੂੰ ਚਪੇੜਾਂ ਪੈਣ, ਉੱਥੇ ਚੋਟਾਂ ਪੈਣਗੀਆਂ। ਜੇ ਅਗਲੇ ਨੇ ਗਲਤੀ ਕੀਤੀ ਹੈ, ਤੁਸੀਂ ਤੇ 100 ਤੋਂ ਵੱਧ ਚਪੇੜ ਹੀ ਮਾਰ ਛੱਡੀ ਵਿਚਾਰੇ ਦੇ। ਸਾਰੇ ਨੇ ਇਕੱਠੇ ਹੋ ਕੇ ਸਾਰੇ ਉਹਦੇ ਯੋਧੇ ਬਣ ਜਾਂਦੇ ਆ। ਤੇ ਅੰਮ੍ਰਿਤ ਵੇਲੇ ਸਾਰੇ ਉਸ ਵੇਲੇ ਸ਼ਹੀਦ ਹੋਏ ਪਏ ਹੁੰਦੇ ਆ। ਅੰਮ੍ਰਿਤ ਵੇਲੇ ਕਿਸੇ ਉੱਠਿਆ ਨਹੀਂ ਆਉਂਦਾ। ਕਹਿਣ ਦਾ ਅਰਥ ਇਹ ਹੈ ਦੂਸਰਾ ਗਲਤੀ ਕਰੇ ਤੇ ਦੂਸਰੇ ਦੀ ਗਲਤੀ ਆ ਤੇ ਅਸੀਂ ਬੱਜਰ ਕਰੈਤ ਕਰ ਲਈਏ ਤੇ ਸਾਡੀ ਬੱਜਰ ਕਰੈਤ ਚੰਗਾ ਕੰਮ ਆ। ਫਿਰ ਅਸੀਂ ਕਹਿੰਦੇ ਚਲੋ ਬੰਦਾ ਗਲਤੀਆਂ ਦਾ ਪੁਤਲਾ ਆ ਜੀ, ਗਲਤੀਆਂ ਬੰਦੇ ਕੋਲ ਹੀ ਹੋਣੀਆਂ। ਆਪਣੇ ਆਪ ਨੂੰ ਬੰਦਾ ਝੱਟ ਮਾਫ ਕਰ ਦਿੰਦਾ ਤੇ ਦੂਜੇ ਨੂੰ ਛੱਡਦਾ ਨਹੀਂ। ਦੂਜੇ ਨੇ ਚੰਗਾ ਕੰਮ ਵੀ ਕੀਤਾ ਹੋਵੇ ਤੇ ਉਹਦੇ ਪ੍ਰਤੀ ਵੀ ਫਿਰ ਨਿੰਦਿਆ ਕਰ ਦਿੰਦਾ। ਮਹਾਰਾਜ ਜੀ ਕਹਿੰਦੇ ਨੇ ਓਏ ਅੰਨਿਆ, ਤੈਨੂੰ ਰੱਬ ਅਜੇ ਤੱਕ ਦਿਸਿਆ ਨਹੀਂ ਤੇ ਤੂੰ ਆਪਣੇ ਆਪ ਨੂੰ ਕਿਵੇਂ ਗਿਣ ਸਕਦਾ ਕਿ ਤੇਰੇ ਕੋਲ ਅੱਖਾਂ ਆ? ਤੇ ਜਿਹੜੀਆਂ ਅੱਖਾਂ ਆ ਉਹ ਕੁਝ ਹੋਰ ਹੀ ਅੱਖਾਂ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜੇ ਅੰਨੇ ਹੁੰਦੇ ਨੇ, ਗਿਆਨ ਤੋਂ ਵਿਹੂਣੇ ਹੁੰਦੇ ਨੇ, ਬ੍ਰਹਮ ਗਿਆਨ ਤੋਂ ਹੀਣੇ ਹੁੰਦੇ ਨੇ, ਉਹਨਾਂ ਨੂੰ ਪਰਮੇਸ਼ਵਰ
ਐਸੀ ਬਖਸ਼ਿਸ਼ ਵਰਤਾਉਂਦਾ ਹੈ ਕਿ ਉਹਨਾਂ ਨੂੰ ਅਕਾਲ ਪੁਰਖ ਦੇ ਮਿਲਣ ਦਾ ਰਾਹ ਲੱਭ ਜਾਂਦਾ ਹੈ। ਫਿਰ ਉਹ ਆਪਣੇ ਮੰਡਲ, ਆਪਣੇ ਖੰਡ ਸਰ ਕਰਦੇ ਨੇ। ਫਿਰ ਦੂਜਿਆਂ ਨੂੰ ਵੀ ਕਹਿੰਦੇ ਨੇ, ਭਾਈ ਤੁਸੀਂ ਵੀ ਤੁਰੋ, ਰੱਬ ਦਾ ਰਾਹ ਬੜਾ ਸੁਖਾਲਾ ਹੈ। ਤੇ ਸੱਚ ਹੈ, ਬੜਾ ਸੁਖਾਲਾ ਹੈ, ਕੋਈ ਔਖਾ ਨਹੀਂ ਹੈ। ਜਿਸ ਤਰ੍ਹਾਂ ਅਸੀਂ ਸੰਸਾਰ ਨੂੰ ਮੰਨ ਲਿਆ, ਉਸੇ ਤਰ੍ਹਾਂ ਨਿਰੰਕਾਰ ਨੂੰ ਅਸੀਂ 0.5% ਵੀ ਮੰਨ ਲਿਆ ਨਾ, ਜਿੰਨਾ ਅਸੀਂ ਸੰਸਾਰ ਨੂੰ ਅਸੀਂ ਮੰਨਿਆ ਹੈ, ਤੇ ਅੰਦਰ ਬਖਸ਼ਿਸ਼ ਵਰਤ ਜਾਂਦੀ ਹੈ। ਅੱਗੇ ਅੱਗੇ ਮੰਨੇ ਦੀਆਂ ਪੌੜੀਆਂ ਸ਼ੁਰੂ ਹੋਣੀਆਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਆਤਮਿਕ ਜੀਵਨ ਤੋਂ ਅੰਨੇ ਨੇ, ਜਿਹੜੇ ਰੱਬ ਦੇ ਦਰਸ਼ਨਾਂ ਤੋਂ ਅਜੇ ਤੱਕ ਵੀ ਹੋਣੇ ਨੇ, ਉਹਨਾਂ ਨੂੰ ਜੇ ਕਿਤੇ ਸੁਣਨ ਦੀ ਯੁਕਤੀ ਦਾ ਪਤਾ ਲੱਗ ਜਾਏ ਤੇ ਉਹ ਸੁਣਦਿਆਂ ਸਾਰ ਬ੍ਰਹਮ ਗਿਆਨੀ ਬਣ ਜਾਂਦੇ ਨੇ, ਰਾਹ ਲੱਭ ਜਾਂਦੇ ਤੇ ਦੂਜਿਆਂ ਨੂੰ ਵੀ ਰਾਹ ਵਿਖਾਉਂਦੇ ਹਨ। ਸੁਣਿਆ ਹਾਥ ਹੋਵੈ ਅਸਗਾਹੁ। ਪਰਮੇਸ਼ਵਰ ਦਾ ਨਾਮ ਸੁਣਨ ਦੇ ਨਾਲ ਹੀ ਇਹ ਜੋ ਸੰਸਾਰ ਸਮੁੰਦਰ ਹੈ, ਵਾਸ਼ਨਾਵਾਂ ਦਾ ਸਾਗਰ ਹੈ, ਇਹਦੀ ਸਮਝ ਪੈ ਜਾਂਦੀ ਹੈ ਕਿ ਅਸਲ ਵਿੱਚ ਇਹ ਹੈ ਤੇ ਬਹੁਤ ਭਿਅੰਕਰ। ਹਮੇਸ਼ਾ ਸਮੁੰਦਰ ਉਹਦੇ ਵਾਸਤੇ ਭਿਅੰਕਰ ਹੁੰਦਾ ਹੈ ਜਿਹਨੇ ਸਮੁੰਦਰ ਦੇ ਵਿੱਚ ਵੜਨਾ ਹੋਵੇ, ਉਹਦੇ ਵਾਸਤੇ ਭਿਅੰਕਰ ਹੋਏਗਾ ਨਾ। ਤੇ ਜੇਕਰ ਅਸੀਂ ਕਹੀਏ ਜੇ ਅਸੀਂ ਜਹਾਜ਼ ਦੇ ਵਿੱਚ ਬਹਿ ਕੇ ਸਮੁੰਦਰ ਨੂੰ ਉੱਪਰ ਪਾਰ ਹੀ ਕਰਕੇ ਲੰਘ ਜਾਣਾ ਆ, ਤੇ ਕਹਿੰਦੇ ਨੇ ਹਾਂ, ਗੁਰੂ ਇੱਕ ਜਹਾਜ਼ ਦੀ ਤਰ੍ਹਾਂ ਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤੇਰੇ ਪਾਰ। ਹੁਣ ਕੋਈ ਚੜੇਗਾ ਤਾਂ ਹੀ ਤੇ ਪਾਰ ਜਾਏਗਾ ਨਾ। ਤੇ ਅਸੀਂ ਤੇ ਸਾਰੇ ਸੰਸਾਰ ਦੇ ਰੀਤੀ ਰਿਵਾਜਾਂ ਦੇ ਵਿੱਚ, ਰੀਤੀ ਰਿਵਾਜਾਂ ਜਹਾਜ਼ਾਂ ਚੜੇ ਪਏ ਆ। ਬਸ ਇੱਕ ਰੱਬ ਦੇ ਨਾਂ ਦੇ ਜਹਾਜ਼ 'ਚ ਸਾਨੂੰ ਡਰ ਲੱਗਦਾ। ਡਰ ਕੀ ਲੱਗਦਾ ਆ? ਬਸ ਇਹੀ ਡਰ ਲੱਗਦਾ ਆ ਕਿ ਹੈ ਵੀ ਆ ਕਿ ਨਹੀਂ, ਗਹਿਰੇ ਵਿੱਚ ਸਾਨੂੰ ਭਰੋਸਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨੇ ਫਿਰ ਅਸਲੀਅਤ ਸਮਝ ਲੱਗ ਜਾਂਦੀ ਹੈ ਕਿ ਸਿਰਫ ਇੱਕੋ ਇੱਕ ਪਰਮੇਸ਼ਵਰ ਦੀ ਸ਼ਕਤੀ ਜਾਂ ਗੁਰੂ ਦਾ ਸ਼ਬਦ ਆ ਜਿਹੜਾ ਸਾਨੂੰ ਬਚਾ ਸਕਦਾ। ਉਦੋਂ ਭਰੋਸਾ ਹੋ ਜਾਂਦਾ ਇੰਜ ਜਿਵੇਂ ਭਗਤ ਕਬੀਰ ਸਾਹਿਬ ਨੂੰ ਹਾਥੀ ਅੱਗੇ ਸੁੱਟਿਆ ਗਿਆ। ਹੁਣ ਦੇਖਿਆ ਜਾਵੇ, ਕਬੀਰ ਸਾਹਿਬ ਜੀ ਦਾ ਕੱਦ ਛੋਟਾ, ਹਾਥੀ ਕਿੱਡਾ ਵੱਡਾ। ਤੇ ਇਹ ਨਹੀਂ ਕਿਹਾ ਕਿ ਹੁਣ ਤੇ ਬਸ ਅਸੀਂ ਗਏ ਜੀ, ਫਤਿਹ ਬੁਲਾ ਦਿਓ ਹੁਣ। ਨਹੀਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹਾਥੀ ਨੂੰ ਬਣਾਉਣ ਵਾਲਾ ਮੇਰਾ ਪਰਮੇਸ਼ਵਰ ਹੈ, ਤੇ ਪਰਮੇਸ਼ਵਰ ਜੋ ਮੇਰਾ ਪਿਤਾ ਹੈ ਮੈਨੂੰ ਕਿਵੇਂ ਮਾਰ ਸਕਦਾ ਹੈ। ਕਹਿਣ ਦਾ ਅਰਥ ਇਹ, ਉਹਨਾਂ ਦੇ ਅੰਦਰ ਖੇਡ ਵਰਤੀ ਕਿ ਨਹੀਂ, ਇਹ ਜੋ ਜ਼ਾਲਮ ਨੇ ਆਪਣੀ ਜ਼ਾਲਮਾਨਾ ਤਬੀਅਤ ਦੇ ਨਾਲ ਮੈਨੂੰ ਮਾਰਨਾ ਚਾਹੁੰਦੇ ਨੇ, ਇਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੇ। ਤੇ ਪਰਮੇਸ਼ਵਰ ਨੇ ਇਹੋ ਜਿਹੀ ਖੇਡ ਵਰਤਾਤੀ, ਜਿਹੜੇ ਹਾਥੀ ਨੇ ਕੁਚਲਣਾ ਸੀ ਉਹਨੇ ਮੱਥਾ ਟੇਕਤਾ। ਭਰੋਸਾ ਇੰਨਾ ਹੋ ਗਿਆ ਨਾ। ਗੰਗਾ ਦੀਆਂ ਲਹਿਰਾਂ ਸੁੱਟਿਆ, ਉਸ ਵੇਲੇ ਵੀ ਭਰੋਸਾ ਬੜਾ ਸੀ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਸਮਾਏ। ਕਹਿੰਦੇ ਮਨ ਚੜ੍ਹਦੀ ਕਲਾ 'ਚ। ਤੇ ਚੜ੍ਹਦੀ ਕਲਾ ਦਾ ਅਰਥ ਪਤਾ ਕੀ ਹੁੰਦਾ ਹੈ? ਚੜ੍ਹਦੀ ਕਲਾ ਅਸੀਂ ਸ਼ਬਦ ਵਰਤ ਲੈਂਦੇ ਹਾਂ। ਚੜ੍ਹਦੀ ਕਲਾ ਦਾ ਅਰਥ ਹੁੰਦਾ ਹੈ ਜਿਹਦੀ ਸੁਰਤ ਕਰਮ ਖੰਡ ਤੇ ਪਹੁੰਚ ਗਈ ਜੀ, ਸਰਮ ਖੰਡ ਤੇ ਪਹੁੰਚ ਗਈ ਜੀ, ਸੱਚ ਖੰਡ ਤੇ ਪਹੁੰਚ ਗਈ, ਉਹਨੂੰ ਕਹਿੰਦੇ ਨੇ ਚੜ੍ਹਦੀ ਕਲਾ। ਵੀ ਕਲਾ ਕਹਿੰਦੇ ਨੇ ਸੁਰਤ ਨੂੰ, ਤੇ ਚੜ੍ਹ ਰਹੀ ਆ ਭਾਵ ਕਿ ਉੱਪਰਲੇ ਮੰਡਲਾਂ 'ਚ, ਉਹਨੂੰ ਕਹਿੰਦੇ ਨੇ ਚੜ੍ਹਦੀ ਕਲਾ। ਤੇ ਸੁਰਤ ਤੇ ਡਿੱਗੀ ਹੁੰਦੀ ਆ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ, ਸੰਸਾਰ ਦੇ ਪਦਾਰਥਾਂ 'ਚ। ਜਦੋਂ ਸਾਨੂੰ ਕੋਈ ਪੁੱਛਦਾ ਖਾਲਸਾ ਜੀ ਕੀ ਹਾਲ, ਚੜ੍ਹਦੀ ਕਲਾ, ਚੜ੍ਹਦੀ ਕਲਾ। ਤੇ ਕਦੋਂ ਉੱਠੇ ਸੀ? 10 ਵਜੇ। 10 ਵਜੇ ਤੇ ਇਹ ਕਾਹਦੀ ਚੜ੍ਹਦੀ ਕਲਾ ਹੋਈ? ਸੁਰਤ ਤੇ ਤੇਰੀ ਕੀ ਚੜ੍ਹਨੀ ਆ? ਤੇਰਾ ਤੇ ਸਰੀਰ ਨਹੀਂ ਅੰਮ੍ਰਿਤ ਵੇਲੇ ਰਜਾਈ 'ਚੋਂ ਖੜਾ ਹੋਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸੰਸਾਰ ਸਮੁੰਦਰ ਦੀ ਸਮਝ ਲੱਗ ਜਾਂਦੀ ਆ ਕਿ ਇਹਦੇ ਤੋਂ ਬਚਣ ਦਾ ਹੀਲਾ ਵਸੀਲਾ ਇਹ ਸੰਸਾਰ ਦੇ ਕੰਮ ਧੰਦੇ ਨਹੀਂ ਹਨ, ਕਰਨੇ ਜ਼ਰੂਰੀ ਨੇ। ਮੰਗ ਕੇ ਥੋੜ੍ਹਾ ਖਾਣਾ ਸਿੱਖਣੇ ਕਿਤੋਂ, ਇਹ ਕੰਮ ਧੰਦੇ ਕਰਨੇ ਜ਼ਰੂਰੀ ਆ, ਕਰੋ। ਪਰ ਕਹਿੰਦੇ ਨੇ ਜਿਹੜਾ ਅਸਲੀ ਕੰਮ ਆ ਉਹ ਵੀ ਤੇ ਕਰੋ। ਆਪਾਂ ਕੀ ਸ਼ਬਦ ਵਰਤਦੇ ਆ? ਕਰੋ ਜਾਂ ਮਰੋ। ਇਹ ਅਸੀਂ ਸਿਰਫ ਸੰਸਾਰ ਵਾਸਤੇ ਇਹ ਅਲਫਾਜ਼ ਰੱਖਿਆ, ਕਰੋ ਜਾਂ ਮਰੋ। ਤੇ ਜਦੋਂ ਰੱਬ ਦੇ ਘਰ ਦੀ ਗੱਲ ਹੁੰਦੀ ਆ, ਆਪੇ ਹੀ ਕਰੂ। ਬਸ ਉਸ ਵੇਲੇ ਢਿੱਲੇ ਹੋ ਜਾਂਦੇ ਆ। ਕਿਸੇ ਦਾ ਸਾਡੇ ਕਿਸੇ ਬੱਚੇ ਦਾ ਜਾਂ ਫਿਰ ਭਰਾ ਭੈਣ ਦਾ ਆਨੰਦ ਕਾਰਜ ਹੋਵੇ ਨਾ, ਅਸੀਂ 2 ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਾਂ। ਆਹ ਵੀ ਇੰਤਜ਼ਾਮ ਕਰੋ, ਉਹ ਵੀ ਕਰੋ। ਤੇ ਆਨੰਦ ਕਾਰਜ ਵਾਲੇ ਪਹਿਲੇ 2-3 ਦਿਨਾਂ ਤੇ ਨੀਂਦ ਹੀ ਨਹੀਂ ਆਉਂਦੀ। ਕਿਉਂ? ਕਿਤੇ ਕੋਈ ਊਣਤਾ ਹੀ ਨਾ ਰਹਿ ਜੇ, ਕਿਤੇ ਕੋਈ ਗੱਲ ਨਾ ਕਰ ਜੇ, ਕਿਤੇ ਕੋਈ ਉਲਾਮਾ ਨਾ ਆ ਜੇ।
ਕਿਤੇ ਸਾਨੂੰ ਕੋਈ ਗੱਲ ਸੁਣਨੀ ਨਾ ਪੈ ਜੇ। ਤੇ ਰੱਬ ਦੇ ਘਰ ਦੀ ਇਹਨਾਂ ਨੂੰ ਕੋਈ ਫਿਕਰ ਨਹੀਂ। ਉੱਤੇ ਜਾ ਕੇ ਫਿਰ ਜਦੋਂ ਪਰਮੇਸ਼ਵਰ ਨੇ ਪੁੱਛਿਆ, ਮੰਨ ਲਓ ਕਲਗੀਧਰ ਪਾਤਸ਼ਾਹ ਜੀ ਨੇ ਪੁੱਛਿਆ ਕਿ ਹਾਂ ਭਾਈ ਮੈਂ ਤੇ ਸਰਬੰਸ ਵਾਰਤਾ ਸੀ ਤੇ ਤੂੰ ਕੀ ਕਰਕੇ ਆਇਆ? ਫਿਰ ਅਸੀਂ ਦੱਸਦੇ ਹਾਂ, ਪਤਾ ਕੀ ਦੱਸਦੇ ਹਾਂ, ਮੈਂ ਜੀ ਮੈਂ ਪਹਿਲਾਂ ਛੋਟਾ ਸੀ, ਮੈਂ ਪਹਿਲਾਂ ਖਾਧਾ ਪੀਤਾ, ਫਿਰ ਮੈਂ ਵੱਡਾ ਹੋਇਆ, ਫਿਰ ਮੈਂ ਪੜ੍ਹਾਈ ਕੀਤੀ, ਫਿਰ ਮੈਂ ਕੰਮ ਕਾਰ ਕੀਤਾ, ਫਿਰ ਵਿਆਹ ਹੋ ਗਿਆ, ਫਿਰ ਮੇਰੇ ਬੱਚੇ ਹੋਏ, ਫਿਰ ਮੈਂ ਬੱਚਿਆਂ ਨੂੰ ਖਵਾਇਆ ਪਿਆਇਆ ਪੜ੍ਹਾਇਆ, ਫਿਰ ਵਿਆਹਿਆ, ਫਿਰ ਅਖੀਰ ਤੇ ਮਹਾਰਾਜ ਜੀ ਇੰਨੇ ਕੰਮ ਤੇ ਕੀਤੇ ਆ। ਫਿਰ ਅਖੀਰ ਤੇ ਤੁਸੀਂ ਮੈਨੂੰ ਬੁਲਾ ਛੱਡਿਆ, ਜੀ ਤੇ ਮੇਰਾ ਕਰਦਾ ਨਹੀਂ ਸੀ ਉਹਨੂੰ, ਧੱਕੇ ਨਾਲ ਹੀ ਤੁਸੀਂ ਖਿੱਚ ਕੇ ਲੈ ਕੇ ਆ ਗਏ। ਦੇ ਦਿੰਦੇ ਥੋੜ੍ਹੀ ਜਿਹੀ ਹੋਰ ਜ਼ਿੰਦਗੀ ਕਈ ਯੁਗਾਂ ਦੀ ਹੋਰ ਦਸੂਣੀ ਹੋਏ। ਸੱਚੇ ਪਾਤਸ਼ਾਹ ਜੀ ਨੇ ਮੱਥੇ ਤੇ ਹੱਥ ਮਾਰ ਕੇ ਕਹਿਣਾ ਹੈ ਕਿ ਅਸਲੀ ਕੰਮ ਤੇ ਤੂੰ ਕੀਤਾ ਹੀ ਨਹੀਂ ਜਿਹੜਾ ਕੰਮ ਕਰਨਾ ਸੀ। ਤੇ ਇਹ ਹਾਲਤ ਸਾਡੀ ਸਾਰਿਆਂ ਦੀ ਆ, ਪਰ ਸਮਝਣਾ ਅਸੀਂ ਫੇਰ ਵੀ ਨਹੀਂ, ਕਿਉਂਕਿ ਸਮਝ ਗੁਰੂ ਦੇ ਸ਼ਬਦ ਦੇ ਜਾਪ ਤੋਂ ਬਿਨਾਂ ਆ ਹੀ ਨਹੀਂ ਸਕਦੀ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਆ ਸਕਦੀ। ਤੇ ਇਹ ਸੱਚ ਹੈ। ਜੇ ਕਿਤੇ ਸੱਚੇ ਪਾਤਸ਼ਾਹੀ ਪ੍ਰਗਟ ਰੂਪ ਵਿੱਚ ਸਾਹਮਣੇ ਆ ਜਾਣ, ਅਸੀਂ ਮਹਾਰਾਜ ਨੂੰ ਸਮਝਾਉਣ ਲੱਗ ਪੈਣਾ, ਮਹਾਰਾਜ ਜੀ ਤੁਸੀਂ ਕੀ ਵਰਕਿੰਗ ਡੇਜ਼ ਵਿੱਚ ਆ ਗਏ ਜੇ? ਵੀਕਐਂਡ ਤੇ ਆਉਣਾ ਸੀ ਜਦੋਂ ਵਿਹਲੇ ਹੁੰਦੇ, ਤੇ ਮਹਾਰਾਜ ਵੀਕਐਂਡ ਤੇ ਵੀ ਆ ਗਏ ਆ। ਮਹਾਰਾਜ ਤੁਹਾਨੂੰ ਪਤਾ ਨਹੀਂ ਪ੍ਰਸ਼ਾਦਾ ਛਕਦੇ ਪਏ ਆ, ਬਾਅਦ 'ਚ ਆਉਣਾ ਸੀ। ਮਤਲਬ ਅਸੀਂ ਸਾਰੀ ਅਟੈਂਸ਼ਨ ਉਹਨਾਂ ਚੀਜ਼ਾਂ ਉੱਤੇ ਦੇ ਛੱਡੀ ਜਿਹੜੀਆਂ ਚੀਜ਼ਾਂ ਬਿਨਸਨਹਾਰ ਨੇ, ਜਿਨ੍ਹਾਂ ਨੇ ਛੱਡ ਕੇ ਚਲੇ ਜਾਣਾ, ਅਸੀਂ ਵੀ ਛੱਡ ਕੇ ਚਲੇ ਜਾਣਾ। ਮਹਾਰਾਜ ਜੀ ਬਚਨ ਕਰਦੇ ਨੇ, ਸੰਸਾਰ ਸਮੁੰਦਰ ਦੀ ਸਮਝ ਪੈ ਜਾਂਦੀ ਹੈ, ਪਰ ਤੇਰੀ ਮੰਜ਼ਿਲ ਕੀ ਹੈ, ਤੂੰ ਬਣਨਾ ਕੀ ਹੈ? ਤੈਨੂੰ ਦੁੱਖਾਂ ਤੇ ਪਾਪਾਂ ਦੇ ਰਾਹੀਂ ਤੂੰ ਆਪਣੇ ਸੰਸਾਰ ਨੂੰ ਜਕੜਿਆ ਮਹਿਸੂਸ ਕਰਦਾ ਹੈ, ਤੇ ਦੁੱਖਾਂ ਤੇ ਪਾਪਾਂ ਦਾ ਅੰਤ ਕਿਵੇਂ ਹੋਣਾ ਹੈ? ਆਓ ਸ਼ਰਵਣ ਕਰੀਏ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਤੂੰ ਚਾਹੁੰਦਾ ਹੈ ਕਿ ਪਾਪਾਂ ਦਾ ਨਾਸ਼ ਹੋਵੇ? ਮਹਾਰਾਜ ਜੀ ਕਹਿੰਦੇ ਨੇ, ਸਵਾਲ ਤੇ ਸਾਡੇ ਇੱਕ ਇਹੀ ਹੁੰਦੇ ਨੇ ਨਾ, ਜਿੰਨੇ ਵੀ ਸੰਸਾਰ ਦੇ ਵਿੱਚ ਸਾਨੂੰ ਦੁੱਖ ਮਹਿਸੂਸ ਹੁੰਦੇ ਨੇ, ਸਾਡੇ ਬੀਜੇ ਹੋਏ ਕਰਮਾਂ ਕਰਕੇ ਹੀ ਹੁੰਦੇ ਨੇ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਮਹਾਰਾਜ ਜੀ ਕਹਿੰਦੇ ਨੇ, ਤੇਰੇ ਕੀਤੇ ਹੋਏ ਪਾਪਾਂ ਦਾ ਕਾਰਨ ਤੇਰੇ ਦੁੱਖ ਪ੍ਰਗਟ ਹੋਏ, ਤੇ ਚਾਹੀਦੀ ਤੈਨੂੰ ਖੁਸ਼ੀ ਹੈ, ਤੇ ਫਿਰ ਆ ਨਾਨਕ ਭਗਤਾ, ਭਗਤੀ ਕਰਨਾ ਸ਼ੁਰੂ ਕਰ ਦੇ। ਭਗਤੀ ਕਰਨ ਵਾਲਾ ਮਾਰਗ ਅਖਤਿਆਰ ਕਰ। ਭਗਤੀ ਵਾਲੇ ਮਾਰਗ ਦੇ ਨਾਨਕ ਭਗਤਾ ਸਦਾ ਵਿਗਾਸ, ਸਦੀਵੀ ਖੇੜਾ ਮਿਲੇਗਾ। ਆਰੇ ਦੇ ਥੱਲੇ ਵੀ ਸਦੀਵੀ ਖੇੜਾ ਮਿਲੇਗਾ, ਜਿੱਧਰ ਮਰਜ਼ੀ ਚਲਾ ਜਾ, ਹਰ ਥਾਂ ਤੇ ਸਦੀਵੀ ਖੇੜਾ ਮਿਲੇਗਾ। ਬੰਦ ਕੱਟਿਆ ਜਾਏ, ਸਦੀਵੀ ਖੇੜਾ ਮਿਲੇਗਾ। ਤੇ ਬੰਦ ਆਪ ਜੀ ਨੂੰ ਪਤਾ ਨਾ ਜੀ, 1-1 ਇੰਚੀ ਤੋਂ ਸਾਰੇ ਸਰੀਰ ਨੂੰ ਕੱਟਣਾ, 1-1 ਜੁਆਇੰਟ ਤੋਂ। ਤੇ ਵੇਖੋ ਸਾਰੇ ਸਰੀਰ ਨੂੰ ਇਕੱਠਾ ਕਰਕੇ ਟੁਕੜਿਆਂ ਵਿੱਚ ਰੱਖਿਆ ਗਿਆ। ਕਹਿੰਦੇ ਫੇਰ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦੀ ਆਵਾਜ਼ ਆਈ ਗਈ। ਤੇ ਸਾਡਾ ਜਿਹੜੇ ਜੁਆਇੰਟ ਆ, ਇਹ ਲਾਂਤਯੋਗ ਜੁਆਇੰਟ ਆ, ਚੰਗੇ ਭਲੇ ਅਸੀਂ ਜੁੜੇ ਪਏ ਆ, ਸਾਡੇ ਜੁਆਇੰਟ ਜੁੜੇ ਪਏ ਆ, ਜਿੰਨੇ ਵੀ ਜੁਆਇੰਟਸ ਆ, ਪਰ ਅਸੀਂ ਟੁੱਟੇ ਪਏ ਆ। ਫਿਰ ਉਹ ਜੀਵਨ ਚੰਗਾ ਕਿ ਇਹ ਵਾਲਾ ਜੀਵਨ ਚੰਗਾ? ਸਾਨੂੰ ਤੇ ਜੁੜਿਆ ਹੋਇਆਂ ਨੂੰ ਗੁਰੂ ਦੀ ਬਾਣੀ ਨਾਲ ਜੁੜਨ ਦਾ ਸਮਾਂ ਨਹੀਂ ਮਿਲਦਾ, ਤੇ ਉਹ ਕੋਈ ਸ਼ਹੀਦੀ ਪ੍ਰਾਪਤ ਕਰ ਰਹੇ ਆ ਤੇ ਤਾਂ ਵੀ ਜੁੜੇ ਹੋਏ ਆ। ਟੁਕੜੇ ਹੋਣ ਤੋਂ ਬਾਅਦ ਵੀ ਪਾਠ ਜਾਰੀ ਰਿਹਾ, ਤੇ ਚੰਗੇ ਭਲੇ ਸਾਬਤ ਆ ਤਾਂ ਵੀ ਨਹੀਂ ਪਾਠ ਹੁੰਦਾ। ਕਿੱਡੀ ਸਾਡੀ ਬਦਕਿਸਮਤੀ ਆ, ਸਾਡੀ ਬਦਕਿਸਮਤੀ ਆ, ਗੁਰੂ ਨੇ ਬਖਸ਼ਿਸ਼ ਕੀਤੀ ਆ। ਇੱਕ ਪਾਸੇ ਅਸੀਂ ਚੀਕਾਂ ਮਾਰਨੀਆਂ, ਕਰਦੇ ਕਿਰਪਾ, ਕਰਦੇ ਕਿਰਪਾ, ਕਰਦੇ ਕਿਰਪਾ। ਆ ਚੱਕ ਸਲਾਮ ਕੀਤਾ ਹੀ, ਸਲਾਮ ਕੀਤਾ, ਤੇ ਮਹਾਰਾਜ ਨੇ ਕਿਹੜਾ ਅੰਮ੍ਰਿਤ ਵੇਲਾ ਉੱਠ ਨਾ, ਆਪਣਾ ਜਵਾਬ ਹੀ ਸਲਾਮ ਜਵਾਬ ਦੋਵੇਂ ਕਰੇ। ਮੱਥੇ ਵੀ ਟੇਕਣੇ, ਚੀਕਾਂ ਵੀ ਮਾਰਨੀਆਂ, ਹਾਲ ਪਾਹਰਿਆ ਵੀ ਕਰਨਾ, ਕਰਦੇ ਕਿਰਪਾ, ਕਰਜ਼ਾ ਚੜ ਗਿਆ ਹੀ, ਕਰਦੇ ਕਿਰਪਾ, ਬਿਮਾਰੀ ਆ ਗਈ ਆ, ਕਰਦੇ ਕਿਰਪਾ, ਅੰਦਰ ਹਨੇਰਾ ਦਿਖਦਾ, ਜਦੋਂ ਮਹਾਰਾਜ ਨੇ ਕਹਿਣਾ ਆ ਜਾ ਫਿਰ ਕਿਰਪਾ ਕਰਾਂ, ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ। ਹਾਏ ਠੰਡ ਬੜੀ ਆ, ਕਿੱਥੋਂ ਕਰ ਲਈਏ ਇਸ਼ਨਾਨ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਤੂੰ ਸਲਾਮ ਵੀ ਕਰਦਾ, ਜਵਾਬ ਵੀ ਦਿੰਦਾ। ਜਿਹੜਾ ਇੱਕ ਵਾਰੀ ਸਲਾਮ ਕਰ ਦਿੰਦਾ, ਜਵਾਬ ਨਹੀਂ ਦਿੰਦਾ। ਸਲਾਮ ਜਵਾਬ ਦੋਵੈ ਕਰਹਿ, ਮੁੰਡੋ ਕੁੱਥਾ ਚਾਹੇ। ਮਹਾਰਾਜ ਜੀ ਕਹਿੰਦੇ ਨੇ, ਦੁੱਖਾਂ ਤੇ ਪਾਪਾਂ ਦਾ ਨਾਸ਼ ਹੋਏਗਾ, ਮੈਂ ਤੈਨੂੰ ਲਿਖ ਕੇ ਦਿੰਦਾ, ਲਿਖ ਕੇ ਤੈਨੂੰ ਦਿੰਦਾ। ਤੈਨੂੰ ਭਰੋਸਾ ਹੋਵੇ, ਤੂੰ ਜਾਪ ਸ਼ੁਰੂ ਕਰ, ਤੂੰ ਗੁਰੂ ਕੇ ਸ਼ਬਦ ਨੂੰ ਜਪ।
ਹਰ ਮੈਦਾਨ ਫਤਿਹ ਹੋਏਗੀ, ਹਰ ਮੈਦਾਨ। ਤੇ ਦੇਖੋ ਕਲਗੀਧਰ ਪਾਤਸ਼ਾਹ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਜੀ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ। ਇਸੇ ਅਸੀਂ ਫਤਿਹ ਨੂੰ ਦੇਖੀਏ ਨਾ, ਕਹਿੰਦੇ ਜਿਹੜਾ ਖਾਲਸਾ ਆ ਵਾਹਿਗੁਰੂ ਦਾ ਹੋ ਗਿਆ ਆ, ਵਾਹਿਗੁਰੂ ਜੀ ਕੀ ਫਤਿਹ। ਹੁਣ ਪਰਮੇਸ਼ਵਰ ਨੂੰ ਕੋਈ ਹਰਾ ਸਕਦਾ? ਉਹਦੀ ਤੇ ਹਰ ਥਾਂ ਤੇ ਫਤਿਹ ਆ। ਤੇ ਜਿਹੜਾ ਉਹਦੇ ਵਿੱਚ ਲੀਨ ਹੋ ਗਿਆ ਉਹਦੀ ਹਾਰ ਕਿਵੇਂ ਹੋਏਗੀ? ਉਹ ਤੇ ਮਿੱਟੀ ਨੂੰ ਹੱਥ ਪਾਵੇ ਤੇ ਉਹ ਵੀ ਸੋਨਾ ਬਣ ਜਾਣਾ। ਇੰਨੀ ਸ਼ਕਤੀ ਮਹਾਰਾਜ ਜੀ ਨੇ ਸਾਨੂੰ ਦਿੱਤੀ ਆ। ਸਾਨੂੰ ਹੀ ਆਪਣੇ ਆਪ ਤੇ ਭਰੋਸਾ ਨਹੀਂ ਤੇ ਗੁਰੂ ਤੇ ਭਰੋਸਾ ਨਹੀਂ। ਅੱਗੇ ਮਹਾਰਾਜ ਜੀ ਕਹਿੰਦੇ ਨੇ ਹੁਣ ਤੂੰ ਗੁਰੂ ਦੇ ਸ਼ਬਦ ਨੂੰ ਸੁਣ ਸੁਣ ਕੇ ਜੋ ਅਵਸਥਾ ਪ੍ਰਾਪਤ ਕੀਤੀ, ਇੰਨੀਆਂ ਬਖਸ਼ਿਸ਼ਾਂ ਤੇਰੇ ਉੱਤੇ ਹੋ ਜਾਣੀਆਂ ਨੇ। ਫਿਰ ਇੱਕ ਅਵਸਥਾ ਪ੍ਰਗਟ ਹੋਏਗੀ ਜਿਹਨੂੰ ਕਹਿੰਦੇ ਨੇ ਮੰਨਣਾ। ਉਹ ਹੁਣ ਅਵਸਥਾ ਦੀ ਗੱਲ ਇਸ ਪੌੜੀ ਵਿੱਚ ਕਰਦੇ ਆ। ਪਹਿਲਾਂ ਸੁਣਨਾ ਆ, ਪਰਤ ਕੇ ਮੰਨਣਾ ਆ। ਤੇ ਮੰਨਣ ਦਾ ਅਰਥ ਇਹ ਨਹੀਂ ਕਿ ਭਰੋਸਾ ਜੇ ਹੋਇਆ ਨਹੀਂ ਤੇ ਇਹਨੂੰ ਮੰਨ ਲਿਆ ਗਿਆ। ਪਹਿਲੀ ਵੀ ਅਵਸਥਾ ਸੀ ਤੇ ਹੁਣ ਇਹ ਵੀ ਅਵਸਥਾ ਆ। ਇਹ ਅਵਸਥਾਵਾਂ ਦਾ ਜ਼ਿਕਰ ਆ। ਇਹ ਦਿਮਾਗੀ ਅਰਥਾਂ ਦਾ ਜਾਂ ਦਿਮਾਗੀ ਖਿਆਲਾਂ ਦਾ ਜਾਂ ਫਿਰ ਕਿਤਾਬੀ ਵਿਆਖਿਆ ਦੀ ਗੱਲ ਨਹੀਂ, ਇਹ ਅਵਸਥਾ ਦੀ ਗੱਲ ਆ। ਆਓ ਹੁਣ ਮੰਨੇ ਦੀ ਪੌੜੀ ਨੂੰ ਧਿਆਨ ਨਾਲ ਸ਼ਰਵਣ ਕਰੀਏ। ਮੰਨੇ ਕੀ ਗਤ ਕਹੀ ਨਾ ਜਾਏ। ਕਹਿਣ ਲੱਗੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਮੰਨਿਆ ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਕੀ ਅਵਸਥਾ ਬਿਆਨ ਕਰਾਂਗੇ? ਇੱਕ ਬੂੰਦ ਸਮੁੰਦਰ ਵਿੱਚ ਲੀਨ ਹੋ ਗਈ। ਹੁਣ ਕੋਈ ਬੰਦਾ ਇਹ ਦੱਸੇ ਕਿ ਸਮੁੰਦਰ ਵਿੱਚ ਕਿੰਨੀਆਂ ਬੂੰਦਾਂ ਆ ਜੀ, ਸਮੁੰਦਰ ਕਿੰਨੇ ਮੀਟਰ ਆ, ਸਮੁੰਦਰ ਕਿੰਨੇ ਇੰਚ ਆ, ਕਿੰਨੇ ਸੈਂਟੀਮੀਟਰ ਆ, ਕਿੰਨੇ ਮਿਲੀਮੀਟਰ ਆ, ਤੇ ਉਹ ਬੂੰਦ ਕਿੱਥੋਂ ਤੱਕ ਪਹੁੰਚੀ? ਇੱਕ ਬੂੰਦ ਤੇ ਸਮੁੰਦਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਤੇ ਇੱਕ ਬ੍ਰਹਮ ਗਿਆਨੀ ਦੀ ਵਿਆਖਿਆ ਕਿਵੇਂ ਕਰਾਂਗੇ? ਕਹਿਣ ਲੱਗੇ ਇਸ ਕਰਕੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ਰਧਾ ਪ੍ਰਪੱਕ ਹੋ ਗਈ ਕਿ ਸਾਰੀ ਸ਼ਕਤੀ ਹੈ ਹੀ ਗੁਰੂ ਕੋਲ, ਤੇ ਗੁਰੂ ਨੇ ਸ਼ਬਦ ਕਹੇ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਿੰਨਾ ਚਿਰ ਇਹ ਵੱਖਰਾ ਰਹੇਗਾ ਵਾਸ਼ਨਾਵਾਂ ਤੋਂ, ਗੁਰੂ ਦੇ ਸ਼ਬਦ ਨਾਲ ਜੁੜ ਕੇ ਰਹੇਗਾ, ਇਹਨੂੰ ਮੈਂ ਸਾਰੀ ਸ਼ਕਤੀ ਦੇ ਦੇਣੀ ਹੈ। ਇਹਨਾਂ ਸ਼ਬਦਾਂ ਤੇ ਜਿਸ ਵੇਲੇ ਭਰੋਸਾ ਹੋ ਗਿਆ, ਕਹਿਣ ਲੱਗੇ ਫੇਰ ਕੀ ਹੋਏਗਾ? ਫੇਰ ਐਸੀ ਅਵਸਥਾ ਪ੍ਰਗਟ ਹੋਏਗੀ ਕਿ ਜਿਹੜੀ ਅਵਸਥਾ ਨੂੰ ਕਦੀ ਵੀ ਆਪਣੀ ਰਸਨਾ ਦੇ ਨਾਲ ਅਸੀਂ ਵਿਖਿਆਨ ਵਿੱਚ ਨਹੀਂ ਲਿਆ ਸਕਦੇ, ਅਸੀਂ ਬਿਆਨ ਨਹੀਂ ਕਰ ਸਕਦੇ। ਜੇ ਕੋ ਕਹਾ ਇੱਛਾ ਪਛਤਾਏ। ਜੇ ਕੋਈ ਬੰਦਾ ਵਿਆਖਿਆ ਕਰੇ ਵੀ ਤੇ ਕੀ ਵਿਆਖਿਆ ਕਰ ਲਏਗਾ? ਫੋਰ ਐਗਜ਼ਾਮਪਲ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਅਸੀਂ ਕੀ ਵਿਆਖਿਆ ਕਰਾਂਗੇ ਉਹਨਾਂ ਦੀ? 101 ਪਾਠ ਕਰਦੇ ਸੀ, ਉਹ ਤੇ ਫਿਜ਼ੀਕਲ ਐਕਟੀਵਿਟੀ ਸੀ। ਕੀ ਵਿਆਖਿਆ ਕਰਾਂਗੇ ਅਸੀਂ? ਮਹਾਂਪੁਰਖ ਇੰਨਾ ਚੌਂਕੜਾ ਮਾਰਦੇ ਸੀ, ਮਹਾਂਪੁਰਖ ਇੰਨੀ ਸੋਹਣੀ ਵਿਆਖਿਆ ਕਰਦੇ ਸੀ, ਮਹਾਂਪੁਰਖ ਮਰਿਆਦਾ ਵਿੱਚ ਸੀ। ਸਾਨੂੰ ਤੇ ਇੰਨਾ ਹੀ ਪਤਾ ਹੈ, ਹੋਰ ਸਾਨੂੰ ਕੱਖ ਨਹੀਂ ਪਤਾ। ਇਹ ਤਾਂ ਮਹਾਂਪੁਰਖਾਂ ਦੇ ਜੀਵਨ ਦਾ 1 ਲੱਖ ਮੰਨ ਲਓ % ਹਿੱਸਾ ਆ। 1 ਲੱਖ% ਅਸੀਂ ਮੰਨ ਲਈਏ ਤੇ ਉਹਦਾ 0.000 ਵੀ ਨਹੀਂ ਹੈ। ਇਹ ਫਿਜ਼ੀਕਲ ਐਕਟੀਵਿਟੀ ਆ। ਸਾਨੂੰ ਤਾਂ ਸਮਝ ਹੀ ਨਹੀਂ ਹੈ ਕਿ ਮਹਾਂਪੁਰਖ ਹੁੰਦਾ ਕੀ ਆ। ਮਹਾਂਪੁਰਖ ਰੱਬ ਹੁੰਦਾ। ਜਿਹੜਾ ਰੱਬ ਹੁੰਦਾ ਹੁਣ ਰੱਬ ਦੀ ਅਸੀਂ ਵਿਆਖਿਆ ਕਿੱਥੋਂ ਕਰ ਲਾਂਗੇ ਜੀ? ਜਿਹੜਾ ਵੀ ਵਿਆਖਿਆ ਕਰੇਗਾ ਉਹਨੇ ਬਾਅਦ 'ਚ ਪਛਤਾਉਣਾ ਆ। ਕੀ ਪਛਤਾਵਾ ਹੋਣਾ ਆ ਕਿ ਵਿਆਖਿਆ ਕਰ ਨਹੀਂ ਸਕਿਆ, ਕਿਉਂਕਿ ਬ੍ਰਹਮ ਗਿਆਨੀ ਹੋ ਕੇ ਬ੍ਰਹਮ ਗਿਆਨੀ ਦੀ ਵਿਆਖਿਆ ਹੋ ਸਕਦੀ। ਤੇ ਜਿਸ ਵੇਲੇ ਕੋਈ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਹੈ ਤੇ ਦੂਜਾ ਵੀ ਬ੍ਰਹਮ ਗਿਆਨੀ, ਫਿਰ ਉਹ ਕਹਿੰਦਾ ਵਿਆਖਿਆ ਕੀ ਕਰਨੀ? ਇਹ ਵਿਆਖਿਆ 'ਚ ਆਉਂਦਾ ਹੀ ਨਹੀਂ। ਹਾਂਜੀ, ਇਹ ਵਿਆਖਿਆ 'ਚ ਆਉਂਦਾ ਹੀ ਨਹੀਂ। ਕੀ ਦੱਸਾਂਗੇ? ਉੱਥੇ ਹੈ ਹੀ ਕੁਛ ਨਹੀਂ। ਉੱਥੇ ਹੈ ਹੀ ਪਰਮ ਪ੍ਰਕਾਸ਼। ਉਹ ਸਾਨੂੰ ਆਪਣੇ ਵੱਲ ਖਿੱਚ ਲੈਂਦਾ ਤੇ ਅਸੀਂ ਜੋਤ ਸਵਰੂਪ ਹੋ ਜਾਂਦੇ ਹਾਂ, ਪ੍ਰਕਾਸ਼ ਸਵਰੂਪ ਹੋ ਜਾਂਦੇ, ਤਤ ਸਵਰੂਪ ਹੋ ਜਾਂਦੇ ਹਾਂ, ਅਸੀਂ ਅਕਾਲ ਪੁਰਖ ਸਵਰੂਪ ਹੋ ਜਾਂਦੇ। ਕੀ ਕਰਾਂਗੇ ਵਿਆਖਿਆ? ਇਸ ਕਰਕੇ ਕਹਿੰਦੇ ਨੇ ਜੇਕਰ ਕੋਈ ਜੁੜੇ ਹੋਏ ਦੀ ਵਿਆਖਿਆ ਕਰੇ, ਉਹ ਹਲਕੀ ਫੁਲਕੀ ਫਿਜ਼ੀਕਲ ਐਕਟੀਵਿਟੀ ਨੂੰ ਹੀ ਸਮਝ ਸਕਦਾ ਹੈ। ਇੱਥੋਂ ਤੱਕ ਕਿ ਉਹ ਵੀ ਨਹੀਂ ਸਮਝ ਸਕਦਾ। ਅਖੀਰ ਵਿੱਚ ਪਛਤਾਉਣਾ ਹੀ ਰਹਿ ਜਾਂਦਾ ਹੈ। ਕਾਗਦ ਕਲਮ ਨਾ ਲਿਖਣ ਹਾਰ। ਮਹਾਰਾਜ ਜੀ ਕਹਿੰਦੇ ਨੇ ਹੁਣ ਕੋਈ ਬੰਦਾ ਕਹੇ ਚਲੋ ਬਿਆਨ ਤਾਂ ਨਹੀਂ ਹੋ ਸਕਦਾ, ਚੱਕੋ ਕਲਮ ਚੱਕੋ ਕਾਗਜ਼, ਹੁਣ ਉਹਦੀ ਵਿਆਖਿਆ ਕਰ ਦਈਏ। ਕਹਿਣ ਲੱਗੇ ਜੇ ਜ਼ਬਾਨ ਨੇ ਨਹੀਂ ਕਥਨ ਕੀਤਾ ਤੇ ਹੁਣ ਤੇਰਾ ਹੱਥ ਕੀ ਲਿਖ ਲਏਗਾ, ਕਲਮ ਕੀ ਲਿਖ ਲਏਗੀ? ਨਾ ਕਲਮ ਵਿੱਚ ਸ਼ਕਤੀ ਹੈ। ਕਿਉਂ? ਕਲਮ ਕਿਹੜੀ ਬ੍ਰਹਮ ਗਿਆਨੀ ਆ? ਹੱਥ ਕਿਹੜਾ ਬ੍ਰਹਮ ਗਿਆਨੀ ਆ? ਹਾਂਜੀ, ਤੇ ਬੁੱਧੀ ਕਿਹੜੀ ਬ੍ਰਹਮ ਗਿਆਨੀ ਹੈ?
ਕਿਉਂਕਿ ਲਿਖਣਾ ਤੇ ਬੁੱਧੀ ਨੇ, ਧਿਆਨ ਬ੍ਰਹਮ ਗਿਆਨੀ ਨਹੀਂ ਹੈ। ਇਸ ਕਰਕੇ ਕਾਗਜ਼ ਵਿੱਚ ਕੋਈ ਸ਼ਕਤੀ ਨਹੀਂ, ਆਪਣੇ ਸੀਨੇ ਉੱਤੇ ਉਹਨਾਂ ਅਲਫਾਜ਼ਾਂ ਨੂੰ ਉਕਰਨ ਦੀ ਉਹ ਸ਼ਕਤੀ ਕਲਮ ਨੂੰ ਦਵੇ, ਤੇ ਕਲਮ ਵਿੱਚ ਕੋਈ ਸ਼ਕਤੀ ਨਹੀਂ ਕਿ ਕਲਮ ਦੀਆਂ ਅੱਖਾਂ ਨੇ ਤੇ ਉਹਨੇ ਵੇਖ ਲਿਆ ਕਿ ਬ੍ਰਹਮ ਗਿਆਨੀ ਕੈਸਾ ਹੁੰਦਾ ਹੈ। ਕਲਮ ਲਿਖ ਨਹੀਂ ਸਕਦੀ, ਕਾਗਜ਼ ਆਪਣੇ ਉੱਤੇ ਲਿਖਾ ਨਹੀਂ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ, ਭਾਵੇਂ ਸਾਰੇ ਕਹਿੰਦੇ ਰਲ ਕੇ ਬਹਿ ਕੇ ਵਿਚਾਰ ਜ਼ਰੂਰ ਕਰਦੇ ਆ, ਉਹ ਤੇ ਅਸੀਂ ਕਰਨੀ ਆ ਨਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਅਸੀਂ ਬੈਠ ਕੇ ਜਦੋਂ ਜੀਵਨ ਉੱਚੇ ਜੀਵਨ ਵਾਲਿਆਂ ਦੀ ਗੱਲ ਕਰਾਂਗੇ ਤੇ ਸਾਡਾ ਵੀ ਜੀ ਕਰਦਾ, ਤਿਨਾ ਦੇਖ ਮਨ ਚਾਉ ਉਠੰਦਾ, ਹਾਉ ਕਦ ਪਾਈ ਗੁਣ ਤਾਸਾ। ਉਹਨਾਂ ਨੂੰ ਵੇਖ ਕੇ ਮਨ 'ਚ ਚਾਉ ਪੈਦਾ ਹੁੰਦਾ ਕਿ ਜੇ ਉਹਨਾਂ ਦਾ ਇੰਨਾ ਪਵਿੱਤਰ ਜੀਵਨ ਸੀ, ਅੱਛਾ ਜੀ 101 ਪਾਠ ਕਰਦੇ ਸੀ, ਮਹਾਰਾਜ ਜੀ ਅਰਦਾਸ ਕੀਤੀ, ਆਪਾਂ ਵੀ ਸ਼ੁਰੂ ਕਰ ਦਿੱਤੇ ਜੀ। ਅੱਛਾ ਜੀ ਮਹਾਂਪੁਰਸ਼ ਅੰਮ੍ਰਿਤ ਵੇਲੇ ਉੱਠਦੇ ਸੀ, ਇੱਦਾਂ ਬਖਸ਼ਿਸ਼ ਹੋਈ ਸੀ, ਆਪਾਂ ਵੀ ਉੱਠਣਾ ਸ਼ੁਰੂ ਕਰ ਦਿੱਤਾ ਜੀ। ਅੱਛਾ ਮਹਾਂਪੁਰਖ ਤੁਰਦੇ ਗੱਲਾਂ ਨਹੀਂ ਸੀ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਆਪਾਂ ਵੀ ਸ਼ੁਰੂ ਕਰਤਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੰਨੇ ਕਾ, ਇੱਥੇ ਰੁਕ ਜਾਣਾ, ਮੰਨੇ ਕਾ ਬਹਿ ਕਰਨ ਵਿਚਾਰ। ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੀ ਵਿਚਾਰ ਬਹਿ ਕੇ ਕੀਤੀ ਜਾਂਦੀ ਆ। ਕਹਿੰਦੇ ਨੇ ਉਹਦਾ ਵੀ ਸਾਨੂੰ ਲਾਹਾ ਮਿਲਦਾ ਆ, ਪਰ ਐਕਚੁਅਲ ਵਿੱਚ ਸਾਨੂੰ ਉਹਨਾਂ ਦੀ ਵਿਚਾਰ ਦੀ ਸਮਝ ਨਹੀਂ ਹੈ, ਸੋਝੀ ਨਹੀਂ ਹੈ। ਉਹ ਤਾਂ ਜਾਂ ਰੱਬ ਜਾਣਦਾ ਜਾਂ ਬ੍ਰਹਮ ਗਿਆਨੀ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ, ਕਈ ਵਾਰ ਬ੍ਰਹਮ ਗਿਆਨੀ ਨੂੰ ਵੀ ਨਹੀਂ ਪਤਾ ਹੁੰਦਾ ਕਿ ਖੇਡ ਕਿੰਨੀ ਵੱਡੀ ਵਰਤ ਗਈ। ਬ੍ਰਹਮ ਗਿਆਨੀ ਤੇ ਫਿਰ ਚੁੱਪ ਹੀ ਹੋ ਜਾਂਦਾ ਹੈ, ਹਾਸਾ ਹੀ ਆਈ ਜਾਂਦਾ ਹੈ ਕਿ ਅੱਛਾ ਇੰਨਾ ਸੌਖਾ ਕੰਮ ਸੀ, ਐਂ ਹੀ ਹੋ ਗਿਆ ਚੁਟਕੀ ਮਾਰਦੇ ਹੀ, ਆਪਾਂ ਤਾਂ ਐਵੇਂ ਇੰਨੀ ਟੈਨਸ਼ਨ ਲਈ ਬੈਠੇ ਸੀ, ਐਂ ਹੀ ਮਿਲਿਆ। ਤੇ ਮਿਲਿਆ ਕਿਹੜਾ ਬਾਹਰੋਂ, ਅੰਦਰੋਂ ਹੀ। 1 ਸੈਕਿੰਡ ਲੱਗਾ ਬਸ, ਸਵਿਚ ਔਨ ਕਰਨ ਤੇ 100 ਸਾਲ ਥੋੜ੍ਹਾ ਲੱਗਦੇ ਆ, 1 ਸੈਕਿੰਡ ਹੀ ਲੱਗਦਾ ਨਾ। ਦੀਵਾ ਬਾਲਣ ਤੇ 1 ਸੈਕਿੰਡ ਲੱਗਦਾ। ਤੇ ਬ੍ਰਹਮ ਗਿਆਨੀ ਫਿਰ ਰੰਗ ਦੇ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਅੰਤ ਪਾਉਣ ਵਾਲੇ ਪਾਸੇ ਨਹੀਂ ਚੱਲਦਾ। ਬ੍ਰਹਮ ਗਿਆਨੀ ਦੂਸਰੇ ਦੀ ਵਿਆਖਿਆ ਨਹੀਂ ਕਰਦਾ, ਕਿਉਂਕਿ ਉਹਨੂੰ ਲੋੜ ਹੀ ਨਹੀਂ। ਹੁਣ ਉਹ ਸੰਪੂਰਨ ਹੋ ਗਿਆ, ਯਾਤਰਾ ਸੰਪੂਰਨ ਹੋ ਗਈ ਆਪਣੇ ਰੰਗ 'ਚ, ਆਪਣੇ ਆਨੰਦ 'ਚ। ਕਹਿੰਦੇ ਨੇ ਮੰਨੇ ਕਾ ਬਹਿ ਕਰਨ ਵਿਚਾਰ, ਉਹਨਾਂ ਦੀ ਵਿਚਾਰ ਕਰਨ ਦੇ ਨਾਲ ਸਾਨੂੰ ਆਪਣੇ ਆਪ ਨੂੰ ਸੇਧ ਮਿਲਦੀ ਆ। ਅਸੀਂ ਬਸ ਵਿਚਾਰ ਹਲਕੀ ਫੁਲਕੀ ਥੋੜ੍ਹੀ ਬਹੁਤੀ ਕਰ ਸਕਦੇ ਹਾਂ, ਸੰਪੂਰਨ ਨਹੀਂ ਕਰ ਸਕਦੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਵਰ ਦਾ ਨਾਮ ਨਿਰਅੰਜਨ ਹੈ, ਨਿਰ ਰਹਿਤ, ਅੰਜਨ ਮਾਇਆ ਦੀ ਕਾਲਖ ਤੋਂ ਬਿਨਾਂ। ਕਹਿੰਦੇ ਨੇ ਕਿ ਪਰਮੇਸ਼ਵਰ ਦਾ ਨਾਮ ਮਾਇਆ ਦੀ ਕਾਲਖ ਤੋਂ ਬਿਨਾਂ ਹੈ। ਤੂੰ ਜਪੀ ਚੱਲ, ਜਪੀ ਚੱਲ, ਜਪੀ ਜਾ, ਜਪੀ ਜਾ, ਤੇਰੇ ਅੰਦਰ ਵੀ ਮਾਇਆ ਦੀ ਕਾਲਖ ਖਤਮ ਹੋ ਜਾਏਗੀ। ਪਰ ਕਹਿੰਦੇ ਨੇ ਜੇ ਕੋ ਮਨ, ਇਹ ਜਿਹੜਾ ਮਨ ਆ ਇਹਦਾ ਅਰਥ ਇਹ ਆ, ਜੇ ਕਿਤੇ ਤੂੰ ਸੁਣ ਸੁਣ ਕੇ ਸ਼ਰਧਾ ਭਾਵਨਾ ਅੰਦਰ ਪੈਦਾ ਕਰ ਲਵੇਂ, ਤੈਨੂੰ ਭਰੋਸਾ ਇੰਨਾ ਵੱਡਾ ਹੋ ਜਾਏ ਕਿ ਗੁਰੂ ਹੀ ਸਾਰਾ ਕੁਝ ਆ, ਗੁਰ ਪਰਮੇਸ਼ਰ ਇੱਕੋ ਜਾਣ। ਤੇਰੇ ਮਨ ਦੇ ਵਿੱਚ ਹੋਵੇ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਜਿਸ ਵੇਲੇ ਤੈਨੂੰ ਇੰਨਾ ਭਰੋਸਾ ਹੋ ਗਿਆ, ਉਸ ਭਰੋਸੇ ਦੀ ਅਵਸਥਾ ਨੂੰ ਕਹਿੰਦੇ ਨੇ ਮੰਨਣਾ। ਜੇ ਕੋ ਮਨ ਭਾਵ ਕਿ ਤੇਰੇ ਅੰਦਰ ਸ਼ਰਧਾ ਪੈਦਾ ਹੋ ਜਾਏ। ਤੇ ਕਿਹੜੀ ਚੀਜ਼ ਅੰਦਰ ਸ਼ਰਧਾ ਪੈਦਾ ਹੋਵੇ? ਜੇ ਕੋ ਮਨ ਜਾਣੈ ਮਨ ਕੋਇ। ਪਹਿਲੇ ਮਨ ਦੇ ਉੱਤੇ ਟਿੱਪੀ ਆ, ਉਹਨੂੰ ਕਹਿਣਾ ਮਨ, ਦੂਸਰਾ ਆ ਮਨ। ਜੇ ਕੋ ਮਨ ਜਾਣੈ ਮਨ ਕੋਇ, ਦੂਸਰਾ ਮਨ ਆਪਾਂ ਪੋਲਾਈਟਲੀ ਪੜ੍ਹਾਂਗੇ, ਅਸੀਂ ਸਮੂਥਲੀ ਪੜ੍ਹਾਂਗੇ ਇਹਨੂੰ। ਜਿਹੜਾ ਅਗਲਾ ਮਨ ਆ ਉਹਦਾ ਅਰਥ ਆ ਸਾਡਾ ਹਿਰਦਾ। ਜਿਹੜਾ ਪਹਿਲਾ ਮਨ ਆ ਉਹ ਹਿਰਦੇ ਦੇ ਵਿੱਚ ਪੈਦਾ ਹੋਣ ਵਾਲੀ ਅਵਸਥਾ, ਉਸ ਨੂੰ ਤੁਸੀਂ ਯਕੀਨ ਕਹਿ ਲਓ, ਸ਼ਰਧਾ ਕਹਿ ਲਓ, ਭਾਵਨਾ ਕਹਿ ਲਓ, ਭਰੋਸਾ ਕਹਿ ਲਓ, ਕੋਈ ਸ਼ਬਦ ਦੇ ਦਿਓ। ਕਹਿਣ ਲੱਗੇ ਜੇਕਰ ਕੋਈ ਆਪਣੇ ਹਿਰਦੇ ਦੇ ਵਿੱਚ ਸੰਪੂਰਨ ਸ਼ਰਧਾ ਵਾਲੀ ਅਵਸਥਾ ਨੂੰ ਧਾਰਨ ਕਰੇ ਤੇ ਫਿਰ ਪਰਮੇਸ਼ਵਰ ਦੀ ਦਇਆ ਦੇ ਨਾਲ ਮਾਇਆ ਦੀ ਕਾਲਖ ਖਤਮ ਹੋ ਜਾਏਗੀ। ਪਰ ਦਾਸ ਬੇਨਤੀ ਕਰੇ, ਇਹ ਸ਼ਰਧਾ ਉਹਦੀ ਬਖਸ਼ਿਸ਼ ਤੋਂ ਬਿਨਾਂ ਪੈਦਾ ਹੀ ਨਹੀਂ ਹੁੰਦੀ। ਤੇ ਬਖਸ਼ਿਸ਼ ਕਿਵੇਂ ਹੋਏਗੀ? ਗੁਰਪ੍ਰਸਾਦ। ਬਹੁਤੀ ਵਿਆਖਿਆ ਦੀ ਲੋੜ ਨਹੀਂ ਹੈ ਇਹਦੇ ਵਾਸਤੇ, ਬਹੁਤੀ ਕਥਾ ਦੀ ਲੋੜ ਨਹੀਂ। ਬਖਸ਼ਿਸ਼ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ,
ਬਸ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ। ਗੁਰੂ ਦਾ ਹੁਕਮ ਹੋ ਗਿਆ। ਹੁਣ ਅੱਗੇ ਬੰਦੇ ਦਾ ਐਫਰਟ ਹੈ। ਅੱਗੇ ਬੰਦੇ ਨੇ ਹੁਣ ਸੱਤ ਕਰਕੇ ਬਚਨ ਮੰਨਣਾ ਹੈ। ਗੁਰੂ ਦੀ ਬਖਸ਼ਿਸ਼ ਇੰਨੀ ਤੇਜ਼ੀ ਨਾਲ ਵਰਤਦੀ ਆ ਕਿ ਇੰਨੀ ਤੇਜ਼ੀ ਨਾਲ ਸੰਸਾਰ ਦੇ ਵਿੱਚ ਕੋਈ ਚੀਜ਼ ਵਰਕ ਹੀ ਨਹੀਂ ਕਰਦੀ। ਇੱਥੋਂ ਤੱਕ ਕਿ ਮਨ ਦੀ ਸਪੀਡ ਵੀ ਇੰਨੀ ਨਹੀਂ ਜਿੰਨੀ ਗੁਰੂ ਦੀ ਬਖਸ਼ਿਸ਼ ਨਾਜ਼ਲ ਹੁੰਦੀ, ਜਿੰਨੀ ਛੇਤੀ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋ ਮਨ ਜਾਣੈ ਮਨ ਕੋਏ। ਇਹਨਾਂ ਦੋਵਾਂ ਅਲਫਾਜ਼ਾਂ ਦੇ ਵਿੱਚ ਡਿਫਰੈਂਸ ਤੁਸੀਂ ਦੇਖਿਓ। ਜੇ ਕੋ ਮਨ ਜਾਣੈ ਮਨ ਕੋਏ, ਜੇਕਰ ਕੋਈ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਰੱਖ ਲਵੇ, ਉਹ ਹੀ ਇਸ ਅਵਸਥਾ ਨੂੰ ਜਾਣ ਸਕਦਾ ਹੈ। ਉਹ ਹੀ ਆਪਣੀ ਆਤਮਿਕ ਅਵਸਥਾ ਉੱਚੀ ਨੂੰ ਪ੍ਰਾਪਤ ਕਰ ਸਕਦਾ ਹੈ। ਮੰਨੈ ਸੁਰਤ ਹੋਵਾ ਮਨ ਬੁੱਧ। ਜੇਕਰ ਕਿਸੇ ਮਨੁੱਖ ਦੇ ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਕਿਉਰਿਓਸਿਟੀ ਪੈਦਾ ਹੋ ਜਾਏ, ਜਿਵੇਂ ਸਾਨੂੰ ਖੋਹ ਪੈਂਦੀ ਪ੍ਰਸ਼ਾਦਾ ਨਹੀਂ ਨਾ ਛਕਦੇ, ਪਹਿਲੀ ਗੱਲ ਭੁੱਖ ਲੱਗਦੀ ਆ। ਭੁੱਖ ਅਜੇ ਸ਼ੁਰੂ ਹੁੰਦੀ ਸਾਨੂੰ ਮਹਿਸੂਸ ਹੋ ਜਾਂਦੀ ਕਿ ਭੁੱਖ ਲੱਗਣੀ ਸ਼ੁਰੂ ਹੋ ਗਈ। ਜਿਸ ਵੇਲੇ ਇੰਤਹਾ ਹੋ ਜਾਂਦੀ ਆ ਤੇ ਅਸੀਂ ਕਹਿੰਦੇ ਆ ਕਿ ਸਾਡਾ ਹੁਣ ਨਾ ਸਰੀਰ ਖਾਲੀ ਖਾਲੀ ਮਹਿਸੂਸ ਹੋਣ ਲੱਗ ਪਿਆ, ਫਿਰ ਅਸੀਂ ਪ੍ਰਸ਼ਾਦੇ ਵੱਲ ਦੌੜਦੇ ਆ। ਭੁੱਖ ਸਾਨੂੰ ਦੌੜਾਉਂਦੀ ਆ। ਭੁੱਖ ਆਤਮਿਕ ਜੀਵਨ ਦੇ ਵਿੱਚ ਵੀ ਸਾਡੇ ਨਿਘਾਰ ਦਾ ਕਾਰਨ ਸਾਡੀ ਵਾਸ਼ਨਾ ਦੀ ਭੁੱਖ, ਤੇ ਇੱਧਰਲੇ ਪਾਸੇ ਵੀ ਭੁੱਖ, ਹਰ ਪਾਸੇ। ਤੇ ਜੇ ਆਤਮਿਕ ਉੱਚੀ ਅਵਸਥਾ ਦੀ ਗੱਲ ਕਰੀਏ, ਉੱਥੇ ਵੀ ਭੁੱਖ। ਸਾਚੇ ਨਾਮ ਕੀ ਲਾਗੈ ਭੂਖ। ਭੁੱਖ ਲੱਗ ਜਾਏ ਤੈਨੂੰ ਸੱਚੇ ਨਾਮ ਦੀ, ਉਤ ਭੁੱਖ ਹੈ ਖਾਏ ਚਲੀਏ ਹੈ ਦੁੱਖ। ਸਾਰੇ ਸੰਸਾਰ ਦੀਆਂ ਭੁੱਖਾਂ ਦੁੱਖਾਂ ਨੂੰ ਜਨਮ ਦਿੰਦੀਆਂ ਨੇ। ਸਿਰਫ ਇੱਕੋ ਇੱਕ ਭੁੱਖ ਆ, ਰੱਬ ਦੇ ਨਾਮ ਦੀ ਭੁੱਖ ਲੱਗ ਗਈ, ਸਾਰੇ ਦੁੱਖ ਦੂਰ ਹੋ ਜਾਣਗੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਖ ਤੇਰੇ ਅੰਦਰ ਭੁੱਖ ਲੱਗੀ ਤੇ ਤੂੰ ਪ੍ਰਸ਼ਾਦੇ ਵੱਲ ਦੌੜਿਆ। ਜੇ ਤੈਨੂੰ ਸਿਮਰਨ ਦੀ, ਤੈਨੂੰ ਨਿਤਨੇਮ ਦੀ, ਤੈਨੂੰ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੀ ਭੁੱਖ ਨਹੀਂ ਲੱਗੀ, ਇਹਦਾ ਮਤਲਬ ਤੂੰ ਬਿਮਾਰ ਆ। ਤੇਰੇ ਅੰਦਰ ਬਿਮਾਰੀਆਂ ਬੜੀਆਂ ਭਿਅੰਕਰ ਪੈਦਾ ਹੋ ਗਈਆਂ। ਤੈਨੂੰ ਇੰਨੇ ਸਾਲ ਹੋ ਗਏ ਤੈਨੂੰ ਭੁੱਖ ਹੀ ਨਹੀਂ ਲੱਗੀ। ਮਹਾਰਾਜ ਦੀ ਬਾਣੀ ਤੇ ਇੱਥੋਂ ਤੱਕ ਕਹਿੰਦੀ ਤੈਨੂੰ ਕਈ ਜਨਮਾਂ ਦੀ ਭੁੱਖ ਨਹੀਂ ਲੱਗੀ। ਤੇ ਭੁੱਖ ਨਹੀਂ ਲੱਗੀ ਤੇ ਗੁਰੂ ਨੂੰ ਪੁੱਛ, ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਉਹਨਾਂ ਕੋਲ ਬੈਠ ਜਿਨ੍ਹਾਂ ਨੂੰ ਭੁੱਖ ਲੱਗਦੀ ਆ, ਫਿਰ ਤੈਨੂੰ ਵੀ ਲੱਗ ਜਾਏਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭੁੱਖ ਤੇ ਸਿਰਫ ਸਾਧੂਆਂ ਸੰਤਾਂ ਮਹਾਂਪੁਰਖਾਂ ਨੂੰ ਲੱਗਦੀ ਹੈ ਨਾ, ਉਹਨਾਂ ਕੋਲ ਬੈਠੇਗਾ ਤੇਰਾ ਵੀ ਸੁਭਾਅ ਹੋ ਜਾ ਬਣਨਾ ਸ਼ੁਰੂ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਮੰਨੈ, ਇੱਥੇ ਰੁਕ ਜਾਣਾ ਜੀ। ਮੰਨੈ, ਇੱਥੇ ਦੁਲਾਵਾਂ ਨੇ ਅਸੀਂ ਅਕਸਰ ਮੰਨੇ ਕਹਿ ਦਿੰਦੇ ਆ, ਪਰ ਇਹ ਆ ਮੰਨੈ। ਮੰਨੈ, ਜੇ ਤੂੰ ਮੰਨ ਲਿਆ, ਤੇਰਾ ਹਿਰਦਾ ਭਰੋਸਾ ਧਾਰ ਕੇ ਬਹਿ ਗਿਆ, ਸੁਰਤ ਹੋਵੈ ਮਨ ਬੁੱਧ, ਫਿਰ ਤੇਰੇ ਮਨ ਨੂੰ ਸੁਰਤ ਆ ਜਾਏਗੀ। ਸੁਰਤ ਦਾ ਅਰਥ ਕੀ ਹੁੰਦਾ ਹੈ? ਜਾਗ ਆ ਜਾਏਗੀ, ਜਾਗਰਤੀ ਆ ਜਾਏਗੀ। ਅਸੀਂ ਸੁੱਤੇ ਪਏ ਹਾਂ ਮਹਾਰਾਜ, ਚੰਗੇ ਭਲੇ ਜਾਗਦੇ ਹਾਂ, ਜਕਾਰੇ ਛੱਡਦੇ ਫਿਰਦੇ ਹਾਂ। ਅਸੀਂ ਛੱਡਦੇ ਕੱਖ ਨਹੀਂ। ਛਕਣਾ ਹੋਵੇ ਤੇ ਦੌੜੇ ਫਿਰਦੇ ਹਾਂ, ਲੜਨਾ ਹੋਵੇ ਤਾਂ ਵੀ ਦੌੜੇ ਫਿਰਦੇ ਹਾਂ। ਤੇ ਤੁਸੀਂ ਕਹਿੰਦੇ ਸੁੱਤੇ ਪਏ ਆ। ਮਹਾਰਾਜ ਜੀ ਕਹਿੰਦੇ ਹਾਂ ਕਾਕਾ, ਜੇ ਜਾਗਿਆ ਹੁੰਦਾ ਤੇ ਤੈਨੂੰ ਰੱਬ ਨਾ ਦਿਸ ਪੈਂਦਾ। ਮੰਨੈ, ਰੁਕ ਜਾਣਾ ਜੀ। ਸੁਰਤ ਹੋਵੇ ਮਨ ਬੁੱਧ, ਤੇਰੀ ਬੁੱਧੀ ਨੂੰ ਵੀ ਸੁਰਤ ਆ ਜਾਏਗੀ। ਤੇਰੀ ਬੁੱਧੀ ਵੀ ਸੁੱਤੀ ਪਈ ਆ। ਜੇ ਜਾਗਦੀ ਹੁੰਦੀ ਤੇ 24 ਘੰਟੇ ਅਜੱਪਾ ਜਾਪ ਚੱਲਣਾ ਸੀ। ਜੇ ਤੇਰਾ ਮਨ ਜਾਗਦਾ ਹੁੰਦਾ ਤੇ ਫਿਰ ਤੂੰ ਪਰਮੇਸ਼ਵਰ ਦੇ ਦਰਸ਼ਨ ਕਰਨੇ ਸੀ। ਤੂੰ ਸਰੀਰ ਦੇ ਵਿੱਚੋਂ ਨਿਕਲ ਜਾਇਆ ਕਰਨਾ ਸੀ। ਤੂੰ ਸਰੀਰ ਤੋਂ ਅਲੱਗ ਜੀਵਣਾ ਸੀ। ਤੂੰ ਸਰੀਰ ਵਾਸਤੇ ਨਹੀਂ ਸੀ ਜੀਵਣਾ, ਫਿਰ ਤੂੰ ਆਪਣੀ ਆਤਮਾ ਵਾਸਤੇ ਤੇ ਆਪਣੇ ਗੁਰੂ ਵਾਸਤੇ ਜੀਵਣਾ ਸੀ। ਕਹਿੰਦੇ ਜਿਸ ਵੇਲੇ ਤੂੰ ਮੰਨ ਲਿਆ ਫਿਰ ਤੂੰ ਜਾਗ ਪਏਗਾ। ਤੇ ਜਿਸ ਵੇਲੇ ਮਨ ਸੁੱਤਾ ਹੋਵੇ ਨਾ, ਤੇ ਉਹਦੀ ਨਿਸ਼ਾਨੀ ਇਹੀ ਹੁੰਦੀ, ਭੁੱਖ ਨਹੀਂ ਲੱਗਦੀ। ਮਹਾਰਾਜ ਜੀ ਕਹਿੰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਤੂੰ ਨੇਤਰਾਂ ਨਾਲ ਚੰਗਾ ਮਾੜਾ ਦੇਖਦਾ, ਤੈਨੂੰ ਪਤਾ ਨਹੀਂ। ਇੱਕ ਵੀ ਤੂੰ ਗਲਤ ਚੀਜ਼, ਗੰਦੀ ਚੀਜ਼ ਦੇਖ ਲਈ ਨੇਤਰਾਂ ਦੇ ਨਾਲ, ਉਹ ਇੱਕ ਵਾਰੀ ਤੂੰ ਵੇਖ ਲਈ, 24,000 ਸਵਾਸਾਂ ਤੋਂ ਬਾਅਦ ਉਹਨੇ ਕਈ ਮਿਲੀਅਨ ਆਪਣੇ ਅੰਦਰੋਂ ਹੋਰ ਚੀਜ਼ਾਂ ਪੈਦਾ ਕਰ ਦੇਣੀਆਂ ਨਾ, ਕਿਰਤ ਕਰ ਦੇਣੀਆਂ ਆ। ਜਿਹੜੀ ਵੀ ਚੀਜ਼ ਅਸੀਂ ਅੱਖਾਂ ਨਾਲ ਦੇਖਦੇ ਹਾਂ, ਉਹ ਅੰਦਰੋਂ ਵੱਧਦੀ ਆ। ਕਿਉਂਕਿ ਮਨ ਸਾਡੀ, ਜੋ ਸਾਡਾ ਮਨ ਹੈ ਧਰਤੀ ਆ। ਜਿਵੇਂ ਧਰਤੀ ਵਿੱਚ ਕੋਈ ਬੀਜ ਬੀਜੀਏ ਨਾ, ਉਹ ਪ੍ਰਫੁੱਲਤ ਹੁੰਦਾ ਕਈ ਗੁਣਾ। ਇਸੇ ਤਰ੍ਹਾਂ ਜੋ ਅਸੀਂ ਅੱਖਾਂ ਨਾਲ ਦੇਖ ਲੈਂਦੇ ਹਾਂ,
ਉਹ ਸਾਡੇ ਮਨ 'ਚ ਬੀਜਿਆ ਜਾਂਦਾ, ਫਿਰ ਉਹ ਅੰਦਰੋਂ ਬੱਚੇ ਪੈਦਾ ਕਰੀ ਜਾਂਦਾ। ਇਹ ਬਹੁਤ ਡੂੰਘਾਈ ਦੀ ਬਾਤ ਆ। ਇਸ ਕਰਕੇ ਮਹਾਂਪੁਰਖ ਕਹਿੰਦੇ ਨੇ, ਭਾਈ ਤੂੰ ਸਿਮਰਨ ਕੀਤਾ, ਐਵੇਂ ਨਾ ਹੋਵੇ ਅਖਬਾਰ ਫੜ ਕੇ ਪੜ੍ਹਨ ਲੱਗ ਪਵੇਂ ਤੇ ਜੋ ਤੂੰ ਅੰਦਰ ਇਕੱਠਾ ਕੀਤਾ ਸਾਰੇ ਦੇ ਉੱਤੇ ਖੀਰ ਤੂੰ ਤਿਆਰ ਕੀਤੀ ਹੈ, ਇੰਨੀ ਸੁੰਦਰ ਇੰਨੀ ਸਵਾਦਿਸ਼ਟ, ਉਹ ਤੂੰ ਛਕਣੀ ਆ, ਸਵਾਦ ਧੂੜ ਲਈ, ਵਿਸ਼ਟਾ ਧੂੜ ਲਿਆ। ਮਹਾਂਪੁਰਖ ਇਸ ਕਰਕੇ ਅਖਬਾਰ ਵੀ ਨਹੀਂ ਪੜ੍ਹਦੇ। ਉਹ ਕਹਿੰਦੇ ਇਨਫੋਰਮੇਸ਼ਨ ਨਾਲ ਤੇ ਵੈਸੇ ਸਾਡਾ ਦਿਮਾਗ ਘੁੰਮਿਆ ਪਿਆ ਆ, ਇਹਨੂੰ ਇਨਫੋਰਮੇਸ਼ਨ ਨਹੀਂ ਚਾਹੀਦੀ, ਇਹਨੂੰ ਬ੍ਰਹਮ ਗਿਆਨ ਚਾਹੀਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੁੱਤਾ ਪਿਆ ਹੈ ਨੈਨੋ ਨੀਂਦ, ਤੇਰੀਆਂ ਅੱਖਾਂ ਸੁੱਤੀਆਂ ਪਈਆਂ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਰਸਨਾ ਸੋਈ ਲੋਭ ਮੀਠੈ ਸਾਧ। ਕਹਿਣ ਲੱਗੇ ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਸੁੱਤਾ ਪਿਆ, ਬੜਾ ਭਿਅੰਕਰ ਸੁੱਤਾ ਪਿਆ, ਘੂਕ ਸੁੱਤਾ ਪਿਆ, ਬੇਹੋਸ਼ ਹੀ ਹੋਇਆ ਪਿਆ, ਤੂੰ ਤੇ ਕੋਮਾ ਵਿੱਚ ਲੰਮੇ ਪਿਆ, ਤੈਨੂੰ ਤਾਂ ਪਤਾ ਹੀ ਕੁਝ ਹੀ ਹੋਈ ਕੀ ਜਾਂਦਾ, ਕਿਵੇਂ ਤੇਰੇ ਚੁਗਿਰਦੇ ਦੀ ਸ਼ਕਤੀ ਵਰਤ ਰਹੀ ਆ। ਫਿਰ ਪਤਾ ਲੱਗਦਾ ਹਵਾ ਜੋ ਸਾਡੇ ਵੱਲ ਆ ਰਹੀ ਆ, ਇੱਕ ਪ੍ਰਕਾਸ਼ ਸਵਰੂਪ ਪਰਮੇਸ਼ਵਰ ਭੇਜ ਰਿਹਾ, ਫਿਰ ਹਰ ਚੀਜ਼ 'ਚ ਪ੍ਰਕਾਸ਼ ਦਿਸਦਾ, ਹਰ ਚੀਜ਼ ਵਿੱਚ ਪ੍ਰਕਾਸ਼ ਦਿਸਦਾ। ਇੱਥੋਂ ਤੱਕ ਕਿ ਜੋ ਸਾਨੂੰ ਮਾਰਨ ਵਾਸਤੇ ਆ ਰਿਹਾ ਉਹਦੇ ਵਿੱਚ ਵੀ ਪ੍ਰਕਾਸ਼ ਦਿਸਦਾ। ਐਸੀ ਕਿਰਪਾ ਹੋ ਜਾਂਦੀ ਆ, ਜਮਦੂਤ ਵੀ ਜੇਕਰ ਸਾਹਮਣੇ ਆ ਜਾਣ ਨਾ ਤੇ ਉਹਦੇ ਵਿੱਚ ਵੀ ਪ੍ਰਕਾਸ਼ ਦਿਸਦਾ ਕਿ ਬਣਾਇਆ ਤਾਂ ਰੱਬ ਨੇ ਹੀ ਹੈ ਨਾ, ਜੋਤ ਤੇ ਉਹਦੀ ਵਰਤ ਰਹੀ ਆ। ਤੇ ਤਾਂ ਹੀ ਤੇ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਜਿਹੜੇ ਜਲਾਦ ਨੇ ਸਿਰ ਕਲਮ ਕੀਤਾ ਸੀ, ਮਹਾਰਾਜ ਜੀ ਦਾ ਸੀਸ ਕਲਮ ਕੀਤਾ ਸੀ ਨੌਵੇਂ ਪਾਤਸ਼ਾਹ, ਮਹਾਰਾਜ ਜੀ ਕਹਿੰਦੇ ਸੀ ਲੋਕਾਂ ਲਈ ਜਲਾਦ ਹੈ ਤੂੰ, ਪਰ ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਕਿ ਤੇਰੇ ਵਿੱਚ ਵੀ ਤੇ ਉਹੀ ਆ। ਵੇਖੋ ਮਾਰਨ ਵਾਸਤੇ ਆਇਆ, ਮਹਾਰਾਜ ਜੀ ਨੇ ਸ਼ਹੀਦ ਕੀਤਾ, ਪਰ ਮਹਾਰਾਜ ਜੀ ਵੇਖ ਕੇ ਹੱਸ ਰਹੇ ਆ, ਮੁਸਕਰਾ ਰਹੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਨੰਗੀ ਤਲਵਾਰ ਦੇ ਅੱਗੇ ਮੁਸਕਰਾਉਂਦੇ ਹੋਏ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ ਕਹਿੰਦੇ ਨੇ, ਮੰਨੈ ਸੁਰਤ ਹੋਵੈ ਮਨ ਬੁੱਧ, ਸੁਰਤ ਜਾਗ ਪਈ। ਹੁਣ ਮੌਤ ਦਾ ਪਤਾ ਲੱਗ ਗਿਆ, ਅਸਲ ਵਿੱਚ ਮੌਤ ਨਹੀਂ ਹੈ ਤੇ ਚੋਲਾ ਤਿਆਗਣਾ। ਅੱਗੇ ਬਖਸ਼ਿਸ਼ ਕਰਦੇ ਹਨ, ਮੰਨਾ ਸਗਲ ਭਵਨ ਕੀ ਸੁਧ। ਫਿਰ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੀ ਫਿਰ ਸਮਝ ਆ ਜਾਂਦੀ ਹੈ ਕਿ ਹਰ ਥਾਂ ਦੇ ਉੱਤੇ ਪਰਮੇਸ਼ਵਰ ਦੀ ਸ਼ਕਤੀ ਕੰਮ ਕਰਦੀ ਪਈ ਹੈ। ਮੈਂ ਵੀ ਟੈਨਸ਼ਨ ਲਈ ਬੈਠਾ ਹਾਂ ਕਿ ਮੈਂ ਕੁਝ ਕਰਾਂਗਾ, ਮੂਲ ਕਾਰਜ ਕਰਨਾ ਸੀ। ਅੰਮ੍ਰਿਤ ਵੇਲੇ ਉੱਠ ਤੇ ਬੰਦਗੀ ਵਿੱਚ ਜੁੜ, ਤੇ ਜੇ ਤੂੰ ਬੰਦਗੀ ਵਿੱਚ ਜੁੜ ਗਿਆ, ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ, ਤੇ ਕੀ ਉਹ ਤੇਰੇ ਉੱਤੇ ਬਖਸ਼ਿਸ਼ ਨਾ ਵਰਤਾਏਗਾ। ਕਹਿਣ ਲੱਗੇ ਹੁਣ ਸਮਝ ਪੈ ਗਈ ਕਿ ਸਿਰਫ ਉਹਦੀ ਨਾਮ ਦੀ ਸ਼ਕਤੀ ਹੀ ਸਰਵ ਸ੍ਰੇਸ਼ਟ ਹੈ। ਮੋਹ ਚੋਟਾ ਨਾ ਖਾਏ। ਕਹਿੰਦੇ ਨੇ ਫਿਰ ਜਿਵੇਂ ਮਨੁੱਖ ਨੇ ਸੁਣ ਕੇ ਮੰਨ ਲਿਆ, ਫਿਰ ਵਿਸ਼ੇ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਣਗੀਆਂ। ਵਿਸ਼ੇ ਵਿਕਾਰ ਚੋਟਾਂ ਹੀ ਮਾਰਦੇ ਨੇ ਨਾ, ਫਿਰ ਸਾਡੀ ਆਤਮਾ ਦੇ ਉੱਤੇ ਹਨੇਰੇ ਦੇ ਪਰਦੇ ਪੈਂਦੇ ਨੇ। ਇੱਕ ਵਾਰ ਕੋਈ ਮਨੁੱਖ ਜੇ ਵਿਕਾਰ ਭੋਗਦਾ ਹੈ ਤੇ ਅੰਦਰ ਹਨੇਰਾ ਹੋਰ ਵੱਧ ਜਾਂਦਾ ਹੈ, ਹੋਰ ਵੱਧ ਜਾਂਦਾ ਹੈ। ਜਿਵੇਂ ਜਿਵੇਂ ਅਸੀਂ ਗੁਰਮੰਤਰ ਕਰਦੇ ਹਾਂ, ਫਿਰ ਤੇ ਐਸਾ ਵੀ ਸਮਾਂ ਆਉਂਦਾ ਹੈ ਕਿ ਜੋ ਜੀਵਨ ਸਾਥੀ ਹੁੰਦਾ ਹੈ, ਉਹਦੇ ਅੱਗੇ ਹੱਥ ਜੋੜ ਕੇ ਤੇ ਸੀਸ ਝੁਕਾਉਣ ਨੂੰ ਜੀ ਕਰਦਾ ਹੈ, ਚਰਨਾਂ ਤੇ ਨਮਸਕਾਰ ਕਰਨ ਨੂੰ ਜੀ ਕਰਦਾ ਹੈ। ਧੰਨ ਆ ਜੋ ਮੇਰੀਆਂ ਗਲਤੀਆਂ ਦੱਸਦਾ ਹੈ। ਸਮਾਂ ਆਉਂਦਾ ਹੈ, ਫਿਰ ਵਿਸ਼ੇ ਵਿਕਾਰ ਦਾ ਹਲਕਾ ਜਿਹਾ ਵੀ ਦਾਗ ਜੀਵਨ ਵਿੱਚ ਨਹੀਂ ਰਹਿ ਜਾਂਦਾ, ਜੀਵਨ ਪਵਿੱਤਰ ਹੋ ਜਾਂਦਾ ਹੈ। ਮੰਨਾ ਜਮ ਕਾ ਸਾਥ ਨਾ ਜਾਏ। ਫਿਰ ਕਹਿੰਦੇ ਨੇ ਕਿ ਜਿਸ ਵੇਲੇ ਕੋਈ ਪਰਮੇਸ਼ਵਰ ਦੇ ਨਾਮ ਨੂੰ ਜਪ ਜਪ ਕੇ ਆਪਣੇ ਅੰਦਰ ਸ਼ਰਧਾ ਭਾਵਨਾ ਪੈਦਾ ਕਰ ਲੈਂਦਾ ਹੈ, ਫਿਰ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਫਿਰ ਜਮ ਆ ਕੇ ਨਹੀਂ ਲੈ ਕੇ ਜਾਂਦੇ, ਫਿਰ ਖੁਦ ਸੱਚੇ ਪਾਤਸ਼ਾਹ ਜੀ ਹੁੰਦੇ ਨੇ ਤੇ ਸਾਨੂੰ ਸਾਂਭਣ ਵਾਸਤੇ ਸਾਨੂੰ ਗਲਵੱਕੜੀ ਪਾ ਕੇ ਤੇ ਆਪਣੀ ਗੋਦ ਵਿੱਚ ਬਿਠਾ ਕੇ ਲੈ ਜਾਂਦੇ ਨੇ। ਕਿਉਂਕਿ ਗੁਰੂ ਧਾਰਨ ਕਰਨ ਦਾ ਅਰਥ ਇਹੀ ਆ ਕਿ ਗੁਰੂ ਦੀ ਜ਼ਿੰਮੇਵਾਰੀ ਆ। ਜੇਕਰ ਗੁਰੂ ਧਾਰਨ ਕੀਤਾ ਤਾਂ ਜ਼ਿੰਮੇਵਾਰੀ ਹੈ, ਜੇ ਗੁਰੂ ਧਾਰਨ ਕੀਤੇ ਨਹੀਂ ਫਿਰ ਜ਼ਿੰਮੇਵਾਰੀ ਕਾਹਦੀ। ਇਸ ਕਰਕੇ ਗੁਰੂ ਧਾਰਨਾ ਅਤ ਲਾਜ਼ਮੀ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਇਸ ਕਰਕੇ ਪਰਮੇਸ਼ਵਰ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ, ਤੇ ਜੇਕਰ
ਕੋਈ ਮਨੁੱਖ ਆਪਣੇ ਹਿਰਦੇ ਦੇ ਵਿੱਚ ਸੰਪੂਰਨ ਸ਼ਰਧਾ, ਭਾਵਨਾ, ਭਰੋਸਾ, ਦ੍ਰਿੜਤਾ ਟਿਕਾ ਲਵੇ ਤੇ ਫਿਰ ਕਹਿੰਦੇ ਨੇ ਉਹ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਏਗਾ। ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਮੰਨੈ ਮਾਰਗ ਠਾਕ ਨਾ ਪਾਏ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਜਿਸ ਵੇਲੇ ਮਨੁੱਖ ਸਿਮਰਨ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲੈਂਦਾ ਹੈ, ਫਿਰ ਮੰਨ ਲੈਂਦਾ ਹੈ, ਫਿਰ ਸੰਸਾਰਕ ਪੱਧਰ ਤੇ ਜਿਹੜੇ ਵੀ ਕਾਰਜ ਨੂੰ ਹੱਥ ਪਾਉਂਦਾ ਹੈ ਚੜ੍ਹਦੀ ਕਲਾ 'ਚ ਹੋਈ ਜਾਂਦਾ ਹੈ। ਤੇ ਜਿਸ ਵੇਲੇ ਰੂਹਾਨੀ ਮਾਰਗ ਤੇ ਚੱਲਦਾ ਹੈ ਉਸ ਵੇਲੇ ਵੀ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਤੇ ਠਾਕ ਦਾ ਅਰਥ ਆ ਰੁਕਾਵਟ, ਠਾਕ ਦਾ ਅਰਥ ਆ ਕੋਈ ਰਸਤੇ ਦੇ ਵਿੱਚ ਠਾਕਣ ਵਾਲਾ, ਰੋਕਣ ਵਾਲਾ। ਤੇ ਜਦੋਂ ਗੁਰੂ ਦੇ ਸ਼ਬਦ ਦੀ ਬਖਸ਼ਿਸ਼ ਹੁੰਦੀ ਉਸ ਵੇਲੇ ਆਤਮਾ ਦੀ ਤਾਕਤ ਇਤਨੀ ਕੁ ਵੱਧ ਜਾਂਦੀ ਕਿ ਸੰਸਾਰ ਦੇ ਵਿੱਚ ਇਤਨੀ ਸ਼ਕਤੀ ਕਿਸੇ ਵੀ ਚੀਜ਼ ਵਿੱਚ ਨਹੀਂ ਹੁੰਦੀ ਜਿੰਨੀ ਆਤਮਾ ਦੇ ਵਿੱਚ ਹੁੰਦੀ ਆ। ਇੱਥੋਂ ਤੱਕ ਦੇਵੀ ਦੇਵਤਿਆਂ ਵਿੱਚ ਵੀ ਉਨੀ ਤਾਕਤ ਨਹੀਂ ਹੁੰਦੀ, ਜਦਕਿ ਦੇਵੀ ਦੇਵਤੇ ਸਤਿਕਾਰਯੋਗ ਨੇ, ਸਤਿਕਾਰਯੋਗ ਨੇ। ਸਾਡਾ ਪਿਤਾ ਹੈ, ਪਰ ਦੂਜਿਆਂ ਦਾ ਪਿਤਾ ਉਹ ਅਸੀਂ ਭੰਡਣਾ ਕਿਉਂ? ਆਪਣਾ ਪਿਤਾ ਤੇ ਆਪਣਾ ਪਿਤਾ ਹੈ, ਦੂਜੇ ਵੀ ਠੀਕ ਨੇ। ਠੀਕ ਹੈ, ਉਹ ਸਾਡੇ ਪਿਤਾ ਦਾ ਰੁਤਬਾ ਨਹੀਂ ਲੈ ਸਕਦੇ, ਪਰ ਕਿਸੇ ਦਾ ਤੇ ਪਿਤਾ ਹੈ ਨਾ। ਅਸੀਂ ਕਾਹਨੂੰ ਕਹਿਣਾ? ਸਿੱਖ ਨਾ ਇਹ ਸ਼ਬਦ ਵਰਤੇ ਕਿ ਬਸ ਅਸੀਂ ਸੱਚਖੰਡ ਵਾਸੀ ਹਾਂ, ਬਾਕੀ ਸਾਰੇ ਨਰਕ ਵਾਸੀ ਹੈ। ਨਹੀਂ, ਜਿਹੜੀ ਸ਼ਕਤੀ ਜਿਸ ਮੰਡਲ ਦੀ ਵਾਸੀ ਹੈ ਆਪਣੇ ਭਾਵਨਾ ਵਾਲੇ ਨੂੰ, ਸ਼ਰਧਾਲੂਆਂ ਨੂੰ ਉੱਥੇ ਲੈ ਜਾਂਦੀ ਹੈ। ਸਾਰੇ ਸਤਿਕਾਰਯੋਗ ਨੇ। ਹੁਣ ਇੱਕ ਪਤਨੀ ਆਪਣੇ ਘਰ ਵਾਲੇ ਦੀ ਸਿਫਤ ਕਰੇ ਤੇ ਬਾਕੀ ਸਾਰਿਆਂ ਦੀ ਨਿੰਦਿਆ ਕਰੇ, ਗੱਲ ਬਣਦੀ ਨਹੀਂ ਨਾ। ਠੀਕ ਆ ਭਾਈ, ਠੀਕ ਆ ਭੈਣੇ, ਤੈਨੂੰ ਆਪਣਾ ਘਰ ਵਾਲਾ ਪਿਆਰਾ ਆ, ਕੋਈ ਦੂਜੀ ਬੀਬੀ ਕਹਿ ਸਕਦੀ ਆ ਜਿਵੇਂ ਤੈਨੂੰ ਪਿਆਰਾ ਸਾਨੂੰ ਆਪਣਾ ਘਰ ਵਾਲਾ ਪਿਆਰਾ। ਰੌਲਾ ਕਾਹਦਾ ਪਾਏ? ਜੇ ਤੈਨੂੰ ਪਿਆਰਾ ਆ, ਜੇ ਤੇਰਾ ਸਤਿਕਾਰ ਤੇਰੇ ਮਨ ਦੇ ਵਿੱਚ ਉਹਦੇ ਪ੍ਰਤੀ ਬਹੁਤ ਆ, ਤੇ ਸਾਡੇ ਮਨ 'ਚ ਆਪਣੇ ਇਸ਼ਟ ਦੇ ਪ੍ਰਤੀ, ਆਪਣੇ ਪਤੀ ਦੇ ਪ੍ਰਤੀ ਸਤਿਕਾਰ ਆ। ਇਸ ਕਰਕੇ ਸਾਨੂੰ ਭੰਡਣਾ ਨਹੀਂ ਚਾਹੀਦਾ। ਸਾਰੀਆਂ ਸ਼ਕਤੀਆਂ ਸਤਿਕਾਰਯੋਗ ਆ। ਕਹਿੰਦੇ ਨੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਜਿਸ ਵੇਲੇ ਪੂਰਨ ਗੁਰੂ ਸਿਰ ਤੇ ਹੋਵੇ, ਪੂਰਨ ਗੁਰੂ ਦਾ ਸ਼ਬਦ ਹੋਵੇ, ਪੂਰੇ ਗੁਰੂ ਦੀ ਸ਼ਬਦ ਦੀ ਕਮਾਈ ਹੋਵੇ, ਤੇ ਫਿਰ ਰਸਤੇ ਦੇ ਕਿਸੇ ਵੀ ਮਾਰਗ ਦੇ ਵਿੱਚ ਰੁਕਾਵਟ ਨਹੀਂ ਪੈਂਦੀ। ਮੰਨੈ ਪਤ ਸਿਓ ਪ੍ਰਗਟ ਜਾਏ। ਫਿਰ ਪਰਮੇਸ਼ਵਰ ਦੇ ਘਰ ਦੇ ਵਿੱਚ ਮਨੁੱਖ ਇੱਜ਼ਤ ਪੱਤ ਦੇ ਨਾਲ ਜਾਂਦਾ ਹੈ। ਫਿਰ ਉੱਥੇ ਸ਼ੋਭਾ ਹੁੰਦੀ ਹੈ ਕਿ ਆਹ ਦੇਖੋ ਜੀ, ਕਰੋੜਾਂ ਵਿੱਚ ਕੋਈ ਇੱਕ ਆਇਆ ਜੀ, ਜਿਹਨੇ ਆਪਣੀ ਇੱਜ਼ਤ ਪੱਤ ਬਚਾ ਕੇ ਰੱਖੀ, ਆਪਣੇ ਜੀਵਨ ਦੇ ਕੱਪੜੇ ਨੂੰ ਕਦੀ ਕਾਲਾ ਦਾਗ ਨਹੀਂ ਲੱਗਣ ਦਿੱਤਾ, ਇਹਦੇ ਨੇਤਰ ਨਿਰਮਲ ਰਹਿ ਗਏ, ਇਹਦੇ ਨੇਤਰਾਂ ਦੇ ਵਿੱਚ ਵਿਕਾਰਾਂ ਦਾ ਦਾਗ ਨਹੀਂ, ਇਹਦਾ ਇੱਕ ਇੱਕ ਇੰਦਰਾ ਨਿਰਮਲ ਆ, ਪ੍ਰਕਾਸ਼ ਸਵਰੂਪ ਸੀ, ਤੇ ਇਹਨੇ ਜੀਵਨ ਕਮਾਇਆ। ਤੇ ਕਰੋੜਾਂ ਵਿੱਚੋਂ ਕੋਈ ਇੱਕ ਅੱਧ ਹੀ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਉਹ ਇੱਕ ਅੱਧ ਕੌਣ ਆ? ਤੂੰ ਆ। ਤੂੰ ਕਮਾ। ਸਭ ਤੋਂ ਔਖਾ ਆ ਗੁਰੂ ਦਾ ਮਿਲਣਾ। ਜਦ ਗੁਰੂ ਮਿਲ ਗਿਆ ਬਾਕੀ ਸਾਰੀ ਖੇਡ ਗੁਰੂ ਵਰਤਾ ਦਿੰਦਾ। ਮੰਨੈ ਭਾਗ ਨ ਚੱਲਾ ਪੰਥ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਜਿਸ ਵੇਲੇ ਤੂੰ ਇੱਕ ਮਾਰਗ ਦੇ ਉੱਤੇ ਤੁਰ ਪਿਆ, ਤੈਨੂੰ ਪਤਾ ਲੱਗ ਜਾਣਾ ਹੈ ਕਿ ਸਾਰੇ ਪਾਸੇ ਇੱਕ ਗੁਰੂ ਦੇ ਸ਼ਬਦ ਦਾ ਵਰਤਾਰਾ ਵਰਤ ਰਿਹਾ, ਇੱਕ ਦਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਕਾਸ਼ ਹੈ। ਫਿਰ ਤੂੰ ਵੱਖੋ ਵੱਖਰੇ ਮਾਰਗਾਂ ਤੇ ਨਹੀਂ ਚੱਲੇਗਾ। ਫਿਰ ਤੂੰ ਇਹ ਨਹੀਂ ਕਹੇਗਾ ਇੰਜ ਕਰ ਲਈਏ ਤੇ ਜ਼ਿਆਦਾ ਫਾਇਦਾ ਹੋ ਜੂ। ਉਹ ਜਿਹੜਾ ਬਾਬਾ ਦਾਮੂ ਸ਼ਾਹ ਕੇ ਮਾਮੂ ਸ਼ਾਹ, ਉਹਨੂੰ ਮੱਥਾ ਟੇਕ ਲਈਏ, ਕਹਿੰਦੇ ਨੇ ਕਿ ਬੜੀ ਤਾਕਤ ਵਾਲਾ ਆ। ਜਾਂ ਫਿਰ ਬਾਬਾ ਚੁੱਪ ਸ਼ਾਹ, ਕਹਿੰਦੇ ਨੇ ਕਿ ਚੁੱਪ ਹੀ ਕੀਤਾ ਰਿਹਾ ਸੀ, ਬਾਅਦ 'ਚ ਪਤਾ ਲੱਗਦਾ ਉਹਦੇ ਵਿਚਾਰਾ ਗੂੰਗਾ ਸੀ, ਉਹ ਵਿਚਾਰਾ ਕਿੱਥੋਂ ਬੋਲਦਾ। ਬਾਬਾ ਰੋਡੇ ਸ਼ਾਹ, ਗੋਡੇ ਸ਼ਾਹ, ਇਹਨਾਂ ਨੂੰ ਮੱਥਾ ਟੇਕ ਲਈਏ। ਜੇ ਨਹੀਂ ਤੇ ਚਲੋ ਮਾਤਾ ਵੈਸ਼ਨੋ ਜੀ ਤੇ ਚੱਲੀਏ ਜੀ। ਮਾਤਾ ਤੋਂ ਗੱਲ ਨਹੀਂ ਬਣੀ, ਚਲੋ ਸ਼ਿਵਜੀ ਭਗਵਾਨ ਕੋ ਚਲੇ ਜਾਈਏ। ਸਾਰਿਆਂ ਨੇ ਅਖੀਰ ਤੇ ਰਲ ਕੇ ਇਹੀ ਕਹਿਣਾ ਇਹ ਕਿਸੇ ਇੱਕ ਦਾ ਹੈ ਹੀ ਨਹੀਂ, ਛੱਡੋ ਪਰਾਂ, ਇਹ ਬੰਦਾ ਹੀ ਦੋਗਲਾ ਹੈ। ਜੇਕਰ ਕੋਈ ਦੋਗਲਾ ਬੰਦਾ ਹੋਵੇ, ਸੰਸਾਰ 'ਚ ਕੋਈ ਭਰੋਸਾ ਨਹੀਂ ਕਰਦਾ, ਤੇ ਦੇਵੀ ਦੇਵਤੇ ਸਾਰੇ ਇਕੱਠੇ ਕਰਕੇ ਰੱਖ ਲਓ ਤੇ ਅਸੀਂ ਸਾਰੇ ਆਪਸ 'ਚ ਗੱਲਾਂ ਕਰਦੇ ਹੀ ਹੋਣਗੇ। ਆਹ ਵੇਖ ਲਓ, ਆ ਗਿਆ ਦੋਗਲਾ, ਇੱਕ ਦਾ ਹੈ ਹੀ ਨਹੀਂ। ਜਿਹੜੀ ਧਰਮ ਪਤਨੀ ਇੱਕ ਦੀ ਨਹੀਂ, ਉਹਨੂੰ ਲੋਕੀ ਕਿੰਨੇ ਭੈੜੇ ਸ਼ਬਦਾਂ ਨਾਲ ਸੰਬੋਧਨ ਕਰਦੇ ਆ, ਤੇ ਜਿਹੜਾ ਇੱਕ ਗੁਰੂ ਦਾ ਨਹੀਂ, ਦੱਸੋ ਜੀ ਫਿਰ ਉਹਦਾ ਕਿੰਨਾ ਕੁ ਸਤਿਕਾਰ ਹੋਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹਨੂੰ ਅੰਦਰੋਂ ਗਿਆਨ ਹੋ ਜਾਂਦਾ, ਬ੍ਰਹਮ ਗਿਆਨ, ਉਹ ਵੱਖੋ ਵੱਖਰੇ ਮਾਰਗਾਂ ਤੇ ਨਹੀਂ ਚੱਲਦਾ।
ਜੇ ਮੱਥਾ ਨਾ ਟੇਕਿਆ ਤੇ ਇਹ ਜਿਹੜਾ ਬਾਬਾ ਚੁੱਪ ਛਾਇਆ ਨਾ, ਇਹ ਗੱਡੀ ਪਲਟਾ ਦਿੰਦਾ ਜੀ। ਲੈ, ਹੋਵੇਂ ਤੂੰ ਗੁਰੂ ਨਾਨਕ ਦਾ ਸਿੱਖ, ਹੋਵੇ ਕਲਗੀਧਰ ਪਾਤਸ਼ਾਹ ਦਾ ਸਿੱਖ, ਤੇ ਤੂੰ ਬਾਬੇ ਚੁੱਪ ਛਾਹ ਤੋਂ ਡਰਦਾ ਫਿਰੇ। ਆਏ ਸੀ ਗੁਰਮੁਖ ਪਿਆਰੇ, ਕਹਿੰਦੇ ਅਸੀਂ ਗੱਡੀ 'ਚ ਜਾ ਰਹੇ ਸੀ ਤੇ ਬਾਬੇ ਚੁੱਪ ਛਾਹ ਨੂੰ ਮੱਥਾ ਨਹੀਂ ਟੇਕਿਆ ਤੇ ਅਸੀਂ ਰਸਤਾ ਹੀ ਭਟਕ ਗਏ। ਉਹ ਭਰਾਵੋ, ਜੇ ਤੁਸੀਂ ਗੁਰੂ ਦਾ ਭਰੋਸਾ ਕੀਤਾ ਹੁੰਦਾ, ਕਾਹਨੂੰ ਰਸਤਾ ਭਟਕਦੇ? ਗੁਰੂ ਤੋਂ ਵੱਡੀ ਕੋਈ ਸ਼ਕਤੀ ਹੈ? ਮਹਾਰਾਜ ਜੀ ਕਹਿੰਦੇ ਤੂੰ ਮੰਨਿਆ ਨਹੀਂ। ਅੰਮ੍ਰਿਤਪਾਲ ਸਿੰਘ, ਜੇ ਕਿਤੇ ਮੰਨਿਆ ਹੁੰਦਾ ਤੇ ਫੇਰ ਤੂੰ ਰਸਤਾ ਨਹੀਂ ਸੀ ਭਟਕਣਾ, ਤੇ ਭਟਕਿਆ ਹੀ ਤਾਂ ਕਿਉਂਕਿ ਤੇਰਾ ਧਿਆਨ ਚੁੱਪ ਛਾਹ ਵੱਲ ਚਲ ਗਿਆ। ਜੇ ਤੇਰਾ ਧਿਆਨ ਗੁਰੂ ਵੱਲ ਹੁੰਦਾ ਤੇ ਗੁਰੂ ਤਾਂ ਸਰੀਰ ਤਿਆਗਣ ਤੋਂ ਬਾਅਦ ਹੀ ਸਾਂਭ ਲੈਂਦਾ, ਤੂੰ ਤੇ ਚੰਗਾ ਭਲਾ ਸਰੀਰ ਵਿੱਚ ਸਾਂ। ਮਹਾਰਾਜ ਜੀ ਕਹਿੰਦੇ ਨੇ ਫਿਰ ਵੱਖੋ ਵੱਖਰੇ ਮਾਰਗਾਂ ਤੇ ਨਹੀਂ ਚੱਲਦਾ, ਉਹਨੂੰ ਪਤਾ ਲੱਗ ਜਾਂਦਾ ਮਾਰਗ ਸਿਰਫ ਇੱਕ ਆ, ਉਹ ਸਾਡੀ ਸਰੀਰ ਅੰਦਰ ਮਾਰਗ ਆ ਰੱਬ ਨੂੰ ਮਿਲਣ ਦਾ। ਤੇ ਸਰੀਰ ਸਿਰਫ ਇਸ ਕਰਕੇ ਨਹੀਂ ਆ, ਭੁੱਖ ਲੱਗੀ ਆ, ਜੋ ਧਰਤੀ ਵਿੱਚੋਂ ਪੈਦਾ ਹੋਇਆ ਆਟਾ ਆ, ਤੇ ਉਹਨੂੰ ਪਾਣੀ ਪਾ ਕੇ, ਉਹਨੂੰ ਗੁੰਨ ਕੇ, ਉਹਦੀਆਂ ਰੋਟੀਆਂ ਬਣਾ ਕੇ, ਪ੍ਰਸ਼ਾਦੇ ਬਣਾ ਕੇ, ਤੇ ਫਿਰ ਉਹ ਸਰੀਰ ਵਿੱਚ ਸੁੱਟੀ ਜਾਓ। ਇਹ ਸਰੀਰ ਇਸ ਕਰਕੇ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ। ਅੱਗੇ ਮਹਾਰਾਜ ਜੀ ਸਮਝਾਉਂਦੇ ਹਨ, ਮੰਨੈ ਧਰਮ ਸੇਤੀ ਸੰਬੰਧ। ਫਿਰ ਮਨੁੱਖ ਦੇ ਅੰਦਰ ਦੀ ਭਾਵਨਾ ਸਿੱਧਾ ਹੀ ਧਰਮ ਦੇ ਨਾਲ ਜੋੜ ਦਿੰਦੀ ਹੈ। ਮਨੁੱਖ ਦਾ ਸੰਬੰਧ ਸਿੱਧਾ ਧਰਮ ਨਾਲ ਜੁੜ ਜਾਂਦਾ ਤੇ ਬੰਦਾ ਧਰਮੀ ਬਣ ਜਾਂਦਾ। ਧਰਮ ਉਸ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦਾ, ਉਹਦੇ ਵੇਖਣ ਵਿੱਚ ਧਰਮ ਪ੍ਰਗਟ ਹੋ ਜਾਂਦਾ, ਉਹਦੇ ਨੇਤਰਾਂ ਵਿੱਚ ਨਿਰਮਲਤਾ ਆ ਜਾਂਦੀ ਆ, ਉਹਦੇ ਸਰੀਰ ਦੀ ਇੱਕ ਇੱਕ ਐਕਟੀਵਿਟੀ ਦੇ ਵਿੱਚ ਫਿਰ ਨਿਰਮਲ ਭਾਵ ਪ੍ਰਗਟ ਹੁੰਦਾ ਹੈ, ਨਿਰਮਲ ਰਿਸ਼ਮਾ ਪ੍ਰਗਟ ਹੁੰਦੀਆਂ ਨੇ। ਤੇ ਇੰਜ ਲੱਗਦਾ ਹੈ ਕਿ ਇਹ ਜਿਉਂਦਾ ਜਾਗਦਾ ਧਰਮ ਤੁਰਿਆ ਜਾ ਰਿਹਾ ਹੈ, ਇਹ ਧਰਮੀ ਬੰਦਾ ਹੈ। ਹਾਂਜੀ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਇਸ ਕਰਕੇ ਪਰਮੇਸ਼ਵਰ ਦਾ ਨਾਮ ਜਪਣਾ ਚਾਹੀਦਾ ਹੈ। ਪਰਮੇਸ਼ਵਰ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇ ਕਹਿੰਦੇ ਨੇ ਇਹ ਅਵਸਥਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਇੱਕ ਵਾਰ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਧਾਰ ਲੈਂਦੇ ਨੇ, ਤੇ ਸ਼ਰਧਾ ਭਾਵਨਾ ਧਾਰਨ ਤੋਂ ਬਾਅਦ ਬਾਕੀ ਦੇ ਆਸਰੇ ਛੱਡ ਦਿੰਦੇ ਹਨ। ਮੰਨਾ ਪਾਵਹਿ ਮੋਖ ਦੁਆਰ। ਜਿਸ ਵੇਲੇ ਅੰਦਰ ਭਾਵਨਾ ਪ੍ਰਗਟ ਹੋ ਗਈ, ਬੰਦੇ ਨੇ ਮੰਨ ਲਿਆ, ਤੇ ਫਿਰ ਕਹਿੰਦੇ ਨੇ ਜੋ ਮੁਕਤੀ ਦਾ ਦਰਵਾਜ਼ਾ ਹੈ ਉਹ ਸੁਤੇ ਸਿੱਧ ਜਿਉਂਦੇ ਜੀ ਹੀ ਪ੍ਰਾਪਤ ਹੋ ਜਾਂਦਾ ਹੈ। ਮੰਨਾ ਪਰਵਾਰ ਸਾਧਾਰ। ਇੱਥੇ ਪਰਿਵਾਰ ਹੈ ਸਾਧਾਰ ਦਾ ਅਰਥ ਹੈ ਜੋ ਸਾਡੇ ਕਰਮ ਇੰਦਰੇ, ਗਿਆਨ ਇੰਦਰੇ ਹਨ, ਉਹ ਪਰਮੇਸ਼ਵਰ ਦੀ ਟੇਕ ਤੇ ਜਿਉਣਾ ਸ਼ੁਰੂ ਕਰ ਦਿੰਦੇ ਹਨ। ਪਹਿਲਾਂ ਇਹ ਸਾਡੇ ਕਰਮ ਇੰਦਰੇ, ਗਿਆਨ ਇੰਦਰੇ, 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਜੋ 9 ਇੰਦਰੀਆਂ ਸੀ, ਪਹਿਲਾਂ ਸੰਸਾਰ ਦੀਆਂ ਵਾਸ਼ਨਾਵਾਂ ਦੀ ਟੇਕ ਲੈਂਦੀਆਂ ਸੀ, ਹੁਣ ਇਹ ਗੁਰੂ ਦੇ ਸ਼ਬਦ ਦੇ ਉੱਤੇ ਟੇਕ ਲੈਂਦੀਆਂ ਨੇ। ਤੇ ਜਿਸ ਵੇਲੇ ਕੋਈ ਭਗਤੀ ਵਾਲਾ ਹੋਵੇ, ਆਪਣੇ ਪਰਿਵਾਰ ਦੇ ਵਿੱਚ ਵੀ ਟਿਕ ਜਾਏ, ਤੇ ਉਹਦੀਆਂ ਆਤਮਿਕ ਤਰੰਗਾਂ ਦੂਜੇ ਜੀਆਂ ਨੂੰ ਪ੍ਰਭਾਵਿਤ ਕਰਦੀਆਂ ਨੇ। ਕਹਿੰਦੇ ਇਸ ਢੰਗ ਦੇ ਨਾਲ ਉਹ ਜਿੱਥੇ ਵੀ ਬਹਿ ਜਾਏ, ਬਿਨਾਂ ਬੋਲਿਆਂ ਹੀ ਦੂਜੇ ਨੂੰ ਸਿੱਖਿਆ ਮਿਲ ਜਾਂਦੀ ਹੈ, ਦੂਜੇ ਦਾ ਪਾਰ ਉਤਾਰਾ ਹੋ ਜਾਂਦਾ ਹੈ, ਦੂਜੇ ਨੂੰ ਉਹ ਸ਼ਬਦ ਦ੍ਰਿੜ ਹੋ ਜਾਂਦਾ ਹੈ। ਇਸ ਕਰਕੇ ਆਖਿਆ ਜਾਂਦਾ ਹੈ ਘਰ ਦੇ ਵਿੱਚ ਕਦੀ ਵੀ ਬੱਚਿਆਂ ਸਾਹਮਣੇ ਲੜੋ ਨਾ, ਗੁੱਸੇ ਵਿੱਚ ਬੈਠੋ ਨਾ, ਕਿਉਂਕਿ ਤੁਸੀਂ ਬੈਠ ਗਏ ਬੱਚਿਆਂ ਦੇ ਵਿੱਚ ਜਾਂ ਪਰਿਵਾਰ ਵਿੱਚ, ਜੇ ਵਾਸ਼ਨਾ ਤਹਿਤ ਹੋਏ ਤੁਹਾਡੀਆਂ ਵਾਸ਼ਨਾਵਾਂ ਬੱਚਿਆਂ ਤੱਕ ਜਾਣਗੀਆਂ। ਜੇ ਗੁੱਸੇ ਵਿੱਚ ਤੁਸੀਂ ਬੋਲੇ, ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਅੱਗ ਖਵਾ ਰਹੇ ਜੀ। ਜੇ ਤੁਸੀਂ ਖਿੱਚ ਕੇ ਰਹੇ, ਤੁਸੀਂ ਬੱਚਿਆਂ ਨੂੰ ਜ਼ਹਿਰ ਖਵਾ ਰਹੇ ਜੀ। ਘਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰੋ, ਬੱਚਿਆਂ ਨੂੰ ਕੁਝ ਕਹੋ ਵੀ ਨਾ, ਤੇ ਉਹਨਾਂ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਪਏਗਾ, ਕਿਉਂਕਿ ਇਹ ਅਦ੍ਰਿਸ਼ਟ ਸਾਡੇ ਅੰਦਰ ਜੋ ਖਿਆਲਾਤ ਨੇ ਦੂਸਰਿਆਂ ਤੇ ਅਸਰ ਕਰਦੇ ਨੇ, ਸਾਡੀਆਂ ਵਾਈਬ੍ਰੇਸ਼ਨਸ ਅਸਰ ਕਰਦੀਆਂ ਨੇ। ਇਸ ਕਰਕੇ ਪਰਿਵਾਰ ਦੇ ਵਿੱਚ ਜਾਂਦਿਆਂ ਸਾਰ ਇਹ ਦੇਖੋ, ਸਾਡਾ ਜਾਣਾ ਇਸ ਤਰ੍ਹਾਂ ਹੈ ਕਿ ਅਸੀਂ ਜਾਂਦਿਆਂ ਸਾਰ ਜੋ ਸਾਡਾ ਸੁਭਾਅ ਆ, ਜੋ ਸਾਡੀ ਕੰਡੀਸ਼ਨ ਆ, ਅਸੀਂ ਬੱਚਿਆਂ ਦੇ ਮੂੰਹ ਵਿੱਚ ਪਾਉਣੀ ਹੈ। ਤੇ ਮੂੰਹ ਸਾਡਾ ਇੱਕ ਨਹੀਂ, 3.5 ਕਰੋੜ ਮੂੰਹ ਨੇ, 3.5 ਕਰੋੜ ਰੋਮ ਆ ਸਾਡਾ ਇੱਕ ਰੋਮ ਭੋਜਨ ਕਰਦਾ ਹੈ, ਇੰਦਰੀਆਂ ਭੋਜਨ ਕਰਦੀਆਂ। ਤੇ ਅਸੀਂ ਇੰਦਰੀਆਂ ਦੇ ਰਾਹੀਂ ਅਸੀਂ ਗੰਦਮੰਦ ਆਪ ਵੀ ਖਾਈਏ ਤੇ ਬੱਚਿਆਂ ਨੂੰ ਵੀ ਖਵਾਈਏ, ਚੰਗਾ ਨਹੀਂ ਨਾ ਲੱਗਦਾ। ਗੁਰੂ ਦੇ ਘਰ ਵਿੱਚ ਚੰਗਾ ਨਹੀਂ ਲੱਗਦਾ। ਕਦੀ ਅਸੀਂ ਗੁਰੂ ਘਰ ਵਿੱਚ ਜਾ ਕੇ ਗਾਲਾਂ ਕੱਢੀਆਂ, ਕਦੀ ਅਸੀਂ ਖਿੱਚ ਕੇ ਬੋਲੇ, ਕਿਉਂ? ਗੁਰੂ ਘਰ ਆ। ਮਹਾਰਾਜ ਜੀ ਕਹਿੰਦੇ ਨੇ ਤੇਰਾ ਘਰ ਵੀ ਤੇ ਗੁਰੂ ਘਰ ਹੀ ਆ,
ਜਿੱਥੇ ਗੁਰੂ ਨਾਨਕ ਦੀ ਬਾਣੀ ਜਪਣ ਵਾਲਾ ਹੋਇਆ ਉਹ ਵੀ ਤਾਂ ਗੁਰੂ ਘਰ ਆ। ਇਸ ਕਰਕੇ ਆਪਣੇ ਸੁਭਾਅ ਨੂੰ ਸ਼ਾਂਤ ਰੱਖ, ਕਿਉਂਕਿ ਤੇਰੇ ਸੁਭਾਅ ਗਰਮ ਹੋਣ ਦੇ ਨਾਲ ਤੂੰ ਵੀ ਬਿਮਾਰੀ ਦੇ ਵਿੱਚ ਗ੍ਰਸਤ ਹੋਏਗਾ, ਵਿਸ਼ੇ ਵਿਕਾਰਾਂ ਨਾਲ ਗ੍ਰਸਤ ਹੋਏਗਾ, ਦੂਜਿਆਂ ਨੂੰ ਵੀ ਗ੍ਰਸਤ ਕਰੇਗਾ। ਤੂੰ ਤੇ ਬਰਬਾਦ ਹੋਇਆ ਹੀ ਹੋਇਆ, ਦੂਜਿਆਂ ਨੂੰ ਵੀ ਕਰੇਗਾ। ਤੂੰ ਆਪਣੇ ਸਰੀਰ ਨੂੰ ਅੱਗ ਲਾ ਕੇ ਆਪਣੇ ਘਰ ਵਿੱਚ ਪਹੁੰਚ ਗਿਆ, ਆਪਣੀ ਬੱਚੀ ਨੂੰ ਗਲਵਕੜੀ ਪਾਈ, ਕੀ ਅੱਗ ਨਹੀਂ ਲੱਗੇਗੀ? ਉਹਨੂੰ ਲੱਗੇਗੀ। ਬੱਚੇ ਨੂੰ ਗਲਵਕੜੀ ਪਾਈ, ਅੱਗ ਲੱਗੇਗੀ। ਇੱਥੋਂ ਤੱਕ ਕਿ ਸੋਫੇ ਤੇ ਬਹਿ ਗਿਆ, ਬੈੱਡ ਤੇ ਬਹਿ ਕੇ ਅੱਗ ਨਹੀਂ ਲੱਗੇਗੀ। ਤੇ ਜਿਹੜੀ ਸੰਸਾਰੀ ਅੱਗ ਆ ਤਾਂ ਥੋੜੀ ਦੂਰ ਤੱਕ ਮਾਰ ਕਰਦੀ ਹੈ। ਜਿਹੜੀ ਸਾਡੀ ਹਿਰਦੇ ਦੇ ਵਿੱਚ ਅੱਗ ਲੱਗੀ ਆ, ਇਹ ਪੂਰੀ ਸ੍ਰਿਸ਼ਟੀ ਤੱਕ ਮਾਰ ਕਰਦੀ ਆ। 1 ਸੈਕਿੰਡ ਵਿੱਚ ਪੂਰੀ ਸ੍ਰਿਸ਼ਟੀ ਨੂੰ ਸਾੜ ਸਕਦੀ ਆ, ਇੰਨੀ ਭਿਅੰਕਰ ਅੱਗ ਆ। ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਪਰਿਵਾਰ ਦੇ ਵਿੱਚ ਜਾਣਾ ਆ ਤੇ ਨਾਮ ਜਪਦਾ ਹੀ ਜਾ, ਉੱਥੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ। ਪਰਿਵਾਰ ਵਿੱਚ ਦੁੱਖ ਦੀ ਗੱਲ ਬੱਚਿਆਂ ਦੇ ਕੰਨਾਂ ਤੱਕ ਨਾ ਪਹੁੰਚਾ। ਸਿਆਣੇ ਮਾਂ ਪਿਓ ਇੰਝ ਹੀ ਕਰਦੇ ਨੇ, ਸਿਆਣੇ ਮਾਂ ਪਿਓ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਮੰਨਾ ਤਰਾ ਤਾਰੇ ਗੁਰ ਸਿੱਖ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿਸ ਵੇਲੇ ਕੋਈ ਗੁਰੂ ਦੇ ਸ਼ਬਦ ਨੂੰ ਮੰਨ ਲੈਂਦਾ ਹੈ ਤੇ ਫਿਰ ਉਹ ਗੁਰੂ ਆਪਣੇ ਸਿੱਖਾਂ ਨੂੰ ਪਾਰ ਲੰਘਾ ਦਿੰਦਾ ਹੈ। ਇੱਥੇ ਧਿਆਨ ਦੇਣਾ ਪਏਗਾ, ਮੰਨੈ ਤਰੈ ਤਾਰੇ ਗੁਰ ਸਿੱਖ। ਜੇ ਗੁਰ ਤੋਂ ਬਾਅਦ ਥੋੜਾ ਜਿਹਾ ਰੁਕੋਗੇ ਨਹੀਂ, ਫਿਰ ਗੁਰ ਸਿੱਖ ਬਣ ਜਾਏਗਾ। ਇੱਥੇ ਅਰਥ ਗਲਤ ਹੋ ਜਾਏਗਾ। ਪੜ੍ਹਨਾ ਪਏਗਾ, ਮੰਨੈ ਤਰੈ ਤਾਰੇ ਗੁਰ ਸਿੱਖ। ਤੇ ਜੇ ਆਪਾਂ ਪੜਾਂਗੇ ਮੰਨੈ ਤਰੈ ਤਾਰੇ ਗੁਰ ਸਿੱਖ, ਇਹਦਾ ਮਤਲਬ ਸਿੱਖ ਨੇ ਮੰਨਿਆ, ਸਿੱਖ ਨੇ ਤਾਰ ਲਿਆ ਕਿਹਨੂੰ? ਆਪਣੇ ਆਪ ਨੂੰ। ਤੇ ਗੁਰੂ ਫਿਰ ਕਿੱਥੇ ਗਿਆ? ਸਿੱਖ ਵਿੱਚ ਨਹੀਂ ਤਾਕਤ ਨਹੀਂ ਕਿ ਆਪਣੇ ਆਪ ਨੂੰ ਤਾਰ ਲਵੇ। ਮਹਾਰਾਜ ਜੀ ਕਹਿੰਦੇ ਨੇ ਗੁਰੂ ਫਿਰ ਸਿੱਖ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਤੇ ਇੱਥੇ ਸ਼ਬਦ ਹੈ ਸੱਸੇ ਨੂੰ ਸਿਹਾਰੀ ਖੱਖਾ। ਇਹਦਾ ਅਰਥ ਹੈ ਬਹੁਤੇ ਸਿੱਖਾਂ ਨੂੰ। ਬਹੁਤੇ ਕਿੰਨੇ? ਕੋਈ ਗਿਣਤੀ ਨਹੀਂ, ਕੋਈ ਇੱਥੇ ਲਿਮਿਟੇਸ਼ਨ ਨਹੀਂ। ਭਾਵੇਂ ਅਰਬਾਂ ਖਰਬਾਂ 'ਚ ਹੋਣ, ਗੁਰੂ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਜਿਸ ਵੇਲੇ ਹਿਰਦਾ ਪਰਮੇਸ਼ਵਰ ਦੇ ਨਾਮ ਨੂੰ ਮੰਨ ਲੈਂਦਾ ਹੈ, ਫਿਰ ਕਹਿਣ ਲੱਗੇ ਮਨੁੱਖ ਦੂਜਿਆਂ ਉੱਤੇ ਭਰੋਸਾ ਨਹੀਂ ਕਰਦਾ, ਵਿਸ਼ੇ ਵਾਸ਼ਨਾਵਾਂ ਦੀ ਮੁਥਾਜੀ ਨਹੀਂ ਕਰਦਾ। ਬੰਦਾ ਵਾਸ਼ਨਾ ਭੋਗਦਾ ਹੀ ਉਸ ਵੇਲੇ ਹੈ ਜਿਸ ਵੇਲੇ ਬੰਦੇ ਦਾ ਅੰਦਰ ਰੱਬ ਦੇ ਨਾਮ ਤੇ ਵਿਹੂਣਾ ਹੋਵੇ। ਬੰਦੇ ਨੂੰ ਸੁੱਖ ਚਾਹੀਦਾ ਹੈ। ਬੰਦਾ ਕੰਮ ਵੀ ਕਰਦਾ ਹੈ ਸੁੱਖ ਕਰਕੇ, ਕੋਈ ਗੱਲ ਨਾ ਕਰੇ। ਜੇ ਸੌਂਦਾ ਆ ਤਾਂ ਵੀ ਸੁੱਖ ਕਰਕੇ ਵੀ ਸਰੀਰ ਫਿਰ ਤੋਂ ਚਾਰਜ ਹੋ ਜਾਏ। ਹਰ ਕੰਮ 'ਚ ਬੰਦਾ ਸੁੱਖ ਲੱਭਦਾ। ਫਿਰ ਵਾਸ਼ਨਾਗ੍ਰਸਤ ਹੁੰਦਾ ਆ ਵੀ ਥੋੜ੍ਹੇ ਸਮੇਂ ਲਈ ਖਿਆਲ ਕੁਝ ਮਿਲੀ ਸੈਕਿੰਡ ਲਈ ਰੁਕ ਜਾਂਦੇ ਨੇ। ਤੇ ਮਿਲੀ ਸੈਕਿੰਡ ਲਈ ਜੋ ਖਿਆਲਾਂ ਦਾ ਰੁਕਣਾ, ਇਸਨੂੰ ਵਾਸ਼ਨਾ ਦੇ ਵਿੱਚ ਨੂੰ ਸੁੱਖ ਮਹਿਸੂਸ ਹੁੰਦਾ ਹੈ। ਤੇ ਆਪ ਹਿਸਾਬ ਲਾਓ, ਜਿਹਦੇ ਜੀਵਨ ਦੇ ਵਿੱਚ ਅਫੁਰ ਅਵਸਥਾ, ਨਿਰਵਿਚਾਰ ਅਵਸਥਾ 24 ਘੰਟੇ ਬਣ ਜਾਏ, ਕਿਆ ਬਾਤ ਹੋਏਗੀ, ਕਿਆ ਬਾਤ ਹੋ ਜਾਂਦੀ ਹੈ। ਗੁਰੂ ਮਹਾਰਾਜ ਜੀ ਬਖਸ਼ਿਸ਼ ਵਰਤਾ ਦਿੰਦੇ ਹਨ। ਮਹਾਰਾਜ ਜੀ ਕਹਿੰਦੇ ਨੇ ਫਿਰ ਐਸਾ ਬੰਦਾ ਕਿਸੇ ਦੂਜੇ ਦੀ ਮੁਥਾਜੀ ਨਹੀਂ ਕਰਦਾ, ਕਿਸੇ ਦੂਜੇ ਤੇ ਭਰੋਸਾ ਨਹੀਂ ਕਰਦਾ, ਫਿਰ ਲੋਕਾਂ ਕੋਲੋਂ ਨਹੀਂ ਮੰਗਦਾ ਫਿਰਦਾ। ਫਿਰ ਮੰਨਣ ਵਾਲਾ ਕਹਿੰਦਾ ਕਿ ਮੈਨੂੰ ਪਤਾ ਲੱਗ ਗਿਆ ਹੈ ਸਾਰੀ ਸ੍ਰਿਸ਼ਟੀ ਦੀ ਤਾਕਤ, ਸਾਰੇ ਕੰਮਾਂ ਕਾਜਾਂ ਦੀ ਸ਼ਕਤੀ ਪਰਮੇਸ਼ਵਰ ਦੇ ਹੱਥ ਵਿੱਚ ਹੈ। ਫਿਰ ਪਰਮੇਸ਼ਵਰ ਦੇ ਅੱਗੇ ਝੋਲੀ ਅੱਡ ਕੇ ਮੰਗੀਏ, ਉਹਨੇ ਹੀ ਸਾਰਾ ਕੁਝ ਦੇਣਾ ਹੈ। ਸੋ ਇਸ ਢੰਗ ਦੇ ਨਾਲ ਅੰਦਰ ਇੰਨਾ ਭਰੋਸਾ ਦ੍ਰਿੜ ਹੋ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਹੋਏ। ਪਰਮੇਸ਼ਵਰ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇ ਜੇਕਰ ਕੋਈ ਪਰਮੇਸ਼ਵਰ ਦਾ ਨਾਮ ਜਪੇ ਆਪਣੇ ਹਿਰਦੇ ਵਿੱਚ ਸ਼ਰਧਾ ਭਾਵਨਾ ਧਾਰ ਕੇ, ਤੇ ਕਹਿੰਦੇ ਨੇ ਫਿਰ ਉਹ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਜਾਏਗਾ। ਤੇ ਮਾਇਆ ਦੀ ਕਾਲਖ ਰਹਿਤ ਹੋਣ ਦਾ ਅਰਥ ਇਹ ਹੈ ਕਿ ਬ੍ਰਹਮ ਗਿਆਨੀ ਹੋ ਜਾਏਗਾ। ਫਿਰ ਉਹ ਆਪ ਨਾ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ, ਉਹ ਆਪਣੇ ਆਪ ਵਿੱਚ ਟਿਕ ਜਾਂਦਾ ਹੈ। ਤੇ ਇਹੀ ਸਾਡੀ ਮੰਜ਼ਿਲ ਆ। ਵੇਖੋ, ਅਸੀਂ ਰੱਬ ਹੋਣ ਵਾਸਤੇ ਆਏ ਹਾਂ। ਸਾਰੇ ਕੰਮ ਅਸੀਂ ਕਰੀ ਜਾਂਦੇ ਹਾਂ, ਜਿਹੜਾ ਮੂਲ ਕਾਰਜ ਆ ਉਹ ਨਹੀਂ ਅਸੀਂ ਕਰਦੇ ਪਏ, ਕਿਉਂਕਿ ਅਸੀਂ ਇਹ ਸੋਚ ਕੇ ਹੀ ਨਹੀਂ ਬੈਠੇ ਕਿ ਅਸੀਂ ਰੱਬ ਵੀ ਹੋਣਾ ਆ। ਰੱਬ ਵੀ ਹੋਣਾ ਆ, ਅਸੀਂ ਸੋਚ ਕੇ ਬੈਠੇ ਹਾਂ
ਕਮਾ ਲਓ, ਖਾ ਲਓ, ਬੱਚੇ ਪੜ੍ਹਾ ਲਓ, ਬੱਚੇ ਸਵਾ ਲਓ, ਬੱਚੇ ਵਿਆਹ ਦਿਓ, ਬੱਚਿਆਂ ਦੇ ਅੱਗੇ ਬੱਚੇ ਖਿਡਾ ਲਓ, ਅਖੀਰ ਤੇ ਅੰਤ ਖੇ ਕੀ ਖੇ। ਚਲੋ ਜੀ, ਬੰਦਾ ਹੁੰਦਾ ਸੀ, ਬੀਬੀ ਹੁੰਦੀ ਸੀ। ਮਹਾਰਾਜ ਜੀ ਕਹਿੰਦੇ ਮੈਂ ਤੈਨੂੰ ਸੀ ਦੀ ਥਾਂ ਤੇ ਹੈ ਕਰਨਾ ਚਾਹੁੰਦਾ ਸੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੇ ਪਰਮੇਸ਼ਵਰ ਸਦੀਵ ਕਾਲ ਵਾਸਤੇ ਅਟਲ ਜਿਉਂਦਾ ਤੇ ਮਹਾਰਾਜ ਜੀ ਕਹਿੰਦੇ ਮੈਂ ਵੀ ਤੈਨੂੰ ਉਹਦੇ ਵਿੱਚ ਮਿਲਾ ਕੇ ਤੇ ਤੈਨੂੰ ਵੀ ਮੈਂ ਜਿਉਂਦਾ ਰੱਖਣਾ ਚਾਹੁੰਦਾ ਸੀ, ਪਰ ਤੂੰ ਚਾਹੁੰਦਾ ਹੀ ਨਹੀਂ ਕਿ ਮੈਂ ਜਿਉਂਦਾ ਰਵਾਂ। ਸਾਰੀ ਜ਼ਿੰਦਗੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਿਵੇਂ ਕੱਟ ਲਈ। ਇਹ ਭਰੋਸਾ ਨਹੀਂ ਹੁੰਦਾ ਕਿ ਕੋਈ ਅੰਮ੍ਰਿਤ ਵੇਲੇ ਸੌਂ ਵੀ ਸਕਦਾ। ਬਾਅਦ 'ਚ ਗੁਰਮੁਖਾਂ ਨੇ ਦੱਸਿਆ ਨਹੀਂ ਸੌਂ ਜਾਂਦੇ ਨੇ ਕੁਝ ਲੋਕ। ਦਾਸ ਨੇ ਫਿਰ ਪੁੱਛਿਆ ਅੱਛਾ ਸੌਂ ਜਾਂਦੇ ਨੇ? ਨਹੀਂ ਨਹੀਂ, ਇੰਜ ਨਹੀਂ ਹੋ ਸਕਦਾ। ਕਿਵੇਂ ਕੋਈ ਸੌਂ ਸਕਦਾ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਅੰਮ੍ਰਿਤ ਵੇਲੇ ਸੱਚ ਨਾ ਵਡਿਆਈ ਵਿਚਾਰ। ਮਹਾਰਾਜ ਜੀ ਦਾ ਬਚਨ ਆ, ਅਸੀਂ ਕਿਵੇਂ ਸੌਂ ਸਕਦੇ ਹਾਂ? ਫਿਰ ਅੱਗੇ ਗੁਰਮੁਖ ਕਹਿੰਦੇ ਨੇ ਜੀ ਸੌਂ ਜਾਂਦੇ ਨੇ। ਫਿਰ ਮੈਂ ਕਿਹਾ ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਅੱਗੋਂ ਗੁਰਮੁਖ ਪਿਆਰਾ ਕਹਿਣ ਲੱਗਾ ਜੀ ਮੈਂ ਸੁੱਤਾ ਹੀ ਰਹਿੰਦਾ ਆ। ਮੈਂ ਇਕੱਲਾ ਹੀ ਨਹੀਂ ਸੁੱਤਾ ਰਹਿੰਦਾ, ਮੇਰਾ ਪੂਰਾ ਪਰਿਵਾਰ ਸੁੱਤਾ ਰਹਿੰਦਾ। ਪਰਿਵਾਰ ਛੱਡੋ, ਸਾਡਾ ਸਾਰਾ ਖਾਨਦਾਨ ਸੁੱਤਾ ਰਹਿੰਦਾ। ਖਾਨਦਾਨ ਛੱਡੋ, ਸਾਡੀ ਸਾਰੀ ਗਲੀ ਸੁੱਤੀ ਰਹਿੰਦੀ। ਉਸ ਦਿਨ ਦਾਸ ਨੂੰ ਪਤਾ ਲੱਗਾ ਕਿ ਲੋਕੀ ਅੰਮ੍ਰਿਤ ਵੇਲੇ ਵੀ ਸੌਂ ਜਾਂਦੇ ਆ। ਤੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਸੌਂ ਗਿਆ ਫਿਰ ਉਹਦੇ ਭਾਗ ਵੀ ਸੁੱਤੇ ਹੀ ਸਮਝੋ। ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੇ ਭਾਗ ਜਾਗ ਪੈਣ ਤੇ ਗੁਰੂ ਨੂੰ ਮਿਲੇ ਤੋਂ ਬਿਨਾਂ, ਗੁਰੂ ਦੀ ਸਿੱਖਿਆ ਸੁਣੇ ਤੋਂ ਬਿਨਾਂ ਇਹ ਜਾਗਣੇ ਨਹੀਂ ਹਨ। ਬਾਕੀ ਦੀ ਵਿਚਾਰ ਅਸੀਂ ਕੱਲ੍ਹ ਨੂੰ ਕਰਾਂਗੇ ਜੀ। ਦਾਸ ਬੇਨਤੀ ਕਰੇ ਬਹੁਤੇ ਵਿਸਥਾਰ ਵਿੱਚ ਅੱਗੇ ਤੋਂ ਕੋਸ਼ਿਸ਼ ਹੋਏਗੀ ਕਿ ਨਾ ਹੀ ਜਾਈਏ, ਪਰ ਕੀ ਕਰੀਏ, ਗੁਰੂ ਦਾ ਸ਼ਬਦ ਹੈ ਹੀ ਇੰਨਾ ਮਿੱਠਾ, ਗਵਾਚ ਜਾਈਦਾ ਹੈ। ਬਾਰ-ਬਾਰ ਮੁੜ ਕੇ ਆਈਦਾ ਹੈ ਕਿ ਬਹੁਤਾ ਨਹੀਂ ਵਿਸਥਾਰ 'ਚ ਜਾਣਾ, ਪਰ ਮਹਾਰਾਜ ਜੀ ਆਪੇ ਹੀ ਵਰਤੀ ਜਾਂਦੇ ਨੇ। ਸਮਝ ਨਹੀਂ ਲੱਗਦੀ, ਇਹ ਗੁਰੂ ਮਹਾਰਾਜ ਜੀ ਆਪੇ ਖੇਡ ਵਰਤਾਈ ਜਾਂਦੇ ਨੇ। ਆਪ ਜੀ ਸਾਰੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦਿਓ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਬਖਸ਼ ਲਿਓ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।